ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਸਾਰੇ ਲਿਸਨਰਸ ਨੂੰ ਦੱਸਦੇ ਹਾਂ ਕਿ ਜੀ ਸ਼ੁੱਕਰਵਾਰ ਭਾਰਤੀ ਸਮੇਂ ਅਨੁਸਾਰ ਸਵੇਰੇ 8 ਵਜੇ, ਜਦ ਕਿ ਤੁਸੀਂ ਉਹਦਾ ਸਮਾਂ ਨੋਟ ਕਰ ਲਓ, ਸ਼ਾਇਦ ਵੀਰਵਾਰ ਸ਼ਾਮ ਹੁੰਦੀ ਹੋਏਗੀ ਅਮਰੀਕਾ ਤੇ ਕੈਨੇਡਾ ਦੇ ਵਿੱਚ। ਜਗਦੇਵ ਭੰਡਾਲ ਹੋਰਾਂ ਦੇ ਨਾਲ ਮੈਂ ਪ੍ਰੋਗਰਾਮ ਸੱਚੋ ਸੱਚ ਬੋਲ ਜੋਗੀਆ ਲੈ ਕੇ ਹਾਜ਼ਰ ਹੁੰਨਾ ਜੀ। ਇਹ ਪ੍ਰੋਗਰਾਮ ਤੁਹਾਨੂੰ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ, ਪੰਜਾਬੀ ਮੀਡੀਆ USA ਦੇ ਪੇਜ ਤੋਂ ਇਲਾਵਾ ਬਾਜ਼ TV ਦੇ ਉੱਤੇ ਦੇਖਣ ਨੂੰ ਮਿਲਦਾ। ਇਸ ਤੋਂ ਇਲਾਵਾ ਰੇਡੀਓ ਪੰਜਾਬ ਟੂਡੇ .com ਸਾਡਾ ਆਪਣਾ ਜਿਹੜਾ ਵੈਬ ਪੋਰਟਲ ਹੈਗਾ, ਇਹਦਾ ਵਿਸਥਾਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਕਾਫੀ ਕਲਿੱਕਸ ਆਉਂਦੇ ਨੇ, ਖਬਰਾਂ ਬਹੁਤ ਪੜ੍ਹੀਆਂ ਜਾਂਦੀਆਂ ਨੇ। ਤੁਹਾਨੂੰ ਕੱਲਾ ਪੋਰਟਲ ਦੇ ਉੱਤੇ ਨਹੀਂ, ਤੁਹਾਨੂੰ ਇਹ ਖਬਰਾਂ ਜਿਹੜੀਆਂ ਨੇ ਐਂਡਰੋਇਡ ਐਪ 'ਤੇ ਵੀ ਮਿਲਦੀਆਂ, ਅਤੇ ਜਲਦ ਹੀ ਇਹ ਖਬਰਾਂ ਤੁਹਾਨੂੰ ਐਪਲ ਐਪ 'ਤੇ ਮਿਲਣਗੀਆਂ। ਇਸ ਦੇ ਲਈ ਜਿੱਥੇ ਵੀ ਪੰਜਾਬੀ ਸਾਡੇ ਬੈਠੇ ਨੇ, ਉੱਥੋਂ ਦੀਆਂ ਗਤੀਵਿਧੀਆਂ ਤੁਸੀਂ ਸਾਨੂੰ ਭੇਜ ਸਕਦੇ ਹੋ ਤਸਵੀਰ ਦੇ ਨਾਲ, ਪੂਰਾ ਡਿਟੇਲ ਦੇ ਵਿੱਚ ਸਤਲੁਜ ਫੋਰਟ ਦੇ ਵਿੱਚ ਜਿਹੜਾ ਤੁਸੀਂ ਭੇਜ ਸਕਦੇ ਹੋ। ਸਾਨੂੰ ਮਾਣ ਹੋਏਗਾ ਉਹਨਾਂ ਨੂੰ ਪ੍ਰਕਾਸ਼ਿਤ ਕਰਨ ਦੇ ਲਈ। ਜੇਕਰ ਕੋਈ ਵੀਰ ਪੱਤਰਕਾਰਤਾ ਦੇ ਵਿੱਚ ਓਵਰਸੀਜ਼ ਸ਼ੌਂਕ ਰੱਖਦਾ ਹੈ, ਦੁਨੀਆ ਭਰ 'ਚ ਕਿਤੇ ਵੀ, ਪੰਜਾਬ ਦੇ ਵਿੱਚ ਵੀ, ਤਾਂ ਉਹ ਸਾਨੂੰ ਮੇਰੇ ਨਾਲ ਸੰਪਰਕ ਕਰ ਸਕਦੇ ਨੇ 9780141741 ਤੇ 9780141741 ਦੇ ਉੱਤੇ ਤੁਸੀਂ ਸੰਪਰਕ ਕਰ ਲਓ। ਖਬਰਾਂ ਚਲੰਤ ਮਸਲਿਆਂ ਦੇ ਉੱਤੇ ਤੁਸੀਂ ਆਪਣੀਆਂ ਉੱਥੋਂ ਦੇ ਐਕਟੀਵਿਟੀਜ਼ ਸਾਨੂੰ ਭੇਜ ਸਕਦੇ ਹੋ। ਰੇਡੀਓ ਦੇ ਉੱਤੇ ਵੀ ਹੌਲੀ ਹੌਲੀ ਕੋਸ਼ਿਸ਼ ਕਰਾਂਗੇ ਕਿ ਇਹਦਾ ਵਿਸਥਾਰ ਕੀਤਾ ਜਾਵੇ। ਜਿਵੇਂ ਪੰਜਾਬ ਤੋਂ ਸਾਡੇ ਪੱਤਰਕਾਰ ਸਾਹਿਬਾਨ ਜੁੜਦੇ ਨੇ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ, ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਸੈਗਮੈਂਟ ਜਿੱਥੋਂ ਦੀ ਖਬਰ ਉੱਥੋਂ ਦਾ ਪੱਤਰਕਾਰ। ਸੋ ਗੱਲਬਾਤ ਕਰਨ ਦੇ ਲਈ, ਖਬਰ ਦੀ ਅਪਡੇਟਸ ਲੈਣ ਦੇ ਲਈ ਆਪਾਂ ਚੱਲਦੇ ਹਾਂ ਸਭ ਤੋਂ ਪਹਿਲਾਂ ਬਰਨਾਲੇ ਤੋਂ ਕਮਲਜੀਤ ਸੰਧੂ ਇਸ ਵਕਤ ਸਾਡੇ ਨਾਲ ਨੇ। ਕਮਲਜੀਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਮਲਜੀਤ, ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਕਿ ਵੱਲ ਨਹੀਂ ਹੈ ਕੁਦਰਤ। ਕਹਿੰਦੇ ਇਨਸਾਨ ਵੀ ਕੁਦਰਤ ਦੀ ਮਾਰ ਚੱਲ ਰਿਹਾ, ਕੁਦਰਤ ਵੱਲ ਤਾਂ ਹੈ। ਮੈਂ ਕਹਿੰਦਾ ਕਿ ਇਨਸਾਨ ਜਿਹੜਾ ਹੈਗਾ ਉਹਨੇ ਕੁਦਰਤ ਨੂੰ ਵਿਗਾੜ ਰੱਖਿਆ ਸੀਗਾ, ਕੁਦਰਤ ਨਾਲ ਖਿਲਵਾੜ ਕਰ ਰਿਹਾ ਸੀ, ਉਹ ਆਪਣੀ ਤਾਕਤ ਦਿਖਾਉਂਦੀ ਨਜ਼ਰ ਆ ਰਹੀ ਹੈ। ਮੌਸਮ ਫਿਰ ਬਦਮਿਜ਼ਾਜੀ ਦਿਖਾ ਰਿਹਾ ਹੈ, ਗੜੇਮਾਰੀ ਦੀਆਂ ਖਬਰਾਂ ਆ ਰਹੀਆਂ ਨੇ। ਬਰਨਾਲੇ ਦੇ ਵਿੱਚ ਕੀ ਹਾਲਾਤ ਨੇ ਜੀ? ਜੇਕਰ ਬਰਨਾਲੇ ਦੀ ਗੱਲ ਕਰੀਏ, ਬਰਨਾਲੇ ਦਾ ਦਵਾਨਾ ਪਿੰਡ ਹੈਗਾ। ਇਹ ਪਿੰਡ ਆ ਜਿਹੜਾ ਲੁਧਿਆਣਾ ਦੀ ਜਿਹੜੀ ਹੱਦ ਹੈਗੀ ਉਹਦੇ ਨਾਲ ਲੱਗਦਾ, ਲਾਸਟ ਪਿੰਡ ਆ ਬਰਨਾਲੇ ਦਾ। ਉੱਥੇ ਅੱਜ ਗੜੇਮਾਰੀ ਹੋਈ ਹੈਗੀ, ਮੀਂਹ ਕਾਫੀ ਭਾਰੀ ਤੇਜ਼ ਬਾਰਿਸ਼ ਹੋਈ ਆ। ਦੀ ਮੰਡੀ ਦੇ ਵਿੱਚ ਵੀ ਜਿਹੜੀ ਕਣਕ ਭੇਜੀ ਆ ਤੇ ਖੜੀ ਕਣਕ ਨੂੰ ਵੀ ਕਾਫੀ ਨੁਕਸਾਨ ਹੋਇਆ ਹੈਗਾ, ਤੇ ਜਿਹੜੇ ਗੜੇ ਨੇ ਉਹ ਵੀ ਕਾਫੀ ਮਾਤਰਾ 'ਚ ਪਏ ਨੇ। ਤੇ ਜੇ ਗੱਲ ਕਰੀਏ ਤਾਂ ਹੁਣ ਵੀ ਜਿਹੜਾ ਹਲਕਾ ਤੋਂ ਦਰਮਿਆਨਾ ਜਿਹੜਾ ਮੀਂਹ ਆ ਬਰਨਾਲੇ ਜ਼ਿਲ੍ਹੇ ਦੇ ਵਿੱਚ ਇਸ ਟਾਈਮ ਵੀ ਪੈ ਰਿਹਾ, ਤੇ ਜਿਹਦੇ ਨਾਲ ਕਿਸਾਨਾਂ ਦਾ ਜਿੱਥੇ ਮੰਡੀਆਂ ਦਾ ਕੰਮ ਰੁਕਿਆ ਹੈਗਾ, ਉੱਥੇ ਕਣਕ ਦੀ ਵਢਾਈ ਦਾ ਕੰਮ ਵੀ ਫਿਲਹਾਲ ਤੇ ਤੂੜੀ ਬਣਾਉਣ ਦਾ ਕੰਮ ਆ ਜਿਹੜਾ ਉਹ ਠੱਪ ਹੋ ਗਿਆ। ਇਸ ਕਰਕੇ ਜਿਹੜੀ ਕਿਸਾਨ ਦੀ ਜਿਹੜੀ ਚਿੰਤਾ ਵਧੀ ਆ, ਤੇ ਕੰਮ ਦਾ ਥੋੜਾ ਜਿਹਾ 2-4 ਦਿਨ ਪਛੜਨ ਦੀ ਜਿਹੜੀ ਸੰਭਾਵਨਾ ਬਣ ਗਈ, ਕਿਉਂਕਿ ਜਿੰਨਾ ਚਿਰ ਮੌਸਮ ਸਾਫ਼ ਨਹੀਂ ਹੁੰਦਾ ਤੇ ਉਹਦੇ ਵਾਢੀ ਦਾ ਤੇ ਜਿਹੜਾ ਮੰਡੀ ਦੇ ਵਿੱਚ ਭਰਾਈ ਦਾ ਕੰਮ ਆ ਉਹਦੇ ਤੇ ਵੀ ਜਿਹੜਾ ਦੇਰੀ ਹੋਣ ਲੱਗੀ ਹੈ। ਜੀ 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 ਇਹ ਬੜੀ ਦੇਖੋ ਆਪਣੇ ਬੜੀ ਆਪਾਂ ਕਹਿ ਸਕਦੇ ਕਿ ਕੁਦਰਤ ਹੈ। ਚਲੋ ਕੁਦਰਤ ਅੱਗੇ ਕਿਹਦਾ ਜ਼ੋਰ ਹੈ, ਪਰ ਕੁਦਰਤ ਦੇ ਜੀਵ ਜਿਹਨੂੰ ਆਪਾਂ ਇਨਸਾਨ ਬੱਚੇ ਨੇ ਨਵ ਆਉਂਦੇ ਨੇ ਇਸ ਦੁਨੀਆ ਦੇ ਵਿੱਚ, ਮੈਂ ਕਹਿੰਦਾ ਕਿ ਉਹ ਕਿਹੀ ਐਸੀ ਮਜਬੂਰੀ ਹੈ ਕਿ ਮਾਂ ਆਪਦੇ ਨਵ ਜੰਮੇ ਬੱਚੇ ਨੂੰ ਕੂੜੇ ਦੇ ਢੇਰ ਦੇ ਉੱਤੇ ਸਿੱਟਦੀ ਹੈ, ਜਾਂ ਫਿਰ ਕਹਿ ਲਈਏ ਕਿ ਅਸੀਂ ਆਪਣੀਆਂ ਗਲਤੀਆਂ ਦੇ ਉੱਤੇ ਪਰਦਾ ਪਾਉਣੇ, ਜੋ ਅਸੀਂ ਗਲਤੀਆਂ ਇੱਕ ਲੋਕ ਲੱਜਾ ਦੇ ਜ਼ਰੀਏ ਇੱਕ ਦੂਰ ਰਹਿ ਕੇ ਗਲਤੀਆਂ ਕਰਦੇ ਹਾਂ, ਉਹ ਉਜਾਗਰ ਹੋਣ ਤੋਂ ਅਸੀਂ ਡਰਦੇ ਹੋਏ ਆਪਣਾ ਪਾਪ ਲੁਕਾਉਣੇ ਆ। ਪਰ ਕਹਿੰਦੇ ਆ ਨਾ, ਜਾਕੋ ਰੱਖੇ ਸਾਈਆ ਮਾਰ ਸਕੇ ਨਾ ਕੋਈ। ਇਹ ਜੋ ਘਟਨਾ ਸਾਹਮਣੇ ਆਈ ਹੈ ਮਹਿਲ ਕਲਾਂ ਦੀ, ਇਹਦੇ ਬਾਰੇ ਅਪਡੇਟਸ ਜੀ। ਜਿਸ ਤਰ੍ਹਾਂ ਤੁਸੀਂ ਕਿਹਾ ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ, ਇਸ ਸ਼ਬਦਾਂ ਦੇ ਅਨੁਸਾਰ ਇੱਕ ਮਹਿਲ ਕਲਾਂ ਦਾ ਪਿੰਡ ਆ ਪੰਡੋਰੀ, MLA ਨੇ ਜਿਹੜੇ ਆਮ ਆਦਮੀ ਪਾਰਟੀ ਦੇ ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ, ਉਹਨਾਂ ਦੇ ਪਿੰਡ ਵਿੱਚ ਅੱਜ ਸਵੇਰੇ ਸੁਬਾਹ ਦੇ ਵਿੱਚ ਇੱਕ
ਲੋਕਾਂ ਨੂੰ ਇੱਕ ਰੂੜੀ ਦੇ ਉੱਤੋਂ ਇੱਕ ਨਵਜੰਮੇ ਬੱਚਾ ਮਿਲਿਆ ਤੇ ਸਥਾਨਕ ਜਦੋਂ ਲੋਕਾਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਬੱਚੇ ਨੂੰ ਜਿਹੜਾ ਚੁੱਕ ਕੇ ਸਿਵਲ ਹਸਪਤਾਲ ਬਰਨਾਲਾ ਲਿਆਂਦਾ ਗਿਆ, ਜਿੱਥੇ ਉਹਨੂੰ ਐਡਮਿਟ ਕਰਵਾਇਆ ਗਿਆ। ਤੇ ਇੱਕ ਦਰਿੰਦਗੀ ਭਰੀ ਜਿਹੜੀ ਖਬਰ ਆ ਗਈ ਤੇ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਇਹ ਕਿਸੇ ਦੀ ਕੀ ਮਜਬੂਰੀ ਹੋ ਸਕਦੀ ਹੈ ਜਾਂ ਕੋਈ ਗਲਤੀ ਛੁਪਾਉਣ ਦੇ ਲਈ ਇਸ ਤਰ੍ਹਾਂ ਦੀ ਜਿਹੜੀ ਕਾਰੇ ਨੂੰ ਜਿਹੜਾ ਅੰਜਾਮ ਦਿੱਤਾ ਗਾ। ਤੇ ਪਰ ਉਹ ਬੱਚਾ ਜਿਹੜਾ ਫਿਲਹਾਲ ਉਹਦੀ ਸਥਿਤੀ ਠੀਕ ਹੈਗਾ, ਉਹਦਾ ਜੇਰੇ ਇਲਾਜ ਆ ਜਿਹੜਾ ਸਿਵਲ ਹਸਪਤਾਲ ਬਰਨਾਲਾ ਦੇ ਵਿੱਚ ਚੱਲ ਰਿਹਾ। ਤੇ ਬਾਕੀ ਪੁਲਿਸ ਵੱਲੋਂ ਜਿਹੜੀ ਮਾਮਲਾ ਜਿਹੜਾ ਉਹਦੀ ਜਾਂਚ ਕੀਤੀ ਜਾ ਰਹੀ ਹੈ ਡੂੰਘਾਈ ਦੇ ਨਾਲ, ਕੈਮਰਿਆਂ ਦੀ ਫੁਟੇਜ ਖੰਗਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਹੋਰ ਵੀ ਜੇ ਕੋਈ ਕਲੂ ਆ ਜਿਹੜਾ ਉਹ ਪੁਲਿਸ ਵੱਲੋਂ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹ ਬਹੁਤ ਹੀ ਦਰਦ ਭਰੀ ਤੇ ਦਰਿੰਦਗੀ ਵਾਲੀ ਗੱਲ ਆ ਵੀ ਇਸ ਤਰ੍ਹਾਂ ਜਿਹੜਾ ਬੱਚੇ ਨੂੰ ਨਵਜੰਮੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਉਹਦੀ ਮਾਂ ਜਾਂ ਉਹਦਾ ਪਰਿਵਾਰ ਆ ਜਿਹੜਾ ਉਹਨੂੰ ਇਸ ਤਰ੍ਹਾਂ ਰੂੜੀ ਦੇ ਉੱਤੇ ਸੁੱਟ ਰਿਹਾ। ਜੀ ਬਿਲਕੁਲ, ਮੈਂ ਤੁਹਾਡੀ ਗੱਲ, ਪਰ ਉੱਥੇ ਇੱਕ ਸਮਾਜਿਕ ਪੱਖ ਵੀ ਹੈਗਾ। ਕਈ ਜਿਹੜੇ ਉਹ ਲੋਕ ਵੀ ਨੇ ਜਿਹੜੇ ਔਲਾਦ ਲਈ ਤਰਸਦੇ ਨੇ, ਉਹ ਵੀ ਪਹੁੰਚ ਗਏ ਹੋਣੇ ਹਸਪਤਾਲ ਵੀ ਬੱਚਾ ਜੀ ਬਿਲਕੁਲ, ਜਿਹੜੀ ਵਿੱਚ ਉਹ ਲੋਕ ਨੇ ਸਾਨੂੰ ਜਾਣਕਾਰੀ ਵੀ ਮਿਲੀ ਹੈ, ਪਰ ਅਜੇ ਉਹ ਲੋਕਾਂ ਬਾਰੇ ਜਾਣਕਾਰੀ ਮਿਲੀ ਹੈ ਪਰ ਉਹ ਲੋਕਾਂ ਦਾ ਅਜੇ ਸਾਨੂੰ ਇਹ ਗੱਲ ਕਨਫਰਮ ਨਹੀਂ ਹੋਈ ਵੀ ਕੋਈ ਪਹੁੰਚਿਆ ਜਾਂ ਨਹੀਂ ਪਹੁੰਚਿਆ। ਪਰ ਇਹ ਸੂਤਰ ਦੱਸਦੇ ਨੇ ਵੀ ਬਹੁਤ ਸਾਰੇ ਲੋਕ ਆ, ਉਹਨਾਂ ਦੇ ਫੋਨ ਆਏ ਨੇ ਵੀ ਅਸੀਂ ਬੱਚੇ ਨੂੰ ਜਿਹੜਾ ਅਡਾਪਟ ਕਰਨਾ ਗਾ ਤੇ ਇਹ ਪ੍ਰਸ਼ਾਸਨ ਨੇ ਹੁਣ ਉਹਨੂੰ ਬੱਚੇ ਨੂੰ ਅਡਾਪਟ ਕਰਵਾਉਣਾ ਗਾ। ਇਹ ਕੱਲ ਨੂੰ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਜਿਹੜੇ ਬੇਔਲਾਦ ਜੋੜੇ ਨੇ ਜਾਂ ਜਿਨ੍ਹਾਂ ਨੂੰ ਬੱਚਾ ਨਸੀਬ ਨਹੀਂ ਹੋਇਆ, ਉਹ ਬਹੁਤ ਸਾਰੇ ਉਹ ਵੀ ਸਮਾਜ ਦੇ ਵਿੱਚ ਲੋਕ ਨੇਗੇ ਤੇ ਪਰ ਉਹਨਾਂ ਵੱਲੋਂ ਵੀ ਜਿਹੜਾ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਵੀ ਬੱਚੇ ਨੂੰ ਅਸੀਂ ਅਡਾਪਟ ਜਿਹੜਾ ਕਰ ਲਾਂਗੇ। ਜੀ, ਤੇ ਕਰੋਨਾ ਦੀ ਬਾਰੇ ਕੀ ਅਪਡੇਟਸ ਨੇ ਜੀ? ਜੀ ਕਰੋਨਾ ਦੀ ਜੇ ਗੱਲ ਕਰੀਏ, ਜਿੱਥੇ ਜਿਹੜੀ ਸਥਿਤੀ ਹੈ ਦੁਨੀਆ ਭਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਨਾਜ਼ੁਕ ਬਣ ਰਹੀ ਹੈ, ਉੱਥੇ ਬਰਨਾਲਾ ਤੇ ਸੰਗਰੂਰ ਦੀ ਗੱਲ ਕਰੀਏ ਤਾਂ ਥੋੜਾ ਜਿਹਾ ਠੰਡੀ ਹਵਾ ਦਾ ਬੁੱਲਾ ਬਰਨਾਲਾ ਤੇ ਸੰਗਰੂਰ ਦੇ ਲੋਕਾਂ ਨੂੰ ਮਿਲਿਆ ਗਿਆ। ਸੰਗਰੂਰ ਦੇ ਵਿੱਚ ਵੀ ਜਿਹੜੇ 362 ਸੈਂਪਲਿੰਗ ਹੋਈ ਸੀਗੀ, ਉਹਦੇ ਚੋਂ 359 ਦੇ ਕਰੀਬ ਜਿਹੜੇ ਨੇ ਨੈਗੇਟਿਵ ਆ ਗਏ ਨੇ। ਤੇ ਬਰਨਾਲੇ ਦੇ ਵਿੱਚ ਜਿਹੜੀ ਇੱਕ ਕਰੋਨਾ ਪੋਜ਼ਿਟਿਵ ਸੀ ਰਾਧਾ ਰਾਣੀ ਨੂੰ ਕੱਲ ਹਸਪੀਟਲ ਦੇ ਵਿੱਚੋਂ ਛੁੱਟੀ ਮਿਲ ਗਈ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਦਾ ਜਿਹੜਾ ਤਾੜੀਆਂ ਮਾਰ ਕੇ ਫੁੱਲਾਂ ਦੇ ਨਾਲ ਸਵਾਗਤ ਕੀਤਾ ਤੇ ਉਹ ਤੰਦਰੁਸਤ ਨੇ ਤੇ ਆਪਣੇ ਘਰੇ ਪਹੁੰਚ ਗਏ ਨੇ। ਤੇ ਉਸ ਤੋਂ ਇਲਾਵਾ 99 ਦੇ ਕਰੀਬ ਜਿਹੜੀ ਸੈਂਪਲਿੰਗ ਇੱਥੋਂ ਦੇ ਸ਼ੱਕੀ ਲੋਕਾਂ ਦੀ ਹੋਈ ਸੀ, ਉਹਦੇ ਚੋਂ 79 ਜਿਹੜੀਆਂ ਰਿਪੋਰਟਾਂ ਨੇ ਹੁਣ ਤੱਕ ਨੈਗੇਟਿਵ ਆ ਚੁੱਕੀਆਂ ਨੇ। ਸਿਰਫ 10 ਰਿਪੋਰਟਾਂ ਬਾਕੀ ਰਹਿੰਦੀਆਂ ਨੇ, ਉਹ ਵੀ 1 ਜਾਂ 2 ਦਿਨਾਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਨੇ ਉਹ ਆ ਜਾਣਗੀਆਂ। ਤੇ ਫਿਲਹਾਲ ਹਜੇ ਤੱਕ ਜਿਹੜਾ ਬਰਨਾਲੇ ਦੇ ਵਿੱਚ ਇੱਕੋ ਮਰੀਜ਼ ਸੀਗਾ ਤੇ ਇੱਕ ਦੀ ਡੈਥ ਹੋ ਗਈ ਸੀ, ਉਹ ਬਿਲਕੁਲ ਠੀਕ ਠਾਕ ਆ। ਤੇ ਸ਼ੱਕੀ ਮਰੀਜ਼ਾਂ ਦੀਆਂ ਜਿਹੜੀਆਂ ਰਿਪੋਰਟਾਂ ਨੇ ਉਹ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ। ਤੇ ਪਰ ਫਿਲਹਾਲ ਜਿਹੜੀ ਰਾਹਤ ਦੀ ਖਬਰ ਆ ਕਰੋਨਾ ਵਾਲੇ ਪੱਖ ਤੋਂ ਲੈ ਕੇ। ਜੀ, ਸੋ ਬਹੁਤ ਬਹੁਤ ਸ਼ੁਕਰੀਆ ਕਮਲ ਜੀ ਤੁਹਾਡਾ। ਜੀ ਇੱਕ ਖਬਰ ਹੋਰ ਅਸੀਂ ਤੁਹਾਡੇ ਦਰਸ਼ਕਾਂ ਨੂੰ ਸਾਂਝੀ ਕਰਨਾ ਚਾਹੁੰਦੇ ਹਾਂ ਕਿ ਬਰਨਾਲਾ ਪੁਲਿਸ ਵੱਲੋਂ ਅੱਜ ਜਿਹੜੇ ACP ਕੋਹਲੀ ਜਿਨ੍ਹਾਂ ਨੇ ਕਰੋਨਾ ਦੀ ਜੰਗ ਦੇ ਹਾਰ ਗਏ ਨੇ ਤੇ ਕਰੋਨਾ ਦੇ ਲਈ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਡਿਊਟੀ ਦੌਰਾਨ, ਤੇ ਉਹਨੂੰ ਬਰਨਾਲਾ ਪੁਲਿਸ ਨੇ ਉਹਨਾਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ ਹੈਗੀ। ਤੇ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ 4th ਕਲਾਸ ਨੇ ਜਾਂ ਪੁਲਿਸ ਫੋਰਸ ਆ ਉਹਦਾ ਮਨੋਬਲ ਉੱਚਾ ਚੱਕਣ ਲਈ ਉਹਨਾਂ ਨੂੰ ਕਿੱਟਾਂ ਵਗੈਰਾ PAP ਕਿੱਟਾਂ ਜਾਂ ਹੋਰ ਜਿਹੜਾ ਸੈਨੀਟਾਈਜ਼ਰ ਵਗੈਰਾ ਉਹ ਜਿਹੜਾ ਸਮਾਨ ਆ ਉਹ ਵੀ ਮੁਹੱਈਆ ਕਰਵਾਇਆ ਗਿਆ ਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਤੇ ਉਹਨਾਂ ਦੀ ਸ਼ਰਧਾਂਜਲੀ ਦਿੱਤੀ ਆ, ਉਹਨਾਂ ਦੀ ਸ਼ਹਾਦਤ ਨੂੰ ਸਲੂਟ ਕਰਦੇ ਆ ਬਰਨਾਲਾ ਪੁਲਿਸ ਨੂੰ। ਜੀ ਅੱਛਾ ਕਮਲ, ਮੈਂ ਇੱਕ ਚੀਜ਼ ਹੋਰ ਐਡ ਆਨ ਕਰਨਾ ਚਾਹੁੰਦਾ ਸੀ। ਅਮਨਦੀਪ ਲੱਕੀ ਵੀ ਆਪਣੇ ਨਾਲ ਜੁੜ ਗਏ ਨੇ, ਉਹਨਾਂ ਨਾਲ ਵੀ ਅੱਗੇ ਗੱਲ ਤੋਰੀਏ ਕਿਉਂਕਿ ਇੱਕ ਚਰਚਾਵਾਂ ਆ ਗਈਆਂ ਨੇ ਕਿਉਂਕਿ ਸਬਜ਼ੀਆਂ ਤੇ ਪੈਟਰੋਲ ਪੰਪਾਂ ਦੇ ਉੱਤੇ ਜਿਹੜੇ ਖੁੱਲ੍ਹ ਗਏ ਨੇ, ਨੋਟਾਂ ਦਾ ਆਦਾਨ ਪ੍ਰਦਾਨ ਸ਼ੁਰੂ ਹੋ ਗਿਆ। ਇਹ ਪੈਟਰੋਲ ਪੰਪ ਦੇ ਉੱਤੇ ਵੀ ਸੈਨੀਟਾਈਜ਼ਰ ਨਹੀਂ ਮਿਲ ਰਹੇ ਨੇ, ਸਬਜ਼ੀਆਂ ਬਿਨਾਂ ਵਾਸ਼ ਕੀਤੇ ਆ ਰਹੀਆਂ ਨੇ, ਉਹਨਾਂ ਦੇ ਵਿੱਚ ਨੋਟਾਂ ਦਾ ਆਦਾਨ ਪ੍ਰਦਾਨ ਸ਼ੁਰੂ ਹੋ ਗਿਆ। ਕੱਲੀ ਤੁਹਾਡੀ ਅੰਦਰ ਬੈਠ ਕੇ ਨਹੀਂ ਬਚਾਅ ਹੋ ਸਕਦਾ ਜੇਕਰ ਇਹ ਵੀ ਇੱਕ ਨੋਟ ਨੇ, ਕਿਉਂਕਿ ਨੋਟ ਤਾਂ ਤੁਹਾਨੂੰ ਪਤਾ ਕੋਈ ਬੰਦਾ ਥੁੱਕ ਲਾਉਂਦਾ, ਕੋਈ ਕੁਛ ਕਰਦਾ, ਸਭ ਤੋਂ ਗੰਦੀ ਚੀਜ਼ ਤਾਂ ਨੋਟ ਹੀ ਹੈ ਜਿਹੜੀ ਇਨਫੈਕਸ਼ਨ ਫੈਲਾਉਣ ਦਾ ਸਾਧਨ ਬਣਿਆ ਹੋਇਆ। ਇੱਥੇ ਕੀ ਸਥਿਤੀ ਹੈਗੀ ਤੁਹਾਡੇ? ਜੀ ਬਿਲਕੁਲ, ਇਹ ਤੁਹਾਡੀ ਗੱਲ ਠੀਕ ਆ ਵੀ ਅਸੀਂ ਵੀ ਦੇਖਿਆ ਦੇ ਉੱਤੇ ਜਿਹੜੇ ਸੈਨੀਟਾਈਜ਼ਰ ਵਗੈਰਾ ਜਾਂ ਨਹੀਂ ਹੈਗੇ ਤੇ ਸਬਜ਼ੀ ਮੰਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਜ਼ਰੂਰ ਕੋਸ਼ਿਸ਼ ਇਹ ਜ਼ਰੂਰ ਕੀਤੀ ਜਾ ਰਹੀ ਹੈ, ਪਰ ਜਿਹੜੀ ਬਾਹਰੋਂ ਸਬਜ਼ੀ ਆ ਰਹੀ ਆ ਜਾਂ ਜਿਹੜੀ ਨੋਟਾਂ ਵਾਲੀ ਗੱਲ ਆ ਇੱਥੇ ਥੋੜ੍ਹੀ ਜਿਹੀ ਅਣਗਹਿਲੀ ਵਰਤੀ ਜਾ ਰਹੀ ਹੈ। ਇਹਦੇ ਤੇ ਪ੍ਰਸ਼ਾਸਨ ਵੱਲੋਂ ਕੁਛ ਨਾ ਕੁਛ ਕਦਮ ਵੀ ਚੁੱਕੇ ਜਾ ਰਹੇ ਨੇ ਤੇ ਜਿੱਥੇ ਪ੍ਰਸ਼ਾਸਨ ਵੱਲੋਂ ਇਹ ਵੀ ਕਿਹਾ ਗਿਆ ਵੀ ਡਿਜੀਟਲ ਪੇਮੈਂਟ ਆ ਜਿਹੜੀ ਉਹ
ਉਹਨੂੰ ਜ਼ਿਆਦਾ ਤਰਜੀਹ ਦਿੱਤੀ ਜਾਵੇ ਕੈਸ਼ ਦੀ ਬਜਾਏ। ਜੀ ਪਰ ਕਿਉਂਕਿ ਡਿਜੀਟਲ ਪੇਮੈਂਟ ਤਾਂ ਕੁਝ % ਲੋਕ ਨੇ ਜਿਹੜੇ ਉਹ ਕਰ ਸਕਦੇ ਨੇ, ਕਿਉਂਕਿ ਜਿਹੜੇ ਜਿਨ੍ਹਾਂ ਕੋਲੇ ATM ਨੇ ਜਾਂ ਪੜ੍ਹੇ ਲਿਖੇ ਨੇ, ਪਰ ਜ਼ਿਆਦਾਤਰ ਲੋਕ ਆ ਜਿਹੜੇ ਕੈਸ਼ ਦੀ ਵਰਤੋਂ ਕਰਦੇ ਨੇ। ਇਹ ਇੱਕ ਗੰਭੀਰ ਵਿਸ਼ਾ ਗਾ, ਇਹਦੇ ਤੇ ਪ੍ਰਸ਼ਾਸਨ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਖਤ ਕਦਮ ਹੈ ਜਿਹੜਾ ਉਹ ਚੁੱਕਣਾ ਚਾਹੀਦਾ। ਅਸੀਂ ਵੀ ਇਹ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਤੇ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਵੀ ਇਹ ਗੱਲ ਦਾ ਜਿਹੜਾ ਖਾਸ ਖਿਆਲ ਰੱਖਿਆ ਜਾਵੇ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਜ਼ੀਟਿਵ ਕੇਸ ਨੇ। ਇਸ ਤਰ੍ਹਾਂ ਜਿਵੇਂ DSP ਲੁਧਿਆਣੇ ਦੀ ਜਿਹੜੇ ਹਿਸਾਬ ਦੇ ਕੇ ਗਏ ਨੇ, ਉਹ ਵੀ ਉਹਨਾਂ ਦੀ ਵੀ ਸਬਜ਼ੀ ਮੰਡੀ ਦੇ ਵਿੱਚ ਡਿਊਟੀ ਰਹੀ ਸੀ, ਉਹ ਵੀ ਸ਼ਾਇਦ ਉਹਨਾਂ ਨੂੰ ਉੱਥੋਂ ਨਾ ਹੋਇਆ ਹੋਵੇ, ਖਾਸਾ ਕੀਤਾ ਜਾ ਰਿਹਾ। ਇਸ ਕਰਕੇ ਇਹ ਇੱਕ ਗੰਭੀਰ ਵਿਸ਼ਾ ਗਾ, ਇਹਦੇ ਤੇ ਪ੍ਰਸ਼ਾਸਨ ਨੂੰ ਜਿਹੜੇ ਆਉਣ ਵਾਲੇ ਦਿਨਾਂ 'ਚ ਕਦਮ ਚੁੱਕਣ ਦੀ ਲੋੜ ਆ। ਜੀ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਤੇ ਅਮਨਦੀਪ ਲੱਕੀ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਮਨਦੀਪ, ਸਭ ਤੋਂ ਪਹਿਲਾਂ ਮੌਸਮ ਅੱਜ ਫੇਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਇਹ ਬਿਲਕੁਲ ਮੈਂ ਦੱਸਣਾ ਚਾਹੂੰਗਾ ਕਿ ਜਿਹੜਾ ਮੌਸਮ ਹੈਗਾ ਉਹਨੇ ਆਪਦਾ ਮਿਜ਼ਾਜ ਬਦਲਿਆ ਹੈਗਾ, ਔਰ ਤੁਸੀਂ ਪਹਿਲਾਂ ਗੱਲਾਂ ਕਰਕੇ ਹਟੇ ਹੋ ਕਿ ਰੱਬ ਵੀ ਸਾਥ ਨਹੀਂ ਦੇ ਰਿਹਾ। ਰੱਬ ਨੇ ਇੱਕ ਰੀਸੈਟ ਦਾ ਬਟਨ ਦਿੱਤਾ ਹੈ, ਜੇਕਰ ਬੰਦਾ ਸੁਧਰਦਾ ਤਾਂ ਸੁਧਰਨਾ ਚਾਹੀਦਾ ਉਹਨਾਂ ਬੰਦੇ ਨੂੰ। ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਕਿੰਨੇ ਦਰਖਤ ਵੱਡੇ ਆ, ਕੀ ਕੁਛ ਕੀਤਾ ਹੈਗਾ, ਤੇ ਉਹ এনवायरमेंट ਤੇ ਫਰਕ ਤਾਂ ਪਿਆ ਹੀ ਹੈ। ਲੇਕਿਨ ਹੁਣ ਜਦੋਂ ਸੁਬਾਹ ਉੱਠੀਦਾ ਜਾਂ ਦੁਪਹਿਰੇ ਜਾਂ ਸ਼ਾਮ ਨੂੰ ਜਦੋਂ ਵੀ ਅਸਮਾਨ ਵੱਲ ਵੇਖੀਦਾ ਸਾਫ਼ ਦਿਸਦਾ ਹੈ, ਤਾਂ ਉਹਦੀ ਕੁਦਰਤ ਨੂੰ ਬਿਲਕੁਲ ਨਿਹਾਰੀ ਦਾ ਵੀ ਵਾਕਈ ਰੱਬ ਨੇ ਕੁਦਰਤ ਦੇ ਜਿਹੜੇ ਰੰਗ ਹੈਗੇ ਆ ਉਹ ਦੇਖਣ ਨੂੰ ਸਾਨੂੰ ਜੀ। ਬਾਕੀ ਸਥਿਤੀ ਜਿਹੜੀ ਹੈਗੀ ਆ, ਬੜਾ ਖੁਸ਼ੀ ਹੁੰਦੀ ਹੈ ਕਿ ਜਦੋਂ ਕੋਈ ਬੰਦਾ ਰਿਕਵਰ ਹੁੰਦਾ ਕਰੋਨਾ ਤੋਂ, ਉਹਦਾ ਆਦਰ ਮਾਨ ਸਤਿਕਾਰ ਕੀਤਾ ਜਾਂਦਾ ਹੈ। ਤੁਹਾਡੇ ਇੱਥੇ ਕੀ ਸਥਿਤੀ ਹੈ, ਜਿਹੜੇ ਬੰਦੇ ਲੋਕ ਰਿਕਵਰ ਕਰ ਰਹੇ ਨੇ, ਕਿੰਨੇ ਕੁ ਮਰੀਜ਼ ਰਿਕਵਰ ਕਰ ਰਹੇ ਨੇ? ਦਾਨੇਵਾਲੇ ਸਾਹਿਬ ਬਿਲਕੁਲ ਹੈਪੀ ਨੇ। ਉਹ 3 ਪੇਸ਼ੈਂਟ ਸਾਡੇ ਪੋਜ਼ਿਟਿਵ ਪਾਏ ਗਏ ਸੀਗੇ। ਇੱਕ ਪੇਸ਼ੈਂਟ ਨੂੰ ਛੁੱਟੀ ਦੇਤੀ ਹੈਗੀ ਹੈ ਕੱਲ, ਉਹ ਆਪਣੇ ਘਰੇ ਜਾ ਚੁੱਕਿਆ ਹੈਗਾ, ਔਰ 2 ਦੂਜੇ ਜਿਹੜੇ ਪੇਸ਼ੈਂਟ ਪੋਜ਼ਿਟਿਵ ਪਾਏ ਸੀਗੇ ਉਹਨਾਂ ਦੀ ਸੈਂਪਲਿੰਗ ਹੋ ਗਈ ਹੈਗੀ ਆ। 1-2 ਦਿਨ ਵਿੱਚ ਉਹਨੂੰ ਦਿੱਤੀ ਜਾਊਗੀ, ਔਰ ਇਹਨਾਂ ਤਿੰਨਾਂ ਦੇ ਵਿੱਚ ਕੋਈ ਵੀ ਖਾਂਸੀ ਖੰਘ ਕੁਛ ਵੀ ਨਹੀਂ ਪਾਇਆ ਗਿਆ, ਔਰ ਇਹ ਬਿਲਕੁਲ ਤੰਦਰੁਸਤ ਰਹੇ ਨਾ ਇਹਨਾਂ ਨੂੰ ਕੋਈ ਬਿਮਾਰੀ ਹੋਈ ਹੈ ਕੁਛ ਹੋਈ ਆ। ਲੇਕਿਨ ਇਹਨਾਂ ਦੇ ਕਿਸ ਹਾਲਾਤਾਂ ਦੇ ਵਿੱਚ ਪੋਜ਼ਿਟਿਵ ਆ ਗਏ ਇਹਨਾਂ ਦੇ ਟੈਸਟ, ਇਹ ਆਪ ਹੈਰਾਨ ਨੇ। ਕਿਉਂਕਿ ਸਾਡੀਆਂ ਗੱਲਾਂ ਹੁੰਦੀਆਂ ਇਹਨਾਂ ਨੇ ਫੋਨ ਤੇ, ਔਰ ਇਹ ਆਪ ਕਹਿੰਦੇ ਨੇ ਵੀ ਸਾਡਾ ਯਾਰ ਅਸੀਂ ਤੰਦਰੁਸਤ ਹੈਗੇ ਹਾਂ, ਅਸੀਂ ਬਿਲਕੁਲ ਤੰਦਰੁਸਤ ਬੈਠੇ ਹਾਂ, ਅਸੀਂ ਖਾਣ ਪੀਣ ਵਧੀਆ ਐਕਸਰਸਾਈਜ਼ ਕਰਦੇ ਹਾਂ ਇੱਥੇ ਬੈਠੇ ਵਾਰਡ ਦੇ ਵਿੱਚ। ਪਰ ਇਹ ਆ ਵੀ ਸਾਨੂੰ ਕਿਉਂ ਹੋਇਆ ਜਾਂ ਕਿਵੇਂ ਪੋਜ਼ਿਟਿਵ ਆ ਗਈ, ਇਹ ਸਾਡੇ ਤੋਂ ਸਮਝ ਤੋਂ ਬਾਹਰ ਹੈਗੀ ਹੈ ਜੀ। ਬਾਕੀ ਤੁਹਾਡੇ ਗੱਲ ਸਹੀ ਹੈ ਕਿ ਹੁਣ ਸਰਕਾਰ ਨੇ ਅੱਜ 20 ਤਰੀਕ ਸੀਗੀ, ਬੜੇ ਲੋਕ ਐਂ ਲੱਗਾ ਕਿ ਕਰਫਿਊ ਖੁੱਲ੍ਹ ਜੂਗਾ, ਪਤਾ ਨਹੀਂ ਕੀ ਹੋ ਜੂਗਾ, ਸੜਕਾਂ ਦੇ ਉੱਤੇ ਉਤਰ ਕੇ ਆ ਗਏ। ਅਖੀਰ ਡੰਡਾ ਫਿਰ ਚਲਾਉਣਾ ਪਿਆ ਪ੍ਰਸ਼ਾਸਨ ਨੂੰ। ਇੱਥੇ ਕਿੰਨੀ ਕੁ ਸਥਿਤੀ ਜਿਹੜੀ ਹੈਗੀ ਲੋਕਾਂ ਦਾ ਆਵਾਜਾਈ ਬੜੀ ਡਿਸਟਰਬ ਕਰ ਰਹੀ ਹੈ, ਕਿਉਂਕਿ ਅਸਲ ਦੇ ਵਿੱਚ ਮੈਂ ਗੱਲ ਜਿਹੜੇ ਕਈ ਬੰਦਿਆਂ ਦੇ ਅੱਜ ਮੈਂ ਪੜ੍ਹ ਰਿਹਾ ਸੀਗਾ ਨੋਟਿੰਗਸ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹ ਕਹਿੰਦੇ ਕਿ ਲੋਕਡਾਊਨ ਤੋਂ ਬਾਅਦ ਜਿਹੜੀ ਸਥਿਤੀ ਪੈਦਾ ਹੋਊਗੀ ਉਹਨੂੰ ਸੰਭਾਲਣਾ ਔਖਾ ਹੋ ਜਾਣਾ। ਬਿਲਕੁਲ ਦਾਨੇਵਾਲੇ ਸਾਹਿਬ, ਇੱਥੇ ਗੱਲ ਕਰਨੀ ਬਣਦੀ ਹੈ ਇੱਥੇ ਜ਼ਰੂਰ ਕਿ ਜਿਸ ਤਰੀਕੇ ਨਾਲ ਮੁੰਬਈ ਦੇ ਵਿੱਚ ਹੁਣ 51 ਪੱਤਰਕਾਰ ਹੈਗੇ, ਜਿਹੜੇ ਫੀਲਡ ਪੱਤਰਕਾਰ ਹੈਗੇ, ਜਿਹੜੇ ਉਹਨਾਂ ਦੇ ਟੈਸਟ ਹੋ ਰਹੇ ਹੈਗੇ ਆ, ਹਨਾ, ਪੋਜ਼ਿਟਿਵ ਆ ਉਹਨਾਂ ਦੇ 51 ਦੇ ਪੋਜ਼ਿਟਿਵ। ਔਰ ਅਸੀਂ ਲੋਕਾਂ ਨੂੰ ਵਾਰ-ਵਾਰ ਅਪੀਲ ਕਰਦੇ ਹੈਗੇ ਆ ਕਿ ਪੁਲਿਸ ਪੱਤਰਕਾਰ ਜਿਨ੍ਹਾਂ ਦਾ ਨਹੀਂ ਸਰਦਾ ਹੈਗਾ, ਜਿਹੜਾ ਆਪਦੇ ਆਫਿਸ ਤੋਂ ਆਪਦੇ ਘਰਾਂ ਤੋਂ ਬਾਹਰ ਫੀਲਡ 'ਚ ਫਿਰਦੇ, ਸਾਨੂੰ ਕਵਰੇਜ ਤੁਹਾਡੀ ਲੋਕਾਂ ਦੀ ਗੱਲ ਪਹੁੰਚਾਉਣੀ ਪੈਣੀ ਹੈ ਪ੍ਰਸ਼ਾਸਨ ਤੱਕ। ਅਸੀਂ ਗੱਲ ਕਵਰੇਜ ਕਰ ਰਹੇ ਹੈਗੇ ਆ, ਲੇਕਿਨ ਲੋਕ ਆ ਬੇਤੁਕੇ ਜਿਨ੍ਹਾਂ ਦਾ ਕੋਈ ਕੰਮ ਨਹੀਂ ਹੈ ਰੋਡ ਦੇ ਉੱਤੇ, ਉਹ ਰੋਡ ਤੇ ਆ ਕੇ ਤਮਾਸ਼ਾ ਵੇਖ ਰਿਹਾ ਵੀ ਸ਼ਹਿਰ ਦੇ ਵਿੱਚ ਕਿਹੜੀ ਦੁਕਾਨ ਖੁੱਲੀ ਹੈ ਕਿਹੜੀ ਬੰਦ ਹੈ। ਕਈ ਦੁਕਾਨਾਂ ਵੈਸੇ ਹੀ ਅੱਜ ਓਪਨ ਕਰ ਦਿੱਤੀਆਂ ਗਈਆਂ ਬਗੈਰ ਤੋਂ। ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਨੂੰ ਸਖਤ ਐਕਸ਼ਨ ਲਿਆਉਣਾ ਪਿਆ, ਔਰ ਐਕਸ਼ਨ ਦੇ ਵਿੱਚ ਉਹਨਾਂ ਨੇ ਪ੍ਰਸ਼ਾਸਨ ਨੇ ਦੁਕਾਨਾਂ ਬੰਦ ਕਰਵਾਈਆਂ ਇਹ ਸਾਰੀਆਂ। ਜੀ। ਅੱਛਾ ਲੱਕੀ, ਮੈਂ ਤੁਹਾਨੂੰ ਵਧਾਈ ਵੀ ਦਿੰਦਾ, ਤੇ ਤੁਸੀਂ ਕਹਿੰਦੇ ਪੱਤਰਕਾਰਤਾ ਦੇ ਨਾਲ ਅੱਜ ਤੁਹਾਡਾ ਗੀਤ ਵੀ ਇੱਕ ਰਿਲੀਜ਼ ਹੋਇਆ, ਉਸ ਬਾਰੇ ਥੋੜੀ ਜਿਹੀ ਜਾਣਕਾਰੀ ਦਿਓ। ਦੇਖੋ ਦਾਨੇਵਾਲੀਆ ਸਾਹਿਬ, ਮੈਂ ਸ਼ੁਰੂ ਤੋਂ ਸੱਭਿਆਚਾਰਕ ਖੇਤਰ ਦੇ ਨਾਲ ਜੁੜਿਆ ਹੋਇਆ, ਔਰ ਮੈਂ ਮਤਲਬ ਭੰਗੜੇ ਦਾ ਯੂਨੀਵਰਸਿਟੀ ਦਾ ਬੈਸਟ ਪਲੇਅਰ ਰਿਹਾ ਹੈਗਾ, ਔਰ ਮੇਰਾ ਮਨ ਦੇ ਵਿੱਚ ਸੀ, ਮੈਂ ਗਾਉਂਦਾ ਤਾਂ ਅਕਸਰ ਮਹਿਫਲਾਂ ਦੇ ਵਿੱਚ ਰਹਿੰਦਾ ਸੀਗਾ, ਲੇਕਿਨ ਮੇਰੇ ਮਨ ਦੇ ਵਿੱਚ ਸੀ ਵੀ ਕਿਤੇ ਨਾ ਕਿਤੇ ਕੁਛ ਰਿਕਾਰਡ ਕਰਵਾਵਾਂ। ਪਰ ਇਹ ਆ ਵੀ ਦੇਖੋ, ਮੈਂ ਟੂ ਬੀ ਵੈਰੀ ਫਰੈਂਕਲੀ, ਮੈਂ ਇਸ ਗੱਲ ਨੂੰ ਮੇਰੇ ਮਨ ਇਹ ਗੱਲ ਹੈਗੀ ਆ ਕਿ ਮੈਂ ਆਪਦੀ ਮੌਤ ਦੇ ਡਰ ਤੋਂ ਪਤਾ ਨਹੀਂ ਕਿਉਂ ਕੱਲ ਜੀਣਾ ਕਿ ਮਰਨਾ, ਲੇਕਿਨ ਮੈਂ ਨਿਰਪੱਖ ਔਰ
ਕਿਉਂਕਿ ਮੈਂ ਸੇਵਾ ਕਰ ਰਿਹਾ, ਮੈਂ ਫੀਲਡ ਦੇ ਵਿੱਚ ਮੁਕਤ ਕਰ ਰਿਹਾ, ਮੈਂ ਹਰੇਕ ਗੱਲ ਪ੍ਰਸ਼ਾਸਨ ਤੱਕ ਪਬਲਿਕ ਦੀ ਪਹੁੰਚਾ ਰਿਹਾ, ਮੈਂ ਹਰ ਇੱਕ ਕਵਰੇਜ ਕਰ ਰਿਹਾ, ਬਿਲਕੁਲ ਵੀ ਡਰ ਰਿਹਾ ਇਸ ਬਿਮਾਰੀ ਤੋਂ। ਔਰ ਮੈਂ ਇਸ ਬਿਮਾਰੀ ਤੋਂ ਡਰਦਿਆਂ ਹੋਇਆ ਮੇਰੇ ਮਨ ਦੇ ਵਿੱਚ ਇੱਕ ਜਜ਼ਬਾ ਆਇਆ ਕਿ ਮਨ ਦੇ ਵਿੱਚ ਇੱਕ ਸੁਪਨਾ ਸੀਗਾ ਕਿ ਮੈਂ ਇੱਕ ਕੋਈ ਨਾ ਕੋਈ ਦੂਰ ਕਰਾਉਣਾ ਹੈਗਾ। ਫਿਰ ਮੇਰੇ ਵੱਡੇ ਵੀਰ ਨੇ ਹਰਿੰਦਰ ਸੰਧੂ, ਮਾਲਵੇ ਦੇ ਪ੍ਰਸਿੱਧ, ਪੰਜਾਬ ਦੇ, ਮੈਂ ਕਹੂੰਗਾ ਪੂਰੇ ਵਰਲਡ ਦੇ ਇੱਕ ਸਾਫ਼ ਸੁਥਰੀ ਗਾਇਕੀ ਲੋਕਾਂ ਅੱਗੇ ਪੇਸ਼ ਕਰਦੇ, ਕਿਉਂਕਿ ਉਹਨਾਂ ਦੇ ਗਾਣੇ ਉਹਨਾਂ ਦੇ ਲਿਖੇ ਗਾਣੇ ਵੀ ਇਹੋ ਜਿਹੇ ਆ ਇਹ ਸਾਰਾ ਟੱਬਰ ਬੈਠ ਕੇ ਉਹਨਾਂ ਦੇ ਗਾਣੇ ਸੁਣ ਸਕਦੇ ਹੋ। ਪਰ ਬਹੁਤ ਪਰਿਵਾਰਕ ਗੀਤ ਗਾਉਂਦੇ ਹਰਿੰਦਰ ਸੰਧੂ, ਉਹਨਾਂ ਨੇ ਮੈਨੂੰ ਇਹ ਪ੍ਰੇਰਿਤ ਕੀਤਾ, ਮੈਨੂੰ ਆਂਦੇ ਕਹਿੰਦੇ ਮੈਂ ਤੈਨੂੰ ਲਾਈਨਾਂ ਲਿਖ ਕੇ ਦਿੰਦਾ, ਔਰ ਉਹਨਾਂ ਨੇ ਮੈਨੂੰ ਲਿਖ ਕੇ ਦਿੱਤੀਆਂ ਔਰ ਮੈਂ ਸਟੂਡੀਓ ਦੇ ਵਿੱਚ ਜਾ ਕੇ ਰਿਕਾਰਡ ਕਰਾਂ। ਉਸ ਤੋਂ ਬਾਅਦ ਗਾਣਾ ਜਿਹੜਾ ਹੈਗਾ ਆ ਗਿਆ ਹੈਗਾ ਨੈਟ ਦੇ ਉੱਤੇ, ਔਰ ਮੈਨੂੰ ਆਸ ਆ ਮੈਨੂੰ ਲੋਕ ਬਹੁਤ ਜ਼ਿਆਦਾ ਰਿਸਪੌਂਸ ਦੇ ਰਹੇ ਹੈਗੇ ਆ। ਪਰ ਮੈਨੂੰ ਹੁਣ ਤੱਕ ਮੈਨੂੰ ਇਹ ਸੀਗਾ ਵੀ ਮੈਂ ਸ਼ੌਂਕ ਪੂਰਿਆ, ਪਰ ਮੈਨੂੰ ਹੁਣ ਜਿਸ ਤਰੀਕੇ ਨਾਲ ਰਿਸਪੌਂਸ ਮਿਲ ਰਿਹਾ ਹੈਗਾ ਔਰ ਤੁਹਾਡੇ ਵੀ ਦਰਸ਼ਕਾਂ ਨੂੰ ਮੈਂ ਕਹੂੰਗਾ ਕਿ ਮੈਨੂੰ ਸੁਜੈਸ਼ਨਾਂ ਦਿੱਤੀਆਂ ਜਾਣ ਵੀ ਮੈਂ ਕਿਵੇਂ ਆ, ਔਰ ਤੁਸੀਂ ਵੀ ਜੋ ਗਾਈਡਲਾਈਨ ਦਿਓਗੇ ਮੈਂ ਤੁਹਾਡੇ ਨਾਲ ਜੀ ਬਿਲਕੁਲ ਮੈਂ ਕੋਸ਼ਿਸ਼ ਕਰੂੰਗਾ ਤੁਸੀਂ ਮੈਨੂੰ ਉਹ ਗਾਣਾ ਭੇਜ ਦਿਓ ਤੇ ਮੈਂ ਪੇਜ ਦੇ ਉੱਤੇ ਵੀ ਸ਼ੇਅਰ ਕਰੂੰਗਾ। ਸ਼ੁਕਰੀਆ ਤੁਹਾਡਾ, ਮਿਹਰਬਾਨੀ। ਤੇ ਆਪਾਂ ਹੁਣ ਫਿਰੋਜ਼ਪੁਰ ਚੱਲੀਏ ਜੀ, ਗੁਰਦਰਸ਼ਨ ਸੰਧੂ ਜੀ ਸਾਡੇ ਨਾਲ ਨੇ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ, ਦੇਖੋ ਬੜੀ ਸਥਿਤੀ ਆਪਾਂ ਗੱਲ ਕਰੀਏ ਪੱਤਰਕਾਰਾਂ ਦੀ ਤੇ ਪੁਲਿਸ, ਬਿਲਕੁਲ ਇਹਦੀ ਬੜੀ ਸਥਿਤੀ ਬੜੀ ਨਾ ਫਸਵੀਂ ਜੀ ਹੋ ਜਾਂਦੀ ਹੈ। ਪੱਤਰਕਾਰ ਜਦੋਂ ਕਹਿੰਦੇ ਕਿਸੇ ਤੋਂ ਕੋਈ ਫਸਿਆ ਹੁੰਦਾ ਹੈ ਤਾਂ ਉਹ ਪੱਤਰਕਾਰਾਂ ਨੂੰ ਕਹਿ ਦਿੰਦਾ ਹੈ ਵੀ ਯਾਰ ਮਦਦ ਕਰੋ, ਬਿਲਕੁਲ ਨਹੀਂ ਤਾਂ ਕਹਿ ਦਿੰਦੇ ਕਿ ਇਹ ਬਲੈਕਮੇਲਰ ਨੇ। ਬਿਲਕੁਲ ਬਿਲਕੁਲ ਇਹੀ ਹਾਲਾਤ ਪੁਲਿਸ ਦੇ ਨੇ ਕਿ ਪੁਲਿਸ ਦਾ ਅੱਜ ਦੀ ਘੜੀ ਜਾਂ ਵੈਸੇ ਵੀ ਦੇਖੀਏ ਤਾਂ ਸਾਰੀ ਪੁਲਿਸ ਮਾੜੀ ਨਹੀਂ ਹੈਗੀ। ਰਾਤ ਨੂੰ ਜਾਗਦੇ ਨੇ, ਹੋਰ ਕਰਦੇ ਨੇ, ਸਾਡੀ ਸੇਵਾ ਕਰਦੇ ਨੇ, ਠੀਕ ਹੈ। ਸਾਡੇ ਲਈ ਹੁਣ ਜਿਸ ਢੰਗ ਦੇ ਨਾਲ ਲੱਗੇ ਹੋਏ ਨੇ, ਦੇਖੋ ਨਾਕਿਆਂ ਦੇ ਉੱਤੇ ਸਾਰੇ ਪ੍ਰਾਈਵੇਟ ਡਾਕਟਰ ਤੱਕ ਭੱਜ ਗਏ ਨੇ, ਸਰਕਾਰੀ ਨਰਸਾਂ ਤੇ ਸਰਕਾਰੀ ਡਾਕਟਰ ਸੇਵਾ ਕਰ ਰਹੇ ਨੇ, ਜਿਨ੍ਹਾਂ ਦੇ ਕੋਲੇ ਅਸੀਂ ਕਿਤੇ ਕਹਿੰਦੇ ਸੀ ਸਰਕਾਰੀ ਹਸਪਤਾਲ ਕੀ ਲੈਣ ਜਾਣਾ ਸੀ। ਇਸੇ ਤਰ੍ਹਾਂ ਪੁਲਿਸ ਨਾਕਿਆਂ ਤੇ ਖੜੀ ਹੈ, ਪਤਾ ਨਹੀਂ ਕਿੰਨੇ ਲੋਕਾਂ ਦਾ ਜਿਹੜਾ ਉਹ ਉਹਨਾਂ ਦੇ ਮੂੰਹ ਸੁੰਘਦੀ ਹੈ ਜਾਂ ਉਹਨਾਂ ਦਾ ਗੱਲ ਕਰਦੀ ਹੈ, ਹੋਰ ਕਰਦੀ ਹੈ। ਪਰ ਤੁਹਾਡੇ ਫਿਰੋਜ਼ਪੁਰ ਜਿਹੜੀ ਘਟਨਾ ਵਾਪਰੀ ਹੈ ਉਹ ਕਿਉਂ ਵਾਪਰੀ ਹੈ ਜੀ, ਕੀ ਹੋਇਆ ਸਾਰਾ ਮਾਮਲਾ? ਹਾਂ ਬਿਲਕੁਲ ਧੰਨਵਾਦ ਸਾਹਿਬ। ਇੱਥੇ ਜਿਹੜਾ ਹੈਗਾ ਸਾਡੇ ਫਿਰੋਜ਼ਪੁਰ ਬਗਦਾਦੀ ਗੇਟ ਉੱਥੇ ਸਿਰਕੀ ਬਾਜ਼ਾਰ ਹੈ, ਤਾਂ ਉੱਥੇ ਦੁਕਾਨਾਂ ਖੁੱਲੀਆਂ ਸੀ। SHO ਜਿਹੜੇ ਫਿਰੋਜ਼ਪੁਰ ਦੇ ਹੈਗੇ ਨੇ ਉਹਨਾਂ ਨਾਲ ਗੱਲਬਾਤ ਹੋਈ ਸੀਗੀ, ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਕਾਫੀ ਵਾਰ ਜਿਹੜਾ ਹੈ ਮਨੋਜ ਕੁਮਾਰ ਜੀ ਦਾ ਕਹਿਣਾ ਸੀਗਾ ਸਿਟੀ ਥਾਣੇ ਦੇ ਜਿਹੜੇ ਮੁਖੀ ਨੇ ਕਿ ਇਹਨਾਂ ਨੂੰ ਕਾਫੀ ਵਾਰ ਕਿਹਾ ਸੀਗਾ ਵੀ ਦੁਕਾਨਾਂ ਨਾ ਖੋਲੋ, ਪਰ ਇਹ ਭੀੜ ਕਰਕੇ ਰੱਖਦੇ ਸੀਗੇ, ਉੱਥੇ ਰਸ਼ ਪੈਂਦਾ ਸੀਗਾ। ਤੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਦੋਂ ਇਹ ਨਹੀਂ ਹਟੇ, ਫਿਰ ਸਾਡੀ ਜਦੋਂ ਪੁਲਿਸ ਟੀਮ ਉੱਥੇ ਗਈ ਹੈ ਰੋਕਣ ਵਾਸਤੇ ਇਹਨਾਂ ਨੂੰ, ਤਾਂ ਅੱਗਿਓਂ ਜਿਹੜੀਆਂ ਉਹਨਾਂ ਦੀਆਂ ਲੇਡੀਜ਼ ਸੀਗੀਆਂ ਜਾਂ ਬੰਦੇ ਹੋਰ ਉਹਨਾਂ ਦੇ ਸੀਗੇ ਦੁਕਾਨਦਾਰ ਜਿਹੜੇ, ਉਹ ਪੁਲਿਸ ਪਾਰਟੀ ਦੇ ਹੀ ਗਲ ਪੈ ਗਏ। ਤੇ ਜਦੋਂ ਕਿ ਹਾਂਜੀ ਕਾਫੀ ਉਹ ਵੀਡੀਓ ਵੀ ਵਾਇਰਲ ਹੋਈ ਹੈ ਸਾਰੇ ਚੈਨਲ ਤੇ, ਸਾਰੇ ਜਿਹੜਾ ਸੋਸ਼ਲ ਮੀਡੀਆ ਤੇ ਵੀ ਚੱਲੀ ਹੈ। ਤੇ ਹੁਣ ਪੁਲਿਸ ਦਾ ਜਿਹੜਾ ਹੈਗਾ ਰੋਕ ਬਚਾਏ, ਪੁਲਿਸ ਨੂੰ ਪਹਿਲਾਂ ਜਿਵੇਂ ਮਰਜ਼ੀ ਸਮਝਿਆ ਜਾਂਦਾ ਸੀ, ਪਰ ਫਿਲਹਾਲ ਪੁਲਿਸ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ, ਤਾਂ ਸਾਨੂੰ ਵੀ ਸਪੋਰਟ ਕਰਨਾ ਬਣਦਾ ਪੁਲਿਸ ਨੂੰ। ਉੱਥੇ ਜਿਹੜੀ ਇਹੋ ਜਿਹੀਆਂ ਘਟਨਾ ਹੋਣੀਆਂ ਕਿਤੇ ਨਾ ਕਿਤੇ, ਉਹ ਲੋਕ ਜਿਹੜੇ ਆ ਉਹ 1 ਮਹੀਨਾ ਹੋ ਗਿਆ ਉਹਨਾਂ ਨੂੰ ਘਰਾਂ 'ਚ ਤੜਿਆ ਹੋਇਆਂ ਨੂੰ, ਥੋੜਾ ਜਿਹਾ ਪੁਲਿਸ ਵੀ ਪੇਸ਼ੈਂਸ ਦੇ ਨਾਲ ਪੇਸ਼ ਆਵੇ। ਫਿਲਹਾਲ ਕੋਈ ਪਰਚਾ ਦਰਜ ਨਹੀਂ ਕੀਤਾ ਇਸ ਕੇਸ ਦੇ ਵਿੱਚ। SHO ਨੇ ਕਿਹਾ ਸੀਗਾ ਕਿ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤੀ ਹੈ ਵੀ ਤੁਸੀਂ ਜੋ ਕਰ ਲਿਆ ਠੀਕ ਹੈ, ਅੱਗੇ ਤੋਂ ਜੇ ਤੁਸੀਂ ਕੋਈ ਇਹੋ ਜਿਹੀ ਹਰਕਤ ਕੀਤੀ ਜਾਂ ਦੁਕਾਨ ਖੋਲੀ ਤਾਂ ਫਿਰ ਮਾਮਲਾ ਦਰਜ ਜਿਹੜਾ ਅਸੀਂ ਕਰਾਂਗੇ। ਫਿਲਹਾਲ ਮਾਮਲਾ ਦਰਜ ਨਹੀਂ ਕੀਤਾ, ਪਰ ਜਿਹੜੀ ਉਹ ਵੀਡੀਓ ਵਾਇਰਲ ਹੋਈ ਕਿਵੇਂ ਧੱਕਾ ਮੁੱਕੀ ਸਾਰਾ ਕੁਝ ਹੋ ਰਿਹਾ, ਲੇਡੀਜ਼ ਜਿਹੜੀਆਂ ਉਹ ਇੱਟੇ ਰੋੜੇ ਫੜ ਕੇ ਪੁਲਿਸ ਵੱਲ ਨੂੰ ਜਿਹੜਾ ਮਾਰਦੀਆਂ ਪਈਆਂ ਨੇ, ਮਾੜੀ ਘਟਨਾ ਹੈ। ਪੁਲਿਸ ਦਾ ਪਹਿਰਾ ਜਿਹੜਾ ਉਹ ਦਿਨ ਰਾਤ ਹੈਗਾ, ਪੁਲਿਸ ਵਾਲੇ ਪੂਰੀ ਮਿਹਨਤ ਕਰ ਰਹੇ ਆ, ਤਾਂ ਸਾਨੂੰ ਪਬਲਿਕ ਨੂੰ ਸਪੋਰਟ ਕਰਨਾ ਬਣਦਾ ਹੈ ਕਿਉਂਕਿ ਸਾਡੀ ਜ਼ਿੰਦਗੀ ਦਾ ਮਸਲਾ ਹੈ, ਇਹ ਸਾਡੀ ਜ਼ਿੰਦਗੀ ਨਾਲ ਜੁੜਿਆ ਹੋਇਆ ਮਸਲਾ। ਜੇ ਪੁਲਿਸ ਤੇ ਪ੍ਰਸ਼ਾਸਨ ਥੋੜੀ ਸਖਤੀ ਕਰਦੀ ਹੈ ਤਾਂ ਸਾਨੂੰ ਬਚਾਉਣ ਲਈ ਕਰਦੀ ਹੈ, ਨਹੀਂ ਤਾਂ ਇਹ ਵਾਇਰਸ ਜਿਹੜਾ ਹੈ ਜੇ ਜ਼ਿਆਦਾ ਫੈਲਦਾ ਹੈ ਤਾਂ ਹਰ ਘਰ ਦੇ ਵਿੱਚ ਅੱਗ ਪਹੁੰਚੂਗੀ। ਅਜੇ ਇਹ ਦੂਜੀਆਂ ਸਟੇਟਾਂ ਦੇ ਵਿੱਚ ਜਾਂ ਕਿਸੇ ਹੋਰ ਜ਼ਿਲ੍ਹਿਆਂ ਦੇ ਵਿੱਚ ਹੈਗੀ ਆ ਤਾਂ ਸਾਨੂੰ ਬਸੰਤਰ ਲੱਗਦਾ, ਜਦੋਂ ਅੱਗ ਸਾਡੇ ਘਰੇ ਆ ਗਈ ਫਿਰ ਇਹ ਸਾਨੂੰ ਅੱਗ ਲੱਗੇਗੀ। ਸਾਨੂੰ ਸੋਚਣਾ ਚਾਹੀਦਾ ਜੀ, ਪੁਲਿਸ ਦਾ ਸਹਿਯੋਗ ਦੇਣਾ ਬਣਦਾ ਸਾਡਾ। ਅੱਛਾ ਇੱਕ ਚੀਜ਼ ਦੱਸੋ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀਗਾ, ਮੈਂ ਹੁਣੇ ਗੱਲ ਕਰਕੇ ਟਿਆ, ਦੇਖੋ ਕਰੋਨਾ ਹੈ, ਅਫਰੀਕਾ ਤੋਂ ਬੜੀ ਤਕੜੀ ਖਬਰ ਆ ਰਹੀ ਹੈ, ਬੜੀ ਦਰਦਨਾਕ ਖਬਰ ਆ ਰਹੀ ਹੈ। 300 ਡਾਕੂ ਇੱਕ ਪਿੰਡ ਨੂੰ ਪੈਂਦੇ ਨੇ, ਲੁੱਟਦੇ ਨੇ, ਜ਼ਰੂਰੀ ਵਸਤਾਂ ਲੁੱਟ ਕੇ ਲੈ ਜਾਂਦੇ ਨੇ। ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਕਰਫਿਊ ਹੈ, ਚੋਰੀਆਂ ਵੱਧ ਰਹੀਆਂ ਨੇ। ਕਿਆ ਮੰਨ ਰਹੇ ਆਪਾਂ ਕਿ ਨਸ਼ੇ ਦੀ ਚੇਨ ਟੁੱਟੀ ਹੈ, ਪਰ ਨਸ਼ੇ ਦੀ ਸਪਲਾਈ ਹਜੇ ਵੀ ਜਾਰੀ ਹੈ। ਆਪਣੇ ਕੋਲੇ ਵੀਡੀਓ ਉਪਲਬਧ ਹੈ, ਰੇਡੀਓ ਪੰਜਾਬ ਟੁਡੇ ਦੇ YouTube ਚੈਨਲ ਦੇ ਉੱਤੇ ਪਈ ਹੈ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਤੁਹਾਡੇ ਵੱਲੋਂ ਹੀ ਭੇਜੀ ਗਈ ਹੈ। ਧੰਨਵਾਦ ਸਾਹਿਬ, ਜਿਸ ਦਿਨ ਲੋਕਡਾਊਨ ਹੁੰਦਾ ਹੈ
ਉਸ ਦਿਨ ਮੈਂ ਸ਼ਹੀਦ ਭਗਤ ਸਿੰਘ ਹੁਣਾਂ ਦੀ ਸਮਾਧ ਤੇ ਹੁਸੈਨੀ ਵਾਲੇ ਸੀ, ਤਾਂ ਮੇਰੇ ਲੱਗ 2 CID ਦੇ ਮੁਲਾਜ਼ਮ ਵੀ ਖੜੇ। ਮੈਨੂੰ ਇੱਕ ਲੇਡੀ ਦਾ ਫੋਨ ਆਉਂਦਾ ਪਿੰਡ ਅੱਕੂ ਵਾਲਾ ਹਿਠਾੜ ਉਹਨੂੰ ਕਹਿੰਦੇ, ਉੱਥੋਂ ਫੋਨ ਆਉਂਦਾ। ਉਹ ਵਿਚਾਰੀ ਰੋਈ, ਕਹਿੰਦੀ ਮੇਰੇ ਘਰ ਵਾਲਾ 2 ਕਹਿੰਦੀ ਗੱਟੇ ਕਣਕ ਦੇ ਸਾਨੂੰ ਸਰਕਾਰੋਂ ਮਿਲੇ ਸੀਗੇ ਤੇ 1 ਗੱਟਾ ਕਣਕ ਦਾ ਉਹ ਵੇਚ ਆਇਆ, ਹੁਣ ਸਾਡੇ ਘਰੇ ਇੱਕੋ ਗੱਟਾ ਕਣਕ ਦਾ ਰਹਿ ਗਿਆ, ਹੋਰ ਕੁਝ ਵੀ ਖਾਣ ਨੂੰ ਨਹੀਂ ਆ। ਤਾਂ ਵੀਰ ਤੁਸੀਂ ਸਾਡੇ ਇਲਾਕੇ ਦਾ ਕੁਝ ਕਰੋ। ਪੱਲਾ ਮੇਗਾ ਹੋਇਆ, ਮੁੱਠਿਆਂ ਵਾਲਾ, ਜਿਹੜਾ ਜਿੰਨੇ ਵੀ ਹੈ ਦਰਿਆ ਦੇ ਨਾਲ ਪਰਲਾ ਇਲਾਕਾ ਆ ਜਾਂਦਾ। ਭਲਾਈ ਦਾਨੇਵਾਲੇ ਸਾਹਿਬ ਅਜੇ ਵੀ ਪੂਰੀ ਹੈ। ਜਿਹੜੀ ਇਹ ਵੀਡੀਓ ਆਪਣੇ ਕੋਲੇ ਆਈ ਹੈ, ਇਹ ਵੀਡੀਓ ਤੁਸੀਂ ਦੇਖੋ, ਉਹਨਾਂ ਲੋਕਾਂ ਨੇ ਅੱਕ ਕੇ ਬਣਾਈ ਹੈ। ਉਹਨਾਂ ਨੇ ਅੱਕ ਕੇ ਕਿਉਂ ਬਣਾਈ ਹੈ? ਕਿਉਂਕਿ ਵਿੱਚ ਉਹ ਬੋਲਦੇ ਸੁਣਦੇ ਨੇ ਕਿ ਤੁਸੀਂ ਸਾਡੀ ਕਣਕ ਨੂੰ ਅੱਗ ਲਾ ਦੇਣੀ ਹੈ। ਹੁਣ ਉਹ ਇੱਥੇ ਸੋਕਰ ਨਹਿਰ, ਇੱਕ ਰੋਪੜ ਨਹਿਰ ਵੀ ਕਹਿੰਦੇ, ਉਹਨੂੰ ਸੋਕੜ ਵੀ ਕਹਿੰਦੇ ਆ। ਅਟਾਰੀ ਪਿੰਡ ਜਿਹੜਾ ਫਿਰੋਜ਼ਪੁਰ ਟੂ ਮੱਲਾ ਵਾਲਾ ਰੋਡ ਆ, ਉੱਥੇ ਅਟਾਰੀ ਪਿੰਡ ਆ, ਉੱਥੇ 2 ਨਹਿਰਾਂ ਪੈਂਦੀਆਂ। ਇੱਕ ਬੂਟੇਵਾਲ ਸਿੱਧੀ ਜਿਹੜੀ ਹਰੀਕੇ ਹੈਡ ਤੋਂ ਨਿਕਲਦੀ ਹੈ ਤੇ ਸਾਰੇ ਏਰੀਏ ਨੂੰ ਪਾਣੀ ਦਿੰਦੀ ਹੋਈ ਫਿਰੋਜ਼ਪੁਰ ਆ ਕੇ ਸਮਾਪਤ ਹੁੰਦੀ ਹੈ। ਇਹ ਸੁੰਨੀਆਂ ਥਾਵਾਂ ਤੇ ਆ ਕੇ ਡੇਲੀ ਸ਼ਰਾਬ ਦੀਆਂ ਟਿਊਬਾਂ ਸ਼ਰੇਆਮ ਸਵੇਰ ਤੋਂ ਲੈ ਕੇ ਹੀ ਲੋਕ ਜਿਹੜੇ ਆ ਉਹ ਇੱਥੇ ਵੇਚਣਾ ਸ਼ੁਰੂ ਕਰ ਦਿੰਦੇ ਆ। ਸਵੇਰ ਤੋਂ ਲੈ ਕੇ ਹੀ ਇਹਨਾਂ ਪਿੰਡਾਂ ਨੂੰ ਪੱਲਾ ਹੋ ਗਿਆ ਜਾਂ ਹੋਰ ਇਸ ਏਰੀਏ ਦੇ ਜਿੰਨੇ ਵੀ ਪਿੰਡ ਨੇ, ਮੁੱਠਿਆਂ ਵਾਲਾ ਤੱਕ ਵਾਕਾ ਮੋੜਦੇ ਆ, ਜੋ ਵੀਡੀਓ ਦੇ ਵਿੱਚ ਬੋਲਦੇ ਪਏ। ਮੁੱਠਿਆਂ ਵਾਲਾ ਜਿੱਥੇ ਆਪਾਂ ਗਏ ਵੇ ਸੀ ਉਦੋਂ ਵੰਡ ਕੇ ਆਏ ਸੀਗੇ, ਰਾਹਤ ਵੰਡ ਕੇ ਆਏ ਸੀਗੇ। ਸਾਰੇ ਏਰੀਏ ਦੇ ਵਿੱਚ ਜਿਹੜਾ ਨਸ਼ਾ ਸਵੇਰ ਤੋਂ ਜਨਾਨੀਆਂ ਪਿੱਟਦੀਆਂ ਨੇ, ਬਹੁਤ ਫੋਨ ਆਉਂਦੇ ਨੇ ਮੈਨੂੰ। 3-4 ਜਨਾਨੀਆਂ ਜਿਨ੍ਹਾਂ ਨੇ ਪਤਾ ਨਹੀਂ ਕਿਸ ਵੇਲੇ ਦੇ ਮੇਰੇ ਨੰਬਰ ਲਏ ਹੋਏ ਨੇ, ਉਹਨਾਂ ਦੇ ਫੋਨ ਤਾਂ ਤਕਰੀਬਨ ਆਏ ਰਹਿੰਦੇ ਨੇ। ਤੇ ਇੱਕ ਦੇ ਤਾਂ 2-3 ਭਰਾ ਮਰ ਗਏ, 2 ਦੇ ਮੁੰਡੇ ਮਰ ਗਏ, ਇੱਕ ਰਹਿ ਗਿਆ ਉਹਦੇ ਘਰੇ ਮੁੰਡਾ, ਤੇ ਉਹ ਕਹਿੰਦੀ ਵੀ ਉਹ ਵੀ ਨਸ਼ਾ ਕਰਦਾ ਤੇ ਸਾਡੇ ਘਰੇ ਕਹਿੰਦੀ ਭਾਂਡਾ ਵੀ ਕੋਈ ਨਹੀਂ ਰਹਿਣ ਦਿੱਤਾ ਉਹਨੇ। ਓਏ ਹੋਏ ਹੋਏ। ਠੀਕ ਹੈ, ਇਹ ਹਾਲਾਤ ਨੇ। ਠੀਕ ਹੈ, ਪੁਲਿਸ ਨੇ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਆ ਵੀ ਚੇਨ ਟੁੱਟੀ ਆ। ਕਰੋਨਾ ਦੇ ਨਾਲ ਵੀ ਉਹਨਾਂ ਦਾ ਬਿਆਨ ਆਇਆ ਸੀ ਵੀ ਨਸ਼ੇ ਦੀ ਚੇਨ ਟੁੱਟੀ ਆ, ਪਰ ਇਸ ਪਾਸੇ ਕਿਸੇ ਨੇ ਧਿਆਨ ਨਹੀਂ ਦਿੱਤਾ। STF ਦੇ ਵੱਡੇ ਅਫਸਰਾਂ ਨੂੰ ਮੈਂ ਖੁਦ ਮੈਸੇਜ ਕੀਤੇ ਹੋਏ ਨੇ ਕਿ ਇਸ ਇਲਾਕੇ ਦੇ ਵਿੱਚ ਥੋੜਾ ਧਿਆਨ ਦਿਓ, ਕਿਉਂਕਿ ਜੇ ਚਲੋ ਬਾਕੀ ਤੁਸੀਂ ਕਹਿੰਦੇ ਹੋ ਚੇਨ ਟੁੱਟੀ ਤੇ ਫਿਰ ਤਾਂ ਕੱਲਾ ਫਿਰੋਜ਼ਪੁਰ ਦਾ ਇਹ ਵਾਲਾ ਏਰੀਆ ਰਹਿ ਗਿਆ, ਇੱਥੇ ਤੋਂ ਆਪਾਂ ਸਪਲਾਈ ਘਟਾਈ ਸਕਦੇ ਹਾਂ। ਬਿਲਕੁਲ, ਨਾਲੇ ਸ਼ਰੇਆਮ ਜਿਹੜੀਆਂ ਚੀਜ਼ਾਂ ਉਪਲਬਧ ਨੇ ਉੱਥੇ ਕਿਉਂ ਨਹੀਂ ਡੰਡਾ ਫੇਰਿਆ ਜਾ ਸਕਦਾ? ਹਾਂਜੀ, ਹੁਣ ਉਹਨਾਂ ਲੋਕਾਂ ਨੇ ਆਪ ਜਿਹੜਾ ਨਸ਼ੇੜੀਆਂ ਨੂੰ ਫੜਿਆ ਤੇ ਉਹ ਕਹਿੰਦੇ ਵੀ ਤੁਸੀਂ ਇੱਥੇ ਆ ਕੇ ਸਮੈਕ ਪੀਂਦੇ ਹੋ ਜਾਂ ਪੰਨੀ ਲਾਉਣੇ ਹੋ, ਤਾਂ ਉਹਦੇ ਨਾਲ ਤੁਸੀਂ ਸਾਡੀਆਂ ਪੱਕੀਆਂ ਕਣਕਾਂ ਨੂੰ ਅੱਗ ਲਾ ਦਿਓਗੇ। ਜਿੱਥੇ ਤੁਸੀਂ ਸਾਡੀ ਜਵਾਨੀ ਨੂੰ ਅੱਗ ਤਾਂ ਲਾਈ ਬੈਠੇ ਹੋ, ਹੁਣ ਸਾਡੀਆਂ ਕਣਕਾਂ ਵੀ ਸਾੜੋਗੇ। ਤੇ ਮਾੜਾ ਚੇਨ ਟੁੱਟੀ ਆ ਮੇਰੀ, ਠੀਕ ਹੈ, ਮੁੱਖ ਮੰਤਰੀ ਸਾਹਿਬ ਨੇ ਕਿਹਾ, ਪਰ ਇਸ ਇਲਾਕੇ 'ਚ ਚੇਨ ਕੋਈ ਨਹੀਂ ਟੁੱਟੀ। ਮੇਰੀ SHO ਸਦਰ ਨਾਲ ਗੱਲ ਹੋਈ ਸੀ, ਉਹਨਾਂ ਨੇ ਤਾਂ ਆਪਦੀ ਮਜਬੂਰੀ ਸਿੱਧੀ ਜ਼ਾਹਰ ਕਰ ਦਿੱਤੀ। ਕਹਿੰਦੇ ਵੀ ਹੁਣ ਅਸੀਂ ਦੱਸੋ ਸੰਧੂ ਸਾਹਿਬ ਕਰੀਏ ਕਿ ਵੀ ਇੱਕ ਬੰਨੇ ਸਾਨੂੰ ਸ਼ਹਿਰਾਂ 'ਚ ਵੀ ਡਿਊਟੀ ਦੇਣੀ ਪੈਂਦੀ ਆ ਤੇ ਮੰਡੀਆਂ 'ਚ ਵੀ ਦੇਣੀ ਪੈਂਦੀ ਆ, ਪੁਲਿਸ ਸਾਡੀ ਫਾਈਲ ਲੱਗੀ ਆ, ਇਸ ਪਾਸੇ ਹੁਣ ਅਸੀਂ ਕਿਵੇਂ ਜਾਈਏ? ਤੇ ਹੁਣ ਤੁਸੀਂ ਆਪਾਂ ਦਾਨੇਵਾਲ ਸਾਹਿਬ ਇੱਥੇ ਮੈਂ ਇੱਕ ਗੱਲ ਹੋਰ ਕਰਦੇ ਆ। ਕ੍ਰਾਈਮ ਰਿਪੋਰਟ ਆਪਾਂ ਨੂੰ ਸਾਰੇ ਪੱਤਰਕਾਰਾਂ ਨੂੰ ਪੰਜਾਬ ਦੇ ਵਿੱਚ ਡੇਲੀ ਆਉਂਦੀ ਸੀਗੀ। ਹੁਣ ਉਹ ਕ੍ਰਾਈਮ ਤੁਸੀਂ ਦੇਖੋ ਵੀ ਚਲੋ ਕਰੋਨਾ ਦੇ ਕਰਕੇ ਪਰਚੇ ਬਹੁਤ ਘਟ ਗਏ, ਰੇਪ ਘਟ ਗਏ, ਪਰਚੇ ਘਟ ਗਏ, ਲੜਾਈਆਂ ਘਟ ਗਈਆਂ। ਹਾਂਜੀ, ਉਹ ਪੁਲਿਸ ਦਾ ਧਿਆਨ ਇਸ ਪਾਸੇ ਹੈ ਨਹੀਂਗਾ। ਚਲੋ ਸਾਡੇ ਆਪਣੇ ਮਾਧਿਅਮ ਦੇ ਥਰੂ ਜਿਹੜਾ ਪੁਲਿਸ ਨੂੰ ਜੇ ਕਿਤੇ ਕੋਈ ਅਧਿਕਾਰੀ ਸੁਣਦੇ ਹੋਣ ਤਾਂ ਜਿਹੜਾ ਫਿਰੋਜ਼ਪੁਰ ਦਾ ਬਾਰਡਰ ਬੈਲਟ ਆ, ਇੱਥੇ ਥੋੜਾ ਧਿਆਨ ਦੇਣ। ਲੇਡੀਜ਼ ਬਹੁਤ ਦੁਖੀ ਨੇ, ਪਰਿਵਾਰਾਂ ਦੇ ਪਰਿਵਾਰ ਦੁਖੀ ਨੇ, ਮੁੰਡੇ ਹਜੇ ਵੀ ਨੌਜਵਾਨ ਜਿਹੜੇ ਉਹ ਨਸ਼ੇ ਬਹੁਤ ਕਰ ਰਹੇ ਆ। ਚੇਨ ਠੀਕ ਹੈ, ਮੁੱਖ ਮੰਤਰੀ ਸਾਹਿਬ ਤੁਹਾਡਾ ਧੰਨਵਾਦ ਆ, ਤੁਸੀਂ ਕਹਿੰਦੇ ਹੋ ਚੇਨ ਟੁੱਟੀ ਹੈ, ਪਰ ਇਸ ਇਲਾਕੇ ਨੂੰ ਥੋੜਾ ਜਿਹਾ ਹੋਰ ਦੇਖੋ ਤੇ ਸਮਾਰੋ। ਮੰਡੀਆਂ ਦੀ ਕੀ ਸਥਿਤੀ ਹੈ ਜੀ ਇਸ ਵਕਤ? ਮੰਡੀਆਂ ਦੇ ਵਿੱਚ ਬਸ ਉਹੀ ਪਾਸ ਦੇ ਨਾਲ ਹੀ ਸਾਰਾ ਕੰਮ ਹੁੰਦਾ ਜੀ, ਇੱਕ ਟਰਾਲੀ ਇੱਕ ਕਿਸਾਨ ਲੈ ਜਾਂਦਾ। ਤੇ ਪਰ ਇੱਕ ਗੱਲ ਹੈ, ਇੱਕ ਮਿੰਟ ਗੁਰਦਰਸ਼ਨ, ਇੱਕ ਚੀਜ਼ ਬੜੀ ਸਾਹਮਣੇ ਆਈ ਹੈ ਕਿ ਕਿਸਾਨਾਂ ਨੂੰ ਲੁੱਟਣ ਵਾਲਾ ਮਾਫੀਆ ਫਿਰ ਸਰਗਰਮ ਹੋ ਗਿਆ। 1000 ਰੁਪਏ ਟਰਾਲੀ ਦੀ ਗੱਲਬਾਤ ਆ ਰਹੀ ਹੈ, ਪਹਿਲਾਂ ਤਲਾਉਣੀਆਂ, ਸਿੱਧੀ ਤਲਾਉਣੀਆਂ, ਕਿਵੇਂ ਕਰਨੀ ਹੈ? 1000 ਰੁਪਇਆ ਦਿਓ, ਕੋਈ ਪਾਸ ਦੀ ਲੋੜ ਨਹੀਂ। ਮੈਂ ਕਿਹਾ ਜੀ ਗੱਟਾ ਜਿਹੜਾ ਪਹਿਲਾਂ ਕਾਟ ਕੱਟ ਦਿੰਦੇ ਨੇ, ਇੱਕ ਆੜਤੀਏ ਕੋ ਲਾਉਂਦੇ ਆ, ਮੈਨੂੰ ਉਹ ਵਰਡ ਭੁੱਲ ਗਿਆ ਉਹਨੂੰ ਕੀ ਕਹਿੰਦੇ ਨੇ, ਦਾਮੀ ਖਰੇ ਲਾਉਂਦੇ ਆ। ਨਹੀਂ, ਦਾਮੀ ਤਾਂ ਹੋਰ ਚੀਜ਼ ਹੁੰਦੀ ਹੈ, ਇਹਨੂੰ ਕਾਟ ਲਾਉਂਦੇ ਆ ਜੀ ਗੱਟੇ ਨੂੰ। ਉਹ 20 ਰੁਪਏ ਕਰ ਦਿੱਤੀ ਹੈ ਜੀ, ਜਿਹੜੀ ਪਹਿਲਾਂ ਅੱਗੇ 2, 4, 5 ਤੱਕ ਸੀ। ਅੱਛਾ, ਹਾਂਜੀ, ਉਹ 20 ਰੁਪਏ ਉਹ ਲੱਗ ਰਹੀ ਹੈ ਗੱਟੇ ਮਗਰ। ਠੀਕ ਹੈ ਜੀ, ਹੋਰ ਕਈ ਤਰ੍ਹਾਂ ਦੇ, ਕਿਉਂਕਿ ਲੇਬਰ ਘੱਟ ਆ, ਲੇਬਰ ਵਾਲੇ ਜਿਹੜੇ ਉਹ ਅੱਗੋਂ ਆਕੜਦੇ ਕਹਿੰਦੇ ਵੀ ਅਸੀਂ ਤਾਂ ਇੰਨਾ। ਹੁਣ ਅੱਗੋਂ ਜਿਹੜਾ ਉਹ ਕਿਸਾਨਾਂ ਨੂੰ ਇਹ ਹਜੇ ਮੁਸੀਬਤ ਸਤਾ ਰਹੀ ਹੈ ਕਿ ਕਣਕ ਤਾਂ ਵਿਕੂਗੀ ਚਲੋ ਕਿਸੇ ਤਰੀਕੇ ਨਾਲ, ਲੇਬਰ ਜਿਹੜੀ ਝੋਨਾ ਕਿਵੇਂ ਲੱਗੂਗਾ, ਝੋਨਾ ਕਿਵੇਂ ਲੱਗੇਗਾ? ਬੜੀ ਸਥਿਤੀ ਇਹ ਵੀ ਆ ਗਈ ਕਿ ਦੇਖੋ ਕਈ ਇਲਾਕੇ ਤਾਂ ਹੈਗੇ ਉੱਥੇ ਨਰਮਾ ਵੱਧ ਜਾਊਗਾ, ਪਰ ਜਿੱਥੇ ਹੈ ਹੀ ਨਰੋਲ ਝੋਨਾ ਉੱਥੇ ਕੀ ਬਣੂਗਾ? ਮਸ਼ੀਨਾਂ ਦਾ ਰੇਟ, ਜਿਹੜੀ ਮਸ਼ੀਨ 25-30 ਹਜ਼ਾਰ ਦੀ ਸੀ, ਮੇਰੇ ਕੋਲ ਅੱਜ ਆਇਆ 70,000 ਰੁਪਏ ਦੀ ਮਸ਼ੀਨ, ਜਿਹੜੀ ਕਈ ਕਹਿਣ ਤੋਂ ਭਾਵ ਵੀ 1.5 ਲੱਖ ਵਾਲੀ ਮਸ਼ੀਨ ਦਾ 4.5 ਲੱਖ ਰੁਪਏ ਤੱਕ ਦਾ ਰੇਟ ਹੋ ਗਿਆ। ਹਾਂਜੀ, ਬਿਲਕੁਲ ਸਾਰੇ ਰੇਟ ਵਧੇ। ਜਿਨ੍ਹਾਂ ਦੀਆਂ 5-5 ਸਾਲਾਂ ਦੀਆਂ ਖੜੀਆਂ ਪਈਆਂ ਸੀਗੀਆਂ, ਵਿਕਦੀਆਂ ਨਹੀਂ ਸੀ, ਹਾਂਜੀ, ਉਹਨਾਂ ਨੇ ਮਸ਼ਹੂਰੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਸਾਨਾਂ ਦੀ ਸ਼ੁਰੂ ਕਰ ਦਿੱਤੀ ਜੀ। ਹਾਂਜੀ, ਨੈਗੇਟਿਵ ਸਾਡੇ ਜਿਹੜਾ ਹੈਗੀ ਕਰੋਨਾ ਦੀ ਰਿਪੋਰਟ ਸਾਡੀ ਵਧੀਆ ਆਈ ਹੈ ਜੀ। ਚਲੋ ਗੁਰੂ ਮਹਾਰਾਜ ਮਿਹਰ ਕਰੇ। ਇਹ ਮੈਂ ਰਿਪੋਰਟ ਤੁਹਾਨੂੰ ਦੇ ਦਿਆਂ ਅੱਜ, ਕਿਉਂਕਿ 34 ਸੈਂਪਲ, ਜਿਹੜਾ ਮੁੰਡਾ ਇੱਕ ਜਿਹੜਾ ਹੈਗਾ ਲੜਕਾ, ਉਹ ACP ਜਿਹੜੇ ਆਪਣੇ ਜਿਨ੍ਹਾਂ ਦੀ ਡੈਥ ਹੋ ਗਈ ਸੀ, ਉਹਨਾਂ ਦੇ ਨਾਲ ਉਹ ਮੁੰਡਾ ਗਨਮੈਨ ਸੀ, ਉਹ ਡਰਾਈਵਰ ਸੀਗਾ, ਇੱਥੋਂ
ਫਿਰੋਜ਼ਪੁਰ ਦੇ ਜਿਹੜਾ ਹੈਗਾ ਭਾਈਕੇਵਾੜੇ ਪਿੰਡ ਦਾ, ਉਹਦੇ ਤੋਂ ਬਾਅਦ ਉਹਦੇ ਸਾਰੇ ਪਰਿਵਾਰ ਦੀ ਰਿਪੋਰਟ ਨੈਗੇਟਿਵ ਆ ਗਈ ਆ ਤੇ 34 ਟੋਟਲ ਉਸ ਬੰਦੇ ਨੂੰ ਲੈ ਕੇ ਜਿਹੜੇ ਉਹਦੇ ਸਰਾਊਂਡਿੰਗ ਜਿਨ੍ਹਾਂ ਨੂੰ ਉਹ ਮਿਲਿਆ, ਠੀਕ ਹੈ, ਉਹਨਾਂ ਸਾਰਿਆਂ ਦੀਆਂ 34 ਦੀਆਂ 34 ਅੱਜ ਸ਼ਾਮ ਤੱਕ ਜਿਹੜੀਆਂ ਪਹਿਲਾਂ ਡੀਸੀ ਸਾਹਿਬ ਨੇ 32 ਰਿਪੋਰਟਾਂ ਦੀ ਆਪਦੀ ਬਾਈਟ ਭੇਜੀ ਸੀਗੀ, ਹੁਣ ਉਹ 34 ਦੀਆਂ 34 ਰਿਪੋਰਟਾਂ ਜਿਹੜੀਆਂ ਨੈਗੇਟਿਵ ਆ ਗਈਆਂ। ਫਿਲਹਾਲ ਸਿਰਫ ਉਹ ਲੜਕਾ ਜਿਹੜਾ ਜਿਹਨੂੰ ਲੁਧਿਆਣੇ ਤੋਂ ਕਰੋਨਾ ਹੋ ਕੇ ਜਿਹੜਾ ਆਇਆ ਉਹੀ ਫਿਰੋਜ਼ਪੁਰ ਦੇ ਵਿੱਚ ਜਿਹੜਾ ਸਿਵਲ ਹਸਪਤਾਲ ਦੇ ਵਿੱਚ ਆਈਸੋਲੇਸ਼ਨ ਦੇ ਵਿੱਚ ਹੈਗਾ, ਬਾਕੀ ਫਿਰੋਜ਼ਪੁਰ ਸਾਰਾ ਓਕੇ ਜੀ। ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਗੁਰਦਰਸ਼ਨ। ਤੇ ਆਪਾਂ ਚੱਲਦੇ ਹਾਂ ਜੀ ਹੁਣ ਮਾਨਸਾ ਵੱਲ। ਬਲਦੇਵ ਜੀ ਸਾਡੇ ਨਾਲ ਨੇ। ਬਲਦੇਵ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਲਦੇਵ ਜੀ, ਜਿਵੇਂ ਸਭ ਤੋਂ ਪਹਿਲਾਂ ਤਾਂ ਮੌਸਮ ਬਾਰੇ ਜਾਣਕਾਰੀ, ਬਹੁਤ ਚਿੰਤਾ ਵਾਲਾ ਵਿਸ਼ਾ ਬਣਿਆ ਹੋਇਆ। ਬਿਲਕੁਲ ਸਰ ਜੀ, ਮੌਸਮ ਦੀ ਜਿਹੜੀ ਮਾਰ ਸਾਫ਼ ਦਿਖਾਈ ਦੇ ਰਹੀ ਹੈ। ਅੱਜ ਵੀ ਹਲਕੀ ਬਾਰਿਸ਼ ਹੋਈ ਹੈ, ਅਨਾਜ ਮੰਡੀਆਂ 'ਚ ਕਿਸਾਨ ਬੈਠੇ ਆ ਫਸਲ ਲਈ, ਤੇ ਕੁਝ ਖੇਤਾਂ 'ਚ ਵੀ ਕਿਸਾਨ ਆ ਜਿਹੜੇ ਫਸਲ ਦੀ ਕਟਾਈ ਕਰ ਰਹੇ ਆ, ਉਹਨਾਂ ਤੇ ਮਾੜਾ ਅਸਰ ਪਿਆ। ਕਿਤੇ ਨਾ ਕਿਤੇ ਮਸ਼ੀਨਾਂ ਦਾ ਕੰਮ ਵੀ ਰੁਕ ਗਿਆ ਤੇ ਅਨਾਜ ਮੰਡੀਆਂ 'ਚ ਵੀ ਵਾਲੇ ਕੋਈ ਪੁਖਤਾ ਪ੍ਰਬੰਧ ਨਹੀਂ ਹੈ। ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਪਈਆਂ ਨੇ, ਕਣਕ ਪਈ ਹੈ ਉਹ ਭਿੱਜ ਗਈ ਹੈ, ਜਿਹਦੇ ਨਾਲ ਕਿਸਾਨਾਂ ਦੀ ਲੁੱਟ ਹੁੰਦੀ ਹੈ, ਕਿਉਂਕਿ ਏਜੰਸੀਆਂ ਲਗਾਤਾਰ ਨਮੀ ਦੀ ਮਾਤਰਾ ਕਹਿੰਦੇ ਆ ਵੱਧ ਗਈ ਹੈ, ਉਹਦੇ ਨਾਲ ਕਾਟ ਸਿਸਟਮ ਹੈ ਜਿਹੜਾ ਉਹ ਚੱਲ ਪੈਂਦਾ। ਕਿਸਾਨਾਂ ਨੂੰ ਜਿਹੜਾ ਵੱਡਾ ਨੁਕਸਾਨ ਹੁੰਦਾ ਹੈ ਇਸਦਾ। ਮੌਇਸਚਰ ਕਰਕੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਪ੍ਰਾਈਵੇਟ ਮਾਫੀਆ ਜਿਹੜਾ ਕਣਕ ਮਾਫੀਆ ਉਹ ਵੀ ਇਸ ਸਮੇਂ ਸਰਗਰਮ ਹੈ, ਜਿਹੜੇ ਪ੍ਰਸ਼ਾਸਨ ਜਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨਾਲ ਮਿਲਿਆ ਹੋਇਆ ਹੈ, ਉਹ ਬਾਹਰ ਦੀ ਬਾਹਰ ਸੌਦਾ ਕਰਕੇ ਕਣਕ ਦੀ ਜਿਹੜੀ ਉਹਨਾਂ ਦੀ ਪਹਿਲਾਂ ਬੋਲੀ ਪਹਿਲਾਂ ਭਰਵਾਈ, ਇਸ ਕਿਸਮ ਦਾ ਜਿਹੜਾ ਮਾਫੀਆ ਹੈ ਉਹ ਕਰੋਨਾ ਵਾਇਰਸ ਦੇ ਜਿਹੜੇ ਕਰਫਿਊ ਲੱਗਿਆ ਹੋਇਆ ਉਹਦਾ ਫਾਇਦਾ ਚੱਕ ਕੇ ਪੈਸੇ ਕਮਾਉਣ 'ਚ ਲੱਗਿਆ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਲੁੱਟ ਜਿਹੜੀ ਹੈ ਨਾ, ਕਹਿੰਦੇ ਆ ਕਿ ਕਿਸਾਨ ਨੂੰ ਆਕਾਸ਼ ਚੁੱਟਦਾ ਪੰਛੀ ਤੇ ਧਰਤੀ ਹੇਠਲਾ ਕੀੜਾ ਤੱਕ ਖਾਂਦੇ ਨੇ। ਸੋ ਹੁਣ ਵੀ ਫਿਰ ਇੱਲਾਂ ਵਾਂਗੂ ਚਿੰਬੜ ਗਏ ਨੇ ਕਿਸਾਨਾਂ ਨੂੰ ਇਹ ਲੁਟੇਰੇ। ਬਿਲਕੁਲ, ਇਸ ਟਾਈਮ ਜਿਹੜੇ ਲੋਕ ਇਸ ਟਾਈਮ ਇਹੀ ਜਿਹੀ ਹਰਕਤ ਕਰਦੇ ਆ, ਮੈਂ ਸਮਝਦਾ ਕੋਈ ਬਾਹਲੀ ਚੰਗੀ ਗੱਲ ਨਹੀਂ। ਇੱਕ ਪਾਸੇ ਤਾਂ ਪੂਰੇ ਦੇਸ਼ ਦਾ ਜਿਹੜਾ ਕਿਸਾਨ ਹੈ ਢਿੱਡ ਭਰਦਾ, ਸਾਲ ਭਰ ਆਪਣੀ 6 ਮਹੀਨੇ ਮਿਹਨਤ ਕਰਦਾ ਤੇ ਉਹ ਆਪਣੀ ਫਸਲ ਵੇਚਣ ਆਇਆ, ਉਹ ਕੋਈ ਗੁਨਾਹ ਨਹੀਂ ਕਰ ਰਿਹਾ। ਫਸਲ ਵੇਚਦਾ, ਜਿਹੜਾ ਰੇਟ ਸਰਕਾਰ ਨੇ ਤੈਅ ਕੀਤਾ ਉਸ ਰੇਟ ਤੇ ਵੀ ਨਹੀਂ ਉਹ ਕਰਦੇ, ਉਸ ਤੋਂ ਵੀ ਕਹਿੰਦੇ ਵੀ 100 ਰੁਪਇਆ ਘੱਟ ਦੇ ਦੇ। ਫਸਲ ਸਹੀ ਹੈ, ਸਾਰਾ ਕੁਝ ਸਹੀ ਹੈ, ਪਰ ਪਹਿਲਾਂ ਜੋਕ ਦਿਆਂਗੇ, ਤੈਨੂੰ ਪਹਿਲਾਂ ਵਿਹਲਾ ਕਰ ਦਿਆਂਗੇ। ਆ ਵੀ ਇੱਕ ਸਾਡੇ ਕਿਸਾਨ ਦੀ ਬੜੀ ਵੱਡੀ ਬਦਕਿਸਮਤੀ ਹੈ। ਉਹ ਕਹਿੰਦਾ ਨਾ ਕਣਕ ਵੇਚਣ ਨਹੀਂ ਜਾਂਦਾ, ਮੈਂ ਮੰਡੀ 'ਚ ਕਣਕ ਸਿੱਟਣ ਚੱਲੇ ਆ। ਸਾਨੂੰ ਪਤਾ ਨਹੀਂ ਕਾਹਲੀ ਕੀ ਪੈ ਜਾਂਦੀ ਹੈ। ਹਜੇ ਝੋਨਾ ਬੀਜਣ ਦੇ ਵਿੱਚ ਲਗਭਗ ਜੂਨ 10 ਨੂੰ ਅਸੀਂ ਝੋਨਾ ਬੀਜਣਾ ਹੈ। ਮੰਨ ਲਿਆ ਨਰਮੇ ਵਾਲੀ ਗੱਲ ਠੀਕ ਹੈ, ਨਰਮੇ ਦੇ ਵਿੱਚ ਤਾਂ ਅਸੀਂ ਮੰਨ ਲੈਂਦੇ ਕਿ ਕਾਹਲੀ ਹੈ ਸਾਨੂੰ, ਪਰ ਜਦੋਂ ਆ ਗਿਆ 2 ਦਿਨ ਮਗਰੋਂ ਵਿਕ ਜੂ 100 ਰੁਪਇਆ, ਤਾਂ ਕਿੱਥੇ ਦੀ ਗੱਲ ਪੂਰੀ ਹੁੰਦੀ ਹੈ। 20 ਕੁਇੰਟਲ ਕਣਕ ਤੁਹਾਡੀ ਚੜੀ ਤਾਂ ਤੁਸੀਂ 100 ਰੁਪਇਆ ਦਿੱਤਾ, ਤਾਂ ਕਿੱਥੇ ਗੱਲ ਲੱਗੀ। ਤੁਹਾਡਾ ਤੇਲ ਦਾ ਖਰਚਾ ਵਹਾਈ ਦਾ ਖਤਮ ਕਰ ਰਹੇ ਹੋ ਤੁਸੀਂ। ਬਿਲਕੁਲ ਸਵਰਨ ਜੀ, ਇਹ 'ਚ ਕਿਸਾਨ ਦਾ ਕੋਈ ਕਸੂਰ ਨਹੀਂ। ਜਿਹੜੀਆਂ ਖਰੀਦ ਏਜੰਸੀਆਂ ਜਾਂ ਇਹੋ ਜਿਹਾ ਮਾਫੀਆ ਉਹ ਇਹੋ ਜਿਹੇ ਹਾਲਾਤ ਪੈਦਾ ਕਰ ਰਿਹਾ, ਉਹ ਡਰਾ ਰਿਹਾ ਕਿਸਾਨਾਂ ਨੂੰ। ਆਹੀ ਗੱਲ, ਹਾਂ, ਡਰਾ ਕੇ ਦਿਮਾਗ ਖਰਾਬ ਕਰ ਦਿੰਦਾ। ਇਹ ਕੰਮ ਲੰਮਾ ਜਾਣਾ, ਇਸ ਕਰਕੇ ਫਟਾਫਟ ਵੇਚ ਦਿਓ, ਨਹੀਂ ਜਿਹੜੀ ਤੁਹਾਡੀ ਕਣਕ ਹੈ ਮੰਡੀਆਂ 'ਚ ਰੁਲੂਗੀ, ਕਿਸੇ ਨੇ ਲੈਣੀ ਨਹੀਂ। ਇਸ ਕਰਕੇ ਕਿਸਾਨ ਪਰੇਸ਼ਾਨ ਹੈ। ਉਹਨੂੰ ਇਸ ਤਰ੍ਹਾਂ ਹੈ ਕਿ ਮੈਂ ਵਿਹਲਾ ਹੋਵਾਂ ਜਲਦੀ। ਫਸਲ ਜਿਹੜੀ ਅਗਲੀ ਫਸਲ ਬੀਜਣ ਦੀ ਗੱਲ ਤਾਂ ਬਾਅਦ 'ਚ ਹੈ, ਪਹਿਲਾਂ ਕਣਕ ਜੇ ਵਿਕੂਗੀ ਉਸ ਤੋਂ ਬਾਅਦ ਹੀ ਉਹ ਵਿਹਲਾ ਹੋਊਗਾ ਨਾ। ਹਜੇ ਤਾਂ ਇਹੋ ਜਿਹੇ ਹਾਲਾਤ ਪੈਦਾ ਕਰਕੇ ਕਿਸਾਨਾਂ ਨੂੰ ਲੁੱਟਣ ਤੇ ਲੱਗੇ ਹੋਏ ਆ। ਕਣਕ ਮਾਫੀਆ ਸਰਗਰਮ ਹੈ, ਪ੍ਰਸ਼ਾਸਨ ਜਾਂ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਸਰਕਾਰ ਦੇ ਆਪਦੇ ਬੰਦੇ ਆ, ਇਹ ਪ੍ਰਸ਼ਾਸਨ ਦੇ ਆਪਦੇ ਬੰਦੇ ਆ, ਇਹਨੂੰ ਕੋਈ ਨੱਥ ਨਹੀਂ ਪਾ ਰਿਹਾ। ਦੋਏ ਹੱਥੀਂ ਲੁੱਟਣ ਤੇ ਲੱਗੇ ਹੋਏ ਆ ਕਿਸਾਨ ਨੂੰ। ਚਲੋ ਜੀ, ਹੋਰ ਕੁਝ ਖਾਸ ਜੀ ਮਾਨਸਾ ਜ਼ਿਲ੍ਹੇ ਤੋਂ ਬਲਦੇਵ? ਮਾਨਸਾ ਜ਼ਿਲ੍ਹੇ 'ਚ ਕਰੋਨਾ ਵਾਇਰਸ ਦੇ ਜਿਹੜੇ ਫਾਈਟਰ ਨੇ ਪੰਜਾਬ ਪੁਲਿਸ ਜਗ੍ਹਾ ਜਗ੍ਹਾ ਉਹਨਾਂ ਦਾ ਸਨਮਾਨ ਹੋ ਰਿਹਾ ਜੀ। ਕਿਤੇ ਫੁੱਲਾਂ ਦੀ ਵਰਖਾ ਹੋ ਰਹੀ ਹੈ, ਕਿਤੇ ਕੇਕ ਲੈ ਕੇ ਪ੍ਰਗਟ ਹੋ ਜਾਂਦੇ ਆ। ਅੱਛਾ, ਵੀ ਗੋਰਿਆਂ ਤੋਂ ਕੰਮ ਸਿੱਖ ਰਹੇ ਨੇ ਆਪਣੇ। ਹਾਂਜੀ, ਗੋਰੀ ਪੁਲਿਸ ਤੋਂ ਕੰਮ ਸਿੱਖ ਰਹੇ ਨੇ। ਹਾਂਜੀ, ਚੰਗਾ ਹੁੰਦਾ ਜੇ ਗੋਰੀ ਪੁਲਿਸ ਤੋਂ ਦੂਜੇ ਕੰਮ ਵੀ ਸਿੱਖ ਲੈਣ ਜੀ, ਤੇ ਭਲਾ ਹੋ ਜੇ ਪੰਜਾਬ ਦਾ। ਸਿਰਫ ਚਲੋ ਇਹ ਵੀ ਇੱਕ ਹੌਸਲਾ ਅਫਜ਼ਾਈ ਵਾਲੀ ਗੱਲ ਹੈ, ਅੱਛੀ ਗੱਲ ਹੈ। ਚਲੋ ਬਿਹਤਰ ਹੈ। ਬਿਲਕੁਲ ਜੀ, ਇਸ ਤਰ੍ਹਾਂ ਦਾ ਚੱਲੇਗਾ। ਮਿਹਰਬਾਨੀ ਬਲਦੇਵ ਜੀ, ਤੁਹਾਡੀ ਸ਼ੁਕਰੀਆ। ਸੋ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਮਿਲਦੇ ਹਾਂ। ਤੁਹਾਨੂੰ ਸਾਡਾ ਇਹ ਉਪਰਾਲਾ ਕਿਸ ਤਰ੍ਹਾਂ ਲੱਗ ਰਿਹਾ, ਪਲੀਜ਼ 92 164 10 666 ਦੇ ਉੱਤੇ ਕਮੈਂਟ ਜ਼ਰੂਰ ਕਰਨਾ। ਸਾਡਾ ਵੀ ਹੌਸਲਾ ਅਫਜ਼ਾਈ ਹੁੰਦੀ ਹੈ, ਸਾਡੇ ਪੱਤਰਕਾਰ ਸਾਹਿਬਾਨ ਦੀ ਵੀ ਹੌਸਲਾ ਅਫਜ਼ਾਈ ਹੁੰਦੀ ਹੈ। ਕੋਸ਼ਿਸ਼ ਕਰਦੇ ਹਾਂ ਪੰਜਾਬ ਤੋਂ ਕਿਸ ਦੀਆਂ ਖਬਰਾਂ ਤੁਹਾਡੇ ਤੱਕ ਲੈ ਆਉਣੀਆਂ, ਨਿਰਪੱਖ ਤਰੀਕੇ ਨਾਲ, ਫੇਅਰ ਐਂਡ ਫੇਅਰਲੈਸ ਤਰੀਕੇ ਦੇ ਨਾਲ ਅਸੀਂ ਤੁਹਾਡੇ ਤੱਕ ਪੁੱਜਦੇ ਹਾਂ। ਸੋ ਰੇਡੀਓ ਪੰਜਾਬ ਟੁਡੇ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਆਵਾਜ਼ੀ ਤਰੰਗਾਂ ਦੇ ਰਾਹੀਂ ਤੁਹਾਡੇ ਤੱਕ ਪਹੁੰਚਾਉਂਦੀ ਹੈ।
ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਤੁਹਾਡੇ ਨਾਲ। ਜੁੜੇ ਰਹੋ ਰੇਡੀਓ ਪੰਜਾਬ ਤੋਂ। ਨਵੀਂ DD15 ਚਲਾਉਂਦੇ ਜਾਂ ਬੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼ ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ओरिजिनल ਫਿਲਟਰ ਤਾਂ ਚੇਂਜ ਕਰਾਉਣਾ ਹੀ ਆ ਜਾਓ ਫਿਰ ਕੁਇਕ ਟਰੱਕ ਲਿਊਬ। ਟਰੱਕ ਸਰਵਿਸਿੰਗ, ਵਾਹ ਭਾਈ ਵਾਹ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। 2 ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, खुश होके परतोगे? मान लो 519-622-0660 519-622-0660 QTL, because we care. ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop, 519-622-0660 ਜਾਂ quicktruckliube.com। QTL, because we care. ਬੇਕਰਸਫੀਲਡ ਵਿਖੇ ਯੂਨੀਅਨ ਅਤੇ ਪਲਾਨਸ ਰੋਡ ਦੇ ਕਾਰਨਰ ਤੇ ਖੁੱਲ ਗਿਆ ਹੈ ਨਵਾਂ ਟਰੱਕ ਸਟਾਪ ਯੂਨੀਅਨ ਵਿਲੇਜ, ਜਿੱਥੇ ਮਿਲਦਾ ਹੈ ਵਧੀਆ ਗੈਸ ਅਤੇ ਬਿਨਾ ਬਾਇਓਡੀਜ਼ਲ ਦੇ ਵਧੀਆ ਤੇ ਸਸਤਾ ਡੀਜ਼ਲ। ਹਰ ਤਰ੍ਹਾਂ ਦੀ ਗਰੋਸਰੀ, ਚਾਈਨੀਜ਼ ਅਤੇ ਇੰਡੀਅਨ ਰੈਸਟੋਰੈਂਟ, ਜਿੱਥੇ ਮਿਲੇਗਾ ਵਧੀਆ ਖਾਣਾ। 2 ਪਰੌਂਠੇ ਸਿਰਫ 499 ਚ। ਟਰੱਕ ਡਰਾਈਵਰ ਵੀਰਾਂ ਲਈ ਟੂ ਗੋ ਅਤੇ ਬੈਠ ਕੇ ਖਾਣ ਲਈ ਵਧੀਆ ਜਗ੍ਹਾ। ਨਵੇਂ ਅਤੇ ਪੁਰਾਣੇ ਟਾਇਰਾਂ ਲਈ ਅਤੇ ਟਰੱਕਾਂ ਦੀ ਮਾਈਨਰ ਰਿਪੇਅਰ ਲਈ ਅੱਜ ਹੀ ਕਾਲ ਕਰੋ ਸੁਖੀ ਘੁੰਮਣ 661-885 8858 661 885 8858। ਐਡਰੈਸ 2201 ਸਾਊਥ ਯੂਨੀਅਨ ਐਵੇਨਿਊ, ਬੇਕਰਸਫੀਲਡ, ਕੈਲੀਫੋਰਨੀਆ 93307। ਯੂਨੀਅਨ ਵਿਲੇਜ। ਪੱਤਰਕਾਰ ਸਾਹਿਬਾਨ ਤੁਹਾਡੇ ਨਾਲ ਲਾਈਵ ਹੋ ਕੇ ਉੱਥੋਂ ਦੀ ਤਾਜ਼ਾ ਤਰੀਨ ਜਾਣਕਾਰੀ ਦਿੰਦੇ ਨੇ। ਸੋ ਇੱਕ ਸੁਨੇਹਾ ਵੀ ਨੋਟ ਕਰ ਲਓ ਜੀ, ਜਤਿੰਦਰ ਸਿੰਘ ਤੂਰ ਹੋਰਾਂ ਦਾ ਫੋਨ ਨੰਬਰ ਹੈ ਜੀ ਉਹਨਾਂ ਦਾ 661-754-1722। ਇਹ ਕਹਿੰਦੇ ਨੇ ਕਿ ਬੇਕਰਸਫੀਲਡ ਏਰੀਆ ਦੇ ਵਿੱਚ ਜੇਕਰ ਤੁਸੀਂ ਬਿਜਲੀ ਦੇ ਬਿੱਲਾਂ ਤੋਂ ਨਿਜਾਤ ਪਾਉਣੀ ਹੈ, ਤੁਹਾਡੇ ਬਿੱਲ ਜ਼ਿਆਦਾ ਆ ਰਹੇ ਨੇ, ਤਾਂ ਉਹਨਾਂ ਨਾਲ ਸੰਪਰਕ ਕਰ ਲਓ, ਬੜੀ ਵਧੀਆ ਸਲਾਹ ਦਿੰਦੇ ਨੇ। ਬੇ ਏਰੀਏ ਦੇ ਵਿੱਚ ਫੇਅਰਵੇ ਆਟੋ ਸੈਂਟਰ ਬਾਈ ਦਰਸ਼ਨ ਔਜਲਾ ਜੀ ਹੋਰਾਂ ਦਾ ਐਡਰੈਸ ਹੈਗਾ ਜੀ 1421 ਇੰਡਸਟਰੀਅਲ ਪਾਰਕਵੇ ਵੈਸਟ, ਹੇਵਰਡ, ਕੈਲੀਫੋਰਨੀਆ ਦੇ ਵਿੱਚ। ਤੁਹਾਡੀ ਗੱਡੀ ਠੁੱਕ ਜਾਂਦੀ ਹੈ, ਐਕਸੀਡੈਂਟ ਹੋਇਆ ਜਾਂਦਾ ਹੈ, ਬੋਡੀ ਵਰਕ ਕਰਾਉਣਾ ਹੈ, ਤੁਸੀਂ ਕਿਸੇ ਤਰ੍ਹਾਂ ਦਾ ਇੰਜਨ ਵਰਕ, ਟਰਾਂਸਮਿਸ਼ਨ ਦਾ ਕਿਸੇ ਤਰ੍ਹਾਂ ਦਾ ਵੀ ਕੰਮ ਕਰਾਉਣਾ ਹੈ, ਤਾਂ 5105382983 510 538 2983 ਤੇ ਸੰਪਰਕ ਕਰੋ। ਚਲੋ ਰੁਕ ਕਰਦੇ ਹਾਂ ਜੀ ਆਪਾਂ ਮੋਗੇ ਵੱਲ। ਮੋਗੇ ਸੂਰਜ ਮਿੱਤਲ ਜੀ ਸਾਡੇ ਨਾਲ ਨੇ। ਸੂਰਜ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੂਰਜ ਜੀ, ਸਭ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ। ਮੌਸਮ ਦਾ ਦੇਖੋ ਜੀ, ਅੱਜ ਪਰਮਾਤਮਾ ਨੇ ਜਿਹੜਾ ਹੈਗਾ ਕੁਦਰਤ ਦੇ ਰੰਗ, ਕਹਿੰਦੇ ਅੱਗੇ ਕੋਈ ਜ਼ੋਰ ਨਹੀਂ ਹੈਗਾ। ਜਿਸ ਤਰ੍ਹਾਂ ਹੁਣ ਅੱਜ ਸੋਮਵਾਰ ਦਾ ਦਿਨ ਸੀਗਾ ਔਰ ਫਸਲਾਂ ਦਾ ਕੰਮ ਜਿਹੜਾ ਚੱਲ ਪਿਆ, ਇੱਕ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਵੱਧ ਗਈ ਸੀ ਜੀ। ਔਰ ਅੱਜ ਮੰਡੀ, ਮੋਗਾ ਮੰਡੀ ਦੀ ਗੱਲ ਕਰੀਏ, ਜ਼ਿਲ੍ਹੇ ਦੀ ਗੱਲ ਕਰੀਏ, ਮੰਡੀ ਕਾਫੀ ਗੇਹੂੰ ਆਈ ਹੋਈ ਸੀਗੀ। ਪਰ ਸਵੇਰ ਤੋਂ ਇਹ ਜਿਹੜਾ ਮੌਸਮ ਢਿੱਲ-ਮਿਸ ਚੱਲ ਰਿਹਾ ਸੀ, ਦੁਪਹਿਰ ਤੋਂ ਬਾਅਦ ਤਾਂ ਫਿਰ ਮੌਸਮ ਨੇ ਜਿਹੜਾ ਉਹਦਾ ਰੰਗ ਦਿਖਾਤੇ ਤੇ ਮੀਂਹ ਆ ਗਿਆ ਤੇ ਕਿਤੇ ਹਿੱਸੇ 'ਚ ਗੜੇਮਾਰੀ ਵੀ ਹੋਈ ਹੈ ਜੀ। ਸੋ ਇਹਦੇ ਨਾਲ ਜਿਹੜੀ ਹੈਗੀ ਆ ਫਸਲਾਂ ਜਿਹੜੀ ਮੰਡੀ ਦੇ ਵਿੱਚ ਪਈਆਂ ਖੁੱਲੇ ਅਸਮਾਨ ਥੱਲੇ, ਉਹ ਵੀ ਖਰਾਬ ਹੋਈਆਂ ਔਰ ਖੇਤਾਂ 'ਚ ਜਿਹੜੀਆਂ ਫਸਲਾਂ ਖੜੀਆਂ ਸੀਗੀਆਂ ਉੱਥੇ ਵੀ ਖੇਤਾਂ 'ਚ ਪਾਣੀ ਭਰ ਗਿਆ, ਕਿਉਂਕਿ ਹੁਣ 1 2 3 ਤਾਂ ਮਸ਼ੀਨਾਂ ਵੀ ਨਹੀਂ ਚੱਲ ਸਕੂਗੀਆਂ ਜੀ। ਔਰ ਮੰਡੀਆਂ ਦੀਆਂ ਫਸਲਾਂ ਵੀ ਕਿੰਨੀਆਂ ਹੋ ਗਈਆਂ, ਉਹ ਵੀ ਜਿਹੜੀਆਂ ਸਿੱਡਾਂ ਤੋਂ ਬਾਹਰ ਪਈਆਂ ਸੀਗੀਆਂ ਉਹਨਾਂ ਦੀ ਬਿਕਵਾਲੀ ਵੀ ਨਹੀਂ ਜਿਹੜੀ ਹੋ ਸਕੀ। ਪਰ ਇਹ ਹੈ ਸਿੱਡਾਂ ਦੇ ਜਿਹੜੀ ਅੰਦਰ ਕਣਕ ਜ਼ਿਮੀਂਦਾਰ ਵੱਲੋਂ ਢੇਰੀ ਕੀਤੀ ਗਈ ਸੀ, ਜਿਹੜੇ ਸਿੱਡ ਅੱਜ ਉਹ ਲਾਹੇਮੰਦ ਕੋ ਸਾਬਤ ਹੋ ਗਏ। ਜਿਹੜੀ ਸਿੱਡਾਂ ਦੇ ਅੰਦਰ ਕਣਕ ਸੀ ਉਹਨਾਂ ਦੀ ਖਰੀਦਦਾਰੀ ਹੋਈ ਹੈਗੀ ਹੈ ਜੀ। ਔਰ ਬਾਕੀ ਜਿਹੜੀ ਬਾਹਰਲੀ ਕਣਕ ਹੈਗੀ ਆ ਉਹ 1 ਦਿਨਾਂ ਦੀ ਖਰੀਦ ਕੀਤੀ ਜਾਊਗੀ। ਪਰ ਕੁੱਲ ਮਿਲਾ ਕੇ ਜਿਹੜੀ ਹੈਗੀ ਹੈ, ਇੱਕ ਉੱਧਰੋਂ ਕਰੋਨਾ ਦੀ ਮਾਰ ਤੇ ਦੂਜਾ ਇੱਕ ਕੁਦਰਤ ਦੀ ਮਾਰ, ਦੋਵੇਂ ਪਾਸੇ ਉਹ ਮਾਰ ਹੀ ਮਾਰ। ਤੇ ਕਿਸਾਨਾਂ ਦੇ ਚਿਹਰਿਆਂ ਦੇ ਵਿੱਚ ਜਿੱਥੇ ਸਿਕਨ ਦਿਖਾਈ ਦਿੰਦੀ ਹੈ, ਉੱਥੇ ਆੜ੍ਹਤੀਆਂ ਦੇ ਚਿਹਰੇ ਮਾਯੂਸ ਦਿਖਾਈ ਦੇ ਰਿਹਾ ਜੀ।
ਕਿਉਂਕਿ 6 ਮਹੀਨਿਆਂ ਬਾਅਦ ਜਿਹੜੀ ਹੈਗੀ ਆ ਫਸਲ ਆਣੀ ਹੈਗੀ, ਕਣਕ ਦੀ ਹੋਵੇ ਭਾਵੇਂ ਝੋਨੇ ਦੀ ਹੋਵੇ, ਉਹਦਾ ਪੁੱਤਾਂ ਵਾਂਗ ਪਾਲੀ ਫਸਲ ਦਾ ਜਿਹੜਾ ਹੁਣ ਆ ਕੇ ਜਿਹੜਾ ਉਹਦਾ ਹੱਕ ਬਣਨਾ ਹੁੰਦਾ ਵਾ, ਕਿਸਾਨਾਂ ਦਾ ਵੀ ਤੇ ਆੜ੍ਹਤੀਆਂ ਦਾ ਵੀ। ਪਰ ਚਲੋ ਪ੍ਰਮਾਤਮਾ ਅੱਗੇ ਕਿਸੇ ਦਾ ਜ਼ੋਰ ਨਹੀਂ ਹੈਗਾ, ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ। ਜੇ ਉਹ ਮਾੜੇ ਦਿਨ ਇਹ ਵੀ ਲੰਘ ਜੂਗੇ, ਸਭ ਕੁਝ ਠੀਕ ਹੋ ਜੂਗਾ, ਸਾਰੇ ਇਹੀ ਬਿਲਕੁਲ। ਮਿੱਤਲ ਸਾਹਿਬ, ਤੁਸੀਂ ਇੱਕ ਗੱਲ ਇਨਪੁਟ ਸਾਰੀਆਂ ਨੇ, ਇੱਕ ਅਲੱਗ ਤਰ੍ਹਾਂ ਦੇ ਲੋਕ ਐਕਟਿਵ ਹੋ ਗਏ ਨੇ। ਕਿਸਾਨਾਂ ਕੋਲੇ 100 ਰੁਪਏ ਤੱਕ ਪ੍ਰਤੀ ਕੁਇੰਟਲ ਦੀ ਘਾਟੇ ਦੇ ਨਾਲ ਸਿੱਧੀ ਘਰਾਂ 'ਚੋਂ ਖਰੀਦ ਦੀ ਗੱਲ ਕਰ ਰਹੇ ਨੇ, ਜਾਂ ਕਹਿ ਰਹੇ ਨੇ ਕਿ ਤੁਸੀਂ ਟਰਾਲੀ ਸਿੱਧੀ ਸਾਡੇ ਕੋਲੇ ਲਿਆਓ, 100 ਰੁਪਈਆ ਜਿਹੜਾ ਹੈਗਾ ਸਪੋਰਟ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਦੇ ਜੋ ਤੁਹਾਨੂੰ, ਉਹਦੀ ਵਿਹਲਾ ਕਰ ਦਿਆਂਗੇ। ਐਸੀ ਸਥਿਤੀ ਤੁਹਾਡੀ ਨਿਗਾਹ 'ਚ ਆਈ ਹੈ ਕੋਈ? ਨਹੀਂ, ਇਸ ਤਰ੍ਹਾਂ ਦੀ ਤਾਂ ਕੋਈ ਨਹੀਂ ਆਈ ਜੀ। ਬਾਕੀ ਇਹ ਹੈ ਜੀ, 100 ਰੁਪਇਆ ਕੋਈ ਥੋੜੀ ਰਕਮ ਨਹੀਂ ਹੈਗੀ। 100 ਰੁਪਇਆ ਪ੍ਰਤੀ ਕੁਇੰਟਲ ਜਿਹੜੀ ਘਟਾ ਕੇ ਦੇਣੀ, ਤੇ ਜੇ ਏਕੜ ਦੀ ਆਪਾਂ ਗੱਲ ਕਰੀਏ ਕਿੱਲੇ ਦੇ ਵਿੱਚੋਂ 5000 ਰੁਪਏ ਦਾ ਫਰਕ ਪੈ ਜਾਊਗਾ। ਮੈਨੂੰ ਨਹੀਂ ਲੱਗਦਾ ਇਸ ਤਰ੍ਹਾਂ ਕੋਈ ਕਿਸਾਨ ਜਿਹੜਾ ਹੈਗਾ ਵਾ 100 ਰੁਪਇਆ ਘਟਾ ਕੇ ਵੀ ਮੈਂ ਜਾਵਾਂ ਤੇ ਜਾ ਕੇ ਹੀ ਜਿਹੜੀ ਆਪਦੀ ਕਣਕ ਵੇਚ ਕੇ 4 ਘੰਟੇ 'ਚ ਵਿਹਲੇ ਹੋ ਕੇ ਆ ਜਾਵਾਂ ਤੇ ਉਹਦੇ ਲਈ ਮੈਂ ਉਹਦਾ 4000 ਦਾ ਘਾਟਾ ਖਾ ਲਵਾਂ। ਔਰ ਮੈਨੂੰ ਨਹੀਂ ਇਉਂ ਲੱਗਦਾ ਹੋਊਗਾ। ਪਰ ਸਾਡੇ ਜ਼ਿਲ੍ਹੇ ਦੇ ਵਿੱਚ ਸ਼ਾਇਦ ਤੁਹਾਨੂੰ ਪਤਾ ਹੀ ਹੈਗਾ ਵਾ, ਇੱਕ ਅਦਾਨੀ ਖੁੱਲਿਆ ਹੈ ਸਾਈਲੋ, ਜਿਹੜੀ ਮਾਲ ਸਟੋਰ ਕਰਵਾਉਂਦੀ ਹੈਗੀ ਆ, ਉਹ ਵੀ ਅੱਜ ਤੋਂ ਸ਼ੁਰੂ ਹੋ ਗਿਆ। ਅੱਛਾ। ਅੱਜ ਪਹਿਲੇ ਦਿਨ ਜਿਹੜੇ ਹੈਗੇ ਆ ਉੱਥੇ 540 ਟਰਾਲੀਆਂ ਦੇ ਗੇਟ ਪਾਸ ਦਿੱਤੇ ਗਏ ਸੀਗੇ ਜੀ, ਔਰ ਉਹ 540 ਟਰਾਲੀਆਂ ਜਿਹੜੀਆਂ ਧੜਾਧੜ ਖਾਲੀ ਵੀ ਹੋ ਜਾਣੀਆਂ ਸੀਗੀਆਂ, ਪਰ ਇਹ ਥੋੜਾ ਮੀਂਹ ਆ ਗਿਆ, ਬਰਸਾਤ ਆਉਣ ਕਰਕੇ ਜਿਹੜਾ ਕੰਮ ਥੋੜਾ ਜਿਹਾ ਠੱਲ ਪੈ ਗਈ, ਸੈੱਲ ਹੋ ਜਾਣੀ ਹੈਗੀ ਆ। ਉਸ ਤੋਂ ਬਾਅਦ ਪਰ 5-4 ਘੰਟੇ ਬਾਅਦ ਕੰਮ ਥੋੜਾ ਚੱਲਿਆ, ਪਰ ਉਹ ਰੁੜ ਕੇ ਚੱਲਿਆ। ਹੁਣ ਸਵੇਰ ਤੋਂ ਫਿਰ ਉਹਨੇ ਹੀ ਗੇਟ ਪਾਸ ਜਿਹੜੇ ਹੈਗੇ ਆ ਮਾਰਕੀਟ ਕਮੇਟੀ ਵੱਲੋਂ ਫਿਰ ਆੜ੍ਹਤੀਆਂ ਨੂੰ ਇਸ਼ੂ ਕਰ ਦਿੱਤੇ ਗਏ ਆ ਔਰ ਕਿਸਾਨਾਂ ਤੱਕ ਉਹਨਾਂ ਵੱਲੋਂ ਪਹੁੰਚਾ ਦਿੱਤੇ ਗਏ। ਔਰ ਕੱਲ ਫਿਰ 500 ਟਰਾਲੀ ਉੱਥੇ ਪਹੁੰਚੇਗੀ। ਕਾਫੀ ਲੰਮੀਆਂ ਲਾਈਨਾਂ ਲੱਗੀਆਂ ਹੈਗੀਆਂ ਵਾ, ਮਾਲ ਨਿਕਲੇਗਾ। ਪਰ ਜਿਹੜੀ 100 ਰੁਪਏ ਵਾਲੀ ਗੱਲ ਤੁਸੀਂ ਕਹਿ ਰਹੇ ਹੈਗੇ ਹੋ, ਇਸ ਤਰ੍ਹਾਂ ਦੀ ਹਜੇ ਤੀ ਸਾਡੇ ਜਿਹੜੇ ਹੈਗੇ ਸਾਹਮਣੇ ਕੋਈ ਨਹੀਂ ਆਏਗੀ। ਔਰ ਮੈਨੂੰ ਨਹੀਂ ਲੱਗਦਾ ਕੋਈ ਇਸ ਤਰ੍ਹਾਂ ਦਾ ਹੋਏਗਾ ਵੀ ਕਿਸਾਨ 100 ਰੁਪਏ ਦਾ, ਕਿਉਂਕਿ ਅੱਜ ਕੱਲ ਤਾਂ 10 ਰੁਪਏ ਭਾਅ ਜਦੋਂ ਸੈਲਰ ਵਾਲੇ ਮਾਲ ਖਰੀਦਦੇ ਸੀਗੇ, ਸਰਕਾਰੀ ਭਾਅ ਤੋਂ 10 ਰੁਪਏ ਘੱਟ ਖਰੀਦ ਲੈਂਦੇ ਕਿ ਤੇ ਉਦੋਂ ਹੀ ਰੌਲਾ ਪੈ ਜਾਂਦਾ ਹੈਗਾ। ਮਾਰਕੀਟ ਕਮੇਟੀ ਵਾਲੇ ਕਹਿੰਦੇ ਸੀ ਘੱਟ ਲਿਖਣਾ ਸੀਗਾ, ਉਹ ਪੂਰੇ ਰੇਟ ਤੇ ਲਿਖਣਾ ਰਜਿਸਟਰਾਂ ਦੇ ਵਿੱਚ, ਤੇ ਕਿਸਾਨ ਨੂੰ 10 ਰੁਪਏ ਘੱਟ ਦੇਣੇ। ਉਹ ਫਰਕ ਜਿਹੜਾ ਫਿਰ ਹੱਥੋਂ ਤੇ ਦੇਣਾ, ਉਦੋਂ ਵੀ ਕਾਫੀ ਤੁਹਾਨੂੰ ਪਤਾ ਹੋਏਗਾ 2 ਸਾਲ ਪਹਿਲਾਂ ਰੌਲਾ ਵੀ ਪੈ ਗਿਆ ਸੀਗਾ, ਕਾਫੀ ਸੈਲਰ ਵਾਲਿਆਂ ਤੇ ਰੇਟਾਂ ਵੀ ਹੋਈਆਂ ਸੀਗੀਆਂ। ਸੋ 100 ਰੁਪਏ ਦੀ ਗੱਲ ਤਾਂ ਇੱਕ ਬਹੁਤ ਵੱਡੀ ਗੱਲ ਹੈ। ਜੀ। ਸੋ ਕਰੋਨਾ ਦੀ ਸਥਿਤੀ ਕੀ ਬੋਲਦੀ ਹੈ ਜੀ? ਕਰੋਨਾ ਦੀ ਸਥਿਤੀ ਦੇਖੋ ਜੀ, ਮੋਗੇ ਤਾਂ ਹਜੇ ਉਵੇਂ ਖੜੀ ਹੈਗੀ ਹੈ। ਜਿਸ ਤਰ੍ਹਾਂ ਕਿ ਪਹਿਲਾਂ 4 ਪੇਸ਼ੈਂਟ ਪੋਜ਼ਿਟਿਵ ਆਏ ਸੀਗੇ, ਉਹਨਾਂ ਦੀ ਅੱਜ ਇੱਕ ਵਾਰੀ ਮੁੜ ਤੋਂ ਜਿਹੜੀ ਰਿਪੋਰਟ ਜਾਣੀ ਸੀਗੀ, 14 ਦਿਨ ਉਹਨਾਂ ਨੂੰ ਹੋ ਚੁੱਕੇ ਹੈਗੇ ਆ। ਔਰ ਉਸ ਤੋਂ ਬਾਅਦ ਕਈ ਸ਼ੱਕੀ ਮਰੀਜ਼ ਆਏ ਸੀਗੇ, ਜਿਵੇਂ 4 ਕੁ ਦਿਨ ਪਹਿਲਾਂ ਜਿਹੜਾ ਆਪਣੇ ACP ਲੁਧਿਆਣੇ ਦੇ ਜਿਹੜੀ ਹੋਈ ਮੌਤ ਹੋਈ ਹੈ, ਉਹਨਾਂ ਦਾ ਗਨਮੈਨ ਸੀਗਾ, ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਸੀ, ਉਹਦੇ ਨਾਨਕੇ ਤੇ ਮੋਗੇ ਸੀਗੇ। ਅੱਛਾ ਜੀ। ਉਹ ਮੋਗੇ ਰਹਿ ਕੇ ਵੀ ਗਿਆ ਸੀਗਾ ਪਿੰਡ ਰਾਮੂ ਵਾਲੇ, ਔਰ ਉੱਥੇ ਜਿੱਥੇ ਰਹਿ ਕੇ ਗਿਆ ਉਹ ਪਰਿਵਾਰ ਦੇ 7 ਜੀ ਸੀਗੇ। 7 ਜੀਆਂ ਦੇ ਜਿਹੜੇ ਟੈਸਟ ਲਏ ਗਏ ਸੀਗੇ, ਉਹਨਾਂ ਦੀ ਰਿਪੋਰਟ ਜਿਹੜੀ ਹੈਗੀ ਉਹਨਾਂ ਦੀ ਅੱਜ ਆ ਗਈ, ਉਹ ਨੈਗੇਟਿਵ ਰਿਪੋਰਟ ਪਾਈ ਗਈ ਹੈ। ਇਹ ਵੀ ਇੱਕ ਮੋਗੇ ਜ਼ਿਲ੍ਹੇ ਲਈ ਕਹਿ ਸਕਦੇ ਆਪਾਂ ਬਹੁਤ ਵੱਡੀ ਗੱਲ ਹੈਗੀ ਹੈ। ਕੋਈ ਵੀ ਜਿਹੜਾ ਕੇਸ ਹੈਗਾ ਉਸ ਤੋਂ 4 ਤੋਂ ਬਗੈਰ ਹੋਰ ਕੋਈ ਸਾਹਮਣੇ ਨਹੀਂ ਆਇਆ। ਸ਼ੱਕੀ ਮਰੀਜ਼ ਜ਼ਰੂਰ ਜਿਹੜੇ ਸਾਹਮਣੇ ਆਏ ਹੈਗੇ ਆ, ਟੈਸਟ ਹੋਏ ਹੈਗੇ ਆ, ਔਰ ਉਹਨਾਂ ਦੀ ਰਿਪੋਰਟਾਂ ਵੀ ਨੈਗੇਟਿਵ ਆਈਆਂ ਜੀ। ਹੁਣ 4 ਦੇ ਜਿਹੜੇ ਟੈਸਟ ਹੈ ਅੱਜ ਸੈਂਪਲ ਚਲੇ ਗਏ ਹੋਗੇ, ਔਰ ਇਹਨਾਂ ਦੀ ਰਿਪੋਰਟ ਵੀ ਪਰਸੋਂ ਤੇ ਆਉਣ ਦੀ ਸੰਭਾਵਨਾ ਹੈਗੀ ਆ। ਚਲੋ ਗੁਰੂ ਮਹਾਰਾਜ ਭਲੀ ਕਰੇ ਜੀ। ਕੀ ਇਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਪਿੰਡ ਜੀ? ਬਿਲਕੁਲ, ਇਹ ਆਈਸੋਲੇਟ ਸੀ ਤੇ ਸਿਵਲ ਹਸਪਤਾਲ ਦੇ ਵਿੱਚ ਨਿਗਰਾਨੀ ਦੇ ਵਿੱਚ ਹੈ। 13 ਬੰਦਿਆਂ ਦਾ ਗਰੁੱਪ ਸੀਗਾ। 9 ਬੰਦੇ ਜਿਹੜੇ ਹੈਗੇ ਸਾਡੇ ਇੱਥੇ ਜਨੇਰ ਚ ਬਣਿਆ ਹੋਇਆ ਡਿਟੈਕਸ਼ਨ ਸੈਂਟਰ, ਉੱਥੇ ਰੱਖੇ ਆ, ਤੇ 4 ਬੰਦੇ ਜਿਹੜੇ ਇੱਥੇ ਆਪਦੇ ਕੋਲ ਰੱਖੇ ਹੋਏ ਸਿਵਲ ਹਸਪਤਾਲ ਦੇ ਵਿੱਚ। ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਜੀ। ਸਮੇਂ ਤੇ ਇਹਨਾਂ ਦੀ ਜਿਹੜੀ ਹੈਗੀ ਜ਼ਰੂਰਤ ਵੀ ਪੂਰੀ ਕੀਤੀ ਜਾ ਰਹੀ ਹੈ। PPE ਕਿੱਟ ਪਾ ਕੇ ਇਹਦੇ ਕੋਲ ਡਾਕਟਰ ਸਾਹਿਬਾਨ ਸਭ ਜਾਂਦੇ ਹੈਗੇ ਆ, ਪੂਰਾ ਧਿਆਨ ਰੱਖਿਆ ਜਾਂਦਾ। ਔਰ ਉਹਨਾਂ ਨਾਲ ਪਿੱਛੇ ਜੀ ਇੱਕ ਵੀਡੀਓ ਵੀ ਸਿਵਲ ਹਸਪਤਾਲ ਵਾਲਿਆਂ ਨੇ ਅੰਦਰੋਂ ਬਣਾ ਕੇ ਪਾਈ ਸੀਗੀ ਸੋਸ਼ਲ ਮੀਡੀਆ ਤੇ, ਵੀ ਅੰਦਰਲੇ ਉਹਨਾਂ ਦੇ ਹਾਲਾਤ ਦਿਖਾਏ ਸੀ, ਉਹਨਾਂ ਨਾਲ ਗੱਲਬਾਤ ਕਰਦੇ ਦਿਖਾਇਆ ਸੀਗੇ ਵੀ ਬਿਲਕੁਲ ਠੀਕ ਹੈਗੇ, ਉਹਨਾਂ ਨੂੰ ਕੋਈ ਖਾਂਸੀ, ਕੋਈ ਬੁਖਾਰ ਜਾਂ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਹੈਗੀ। ਔਰ ਪਹਿਲੇ ਦਿਨ ਤੋਂ ਹੀ ਜਿਹੜੇ ਡਾਕਟਰ ਕਹਿਤੇ ਆ ਰਹੇ ਹੈਗੇ, ਇਹਨਾਂ ਦਾ ਟੈਸਟ ਪੋਜ਼ਿਟਿਵ ਜ਼ਰੂਰ ਆਇਆ ਹੈਗਾ ਵਾ, ਪਰ ਸ਼ਿਕਾਇਤ ਇਹਨਾਂ ਦੇ ਵਿੱਚ ਐਸੀ ਕੋਈ ਨਹੀਂ ਹੈਗੀ। ਸਰੀਰ ਪੱਖੋਂ ਵੀ ਜਿਹੜੇ ਹੈਗੇ ਤੰਦਰੁਸਤ ਲੱਗ ਰਹੇ ਹੈਗੇ ਆ। ਪਰ ਉਹਨਾਂ 'ਚ ਇੱਕ ਬੰਦਾ ਹੈਗਾ, ਉਹਨੂੰ ਜਿਹੜੀ ਸ਼ੂਗਰ ਦੀ ਵੀ ਜਿਹੜੀ ਹੈਗੀ ਆ ਸ਼ਿਕਾਇਤ, ਪਰ ਸਰੀਰ ਪੱਖੋਂ ਠੀਕ ਹੈਗੇ। ਅਜੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ। ਧੰਨਵਾਦ ਜੀ, ਮਿਹਰਬਾਨੀ। ਤੇ ਫਾਜ਼ਿਲਕਾ ਵੱਲ ਰੁਕ ਕਰਦੇ ਸੁਰਿੰਦਰਜੀਤ ਜੀ ਸਾਡੇ ਨਾਲ ਨੇ। ਸੁਰਿੰਦਰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੁਰਿੰਦਰ, ਸਭ ਤੋਂ ਪਹਿਲਾਂ ਮੌਸਮ ਕੀ ਬੋਲ ਰਿਹਾ? ਜੀ ਸਰ, ਮੌਸਮ ਜਿਹੜਾ ਫਿਲਹਾਲ ਜਿਹੜੇ ਸਵੇਰੇ ਜਿਹੜਾ ਸੀਗਾ ਕਾਫੀ ਖਰਾਬ ਸੀਗਾ, ਔਰ ਇੱਥੇ ਬਾਰਿਸ਼ ਵੀ ਕਾਫੀ ਪਈ ਸੀ ਜਿਹੜੀ, ਲੇਕਿਨ ਉਸ ਤੋਂ ਬਾਅਦ ਮੌਸਮ ਠੀਕ ਵੀ ਹੋ ਗਿਆ ਸੀਗਾ। ਔਰ ਜਿਹੜਾ ਦਿਨੇ ਮੌਸਮ ਸਾਰਾ ਦਿਨ ਅੱਜ ਠੀਕ ਰਿਹਾ, ਤਾਂ ਹੁਣ ਜਿਹੜਾ ਕਾਫੀ ਨੇਰ ਜਿਹਾ ਝੱਖੜ
ਚਾਲੂ ਹੋ ਗਿਆ। ਇਸ ਜੀ। ਤਰ੍ਹਾਂ ਲੱਗ ਰਿਹਾ ਮੌਸਮ ਦੇਖ ਕੇ ਜਿਸ ਤਰ੍ਹਾਂ ਕਿ ਬਰਸਾਤ ਹੋ ਸਕਦੀ ਹੈ ਇਸ ਇਲਾਕੇ ਦੇ ਵਿੱਚ। ਜੀ। ਤੇ ਦੂਸਰੀ ਗੱਲ, ਬਾਂਡੀ ਵਾਲੇ ਪਿੰਡ ਦੇ ਵਿੱਚ ਜਿਵੇਂ ਪੰਚਾਇਤ ਦਾ ਆਪਸ ਵਿੱਚ ਟਸਲਬਾਜ਼ੀ ਹੈ, ਲੋਕ ਤਾਂ ਕਰੋਨਾ ਦੇ ਟਾਈਮ ਆ ਗਿਆ, ਲੋਕ ਸੇਵਾ ਕਰ ਰਹੇ ਨੇ, ਬਾਂਡੀ ਵਾਲੇ ਦੀ ਪੰਚਾਇਤ ਹਜੇ ਵੀ ਲੜੀ ਫਿਰਦੀ ਹੈ, ਉੱਥੋਂ ਦੇ ਗਰੀਬਾਂ ਦੀ ਸਥਿਤੀ ਬੜੀ ਦਰਦਨਾਕ ਹੋਈ ਪਈ ਹੈ। ਕੀ ਅਪਡੇਟਸ ਨੇ? ਖਟੀਕ ਸਾਹਿਬ ਜਿਹੜੇ ਸਾਡੇ ਖਟਕ ਸਾਹਿਬ ਜਿਹੜੇ ਨੇ SDM ਹੈ, ਉਹ ਵੀ ਉੱਥੇ ਮੌਕੇ ਤੇ ਜਾ ਕੇ ਆਏ ਨੇ, ਕੋਈ ਸਥਿਤੀ 'ਚ ਇੰਪਰੂਵਮੈਂਟ ਹੋਈ? ਜੀ ਬਿਲਕੁਲ, ਜਿਹੜਾ ਇਹਨਾਂ ਵੱਲੋਂ ਤਾਂ ਭਰੋਸਾ ਦਿੱਤਾ ਜਾ ਰਿਹਾ ਕਿ ਜਲਦੀ ਇਸ ਮਸਲੇ ਦਾ ਹੱਲ ਕੱਢ ਦਿੱਤਾ ਜਾਏਗਾ, ਲੇਕਿਨ ਪੰਚਾਇਤ ਮੈਂਬਰ ਜਿੰਨੀ ਦੇਰ ਪੰਚਾਇਤ ਮੈਂਬਰ ਔਰ ਸਰਪੰਚ ਦੀ ਆਪਸੀ ਸਹਿਮਤੀ ਨਹੀਂ ਹੋਏਗੀ ਉਨੀ ਦੇਰ ਇਹ ਮਸਲਾ ਹੱਲ ਨਹੀਂ ਹੋਏਗਾ। ਔਰ ਦੂਸਰੇ ਪਾਸੇ ਇਸ ਪਿੰਡ ਦੇ ਵਿੱਚ ਗਰੀਬ ਜਿਹੜੀ ਕਾਫੀ ਮਾਤਰਾ ਦੇ ਵਿੱਚ ਉੱਥੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕ ਨੇ, ਔਰ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜਾ ਇਸ ਕਰਫਿਊ ਦੇ ਚੱਲਦਿਆਂ ਉਹਨਾਂ ਨੂੰ ਕੋਈ ਸਹਾਇਤਾ ਵੀ ਨਹੀਂ ਮਿਲਦੀ। ਜਿਸ ਤਰ੍ਹਾਂ ਕਿ ਇੱਕ ਪਰਿਵਾਰ ਤਾਂ ਇਹੋ ਜਿਹਾ ਵੀ ਉਸ ਦੇ ਵਿੱਚ ਜਿਹੜੇ ਸਿਰਫ ਇੱਕ ਲੇਡੀ ਸੀ ਕਮਾਉਣ ਵਾਲੀ ਹੈ, ਉਸਦਾ ਪਤੀ ਜਿਹੜਾ ਉਹ ਕਾਫੀ ਦੇਰ ਤੋਂ ਬਿਮਾਰ ਪਿਆ ਬਿਸਤਰੇ ਤੇ, ਔਰ ਉਸ ਨੂੰ ਜਿਹੜਾ ਆਪਣੇ ਸਾਰੇ ਪਰਿਵਾਰ ਨੂੰ ਪਾਲਣਾ ਪੈ ਰਿਹਾ, ਉਹਨੂੰ ਮਿਹਨਤ ਮਜ਼ਦੂਰੀ ਵੀ ਨਹੀਂ ਮਿਲਦੀ ਔਰ ਨਾ ਹੀ ਸਰਕਾਰ ਵੱਲੋਂ ਕੋਈ ਸਹਾਇਤਾ ਮਿਲਦੀ। ਇਸ ਕਰਕੇ ਉਹਨੂੰ ਕਾਫੀ ਪਰੇਸ਼ਾਨੀ ਸਾਹਮਣੇ ਆ ਰਹੀ ਹੈ। ਔਰ ਇਸ ਤਰ੍ਹਾਂ ਹੀ ਹੋਰ ਵੀ ਪਿੰਡ ਦੇ ਵਿੱਚ ਕਾਫੀ ਜਿਹੜੇ ਮਜ਼ਦੂਰ ਗਰੀਬ ਪਰਿਵਾਰ ਜਿਹੜੇ ਨੇ ਉਹ ਕਾਫੀ ਪਰੇਸ਼ਾਨ ਨੇ। ਇੱਕ ਪਰਿਵਾਰ ਦੀ ਤਾਂ ਦਵਾਈਆਂ ਜਿਹੜੀਆਂ ਉਹ ਦਵਾਈਆਂ ਦਾ ਹੀ ਖਰਚਾ ਤਕਰੀਬਨ 5 ਤੋਂ ਲੈ ਕੇ 10,000 ਤੱਕ ਮਹੀਨਾ ਪ੍ਰਤੀ ਮਹੀਨਾ। ਜੀ। ਔਰ ਮਿਹਨਤ ਮਜ਼ਦੂਰੀ ਮਿਲਣ ਨਾ ਕਰਕੇ ਉਹਨਾਂ ਦਵਾਈਆਂ ਪਿੱਛੋਂ ਵੀ ਕਾਫੀ ਪਰੇਸ਼ਾਨੀ ਆ ਰਹੀ ਹੈ। ਸਰਕਾਰ ਕੋਈ ਮਦਦ ਕਰ ਰਹੀ, ਜਿਹੜੇ ਡੀਸੀ ਸਾਹਿਬ ਨਾਲ ਡਿਊਟੀ ਲਗਾਈ ਗਈ ਸੀ SDM ਸਾਹਿਬ ਦੀ, ਪਰ ਉਹ ਮੌਕਾ ਵੇਖ ਕੇ ਆਏ ਨੇ, ਉਹਨਾਂ ਨੇ ਇੰਨਾ ਭਰੋਸਾ ਜ਼ਰੂਰ ਦਿੱਤਾ ਵੀ ਜਲਦੀ ਇਸ ਮਸਲੇ ਦਾ ਹੱਲ ਕੱਢ ਦਿੱਤਾ ਜਾਏਗਾ। ਲੇਕਿਨ ਜਿੰਨੀ ਦੇਰ ਮਸਲੇ ਦਾ ਹੱਲ ਨਹੀਂ ਨਿਕਲਦਾ ਉਨੀ ਦੇਰ ਤਾਂ ਇਹ ਪਰਿਵਾਰ ਵਿਚਾਰੇ ਇਸ ਤਰ੍ਹਾਂ ਮਜਬੂਰੀ ਦੇ ਵਿੱਚ ਹੀ ਅੱਜ ਦਿਨ ਕੱਟ ਰਹੇ ਨੇ ਜੀ। ਤੇ ਬਾਕੀ ਜਿਹੜੀਆਂ ਚਰਚਾਵਾਂ ਨੇ ਕਿ ਕਿਸਾਨਾਂ ਦੀ ਲੁੱਟ ਦਾ ਸਿਲਸਿਲਾ ਸ਼ੁਰੂ ਹੋਇਆ ਹੋਇਆ ਹੈ, ਕਈ ਕਿਸਾਨਾਂ ਨੂੰ ਜਲਦੀ ਵਿਹਲੇ ਕਰਨ ਦੇ ਨਾਂ ਦੇ ਉੱਤੇ ਕੁਝ ਕਾਟ ਲਾਈ ਜਾ ਰਹੀ ਹੈ ਕਿ ਇੰਨੇ ਰੁਪਏ ਗੱਟਾ ਦੇ ਦਿਓ, ਇੰਨੇ ਰੁਪਏ ਗੱਟਾ ਦੇ ਦਿਓ, ਅਜਿਹੀ ਕੁਝ ਚਰਚਾ ਫਾਜ਼ਿਲਕਾ ਦੇ ਵਿੱਚ? ਜੀ ਬਿਲਕੁਲ, ਇਸ ਤਰ੍ਹਾਂ ਦੀ ਕਾਫੀ ਕਿਸਾਨਾਂ ਕੋਲੋਂ ਸੁਣਨ ਨੂੰ ਮਿਲੇ ਆ। ਬਾਕੀ ਖੁੱਲ ਕੇ ਜਿਹੜਾ ਕਿਸਾਨ ਵੀ ਕਰੇ ਉਹ ਡਰਦੇ ਮਾਰੇ ਕੋਈ ਸਾਹਮਣੇ ਬੋਲਣ ਨੂੰ ਤਿਆਰ ਨਹੀਂ ਕੈਮਰਿਆਂ ਦੇ ਅੱਗੇ, ਕਿਉਂਕਿ ਉਹਨਾਂ ਨੂੰ ਡਰ ਹੈ ਕਿਤੇ ਉਹਨਾਂ ਨੂੰ ਜਿਹੜਾ ਜਾਣਬੁੱਝ ਕੇ ਲਮਕਾਇਆ ਨਾ ਜਾਵੇ, ਉਹਨਾਂ ਦੀ ਫਸਲ ਦੀ ਖਰੀਦ ਨਾ ਦੱਸੀ ਜਾਵੇ ਜਾਂ ਕੀਤੀ ਜਾਵੇ, ਜਾਂ ਉਹਨਾਂ ਨੂੰ ਕੋਈ ਨਾ ਕੋਈ ਬਹਾਨਾ ਲਗਾ ਕੇ ਲੇਟ ਨਾ ਕੀਤਾ ਜਾਵੇ। ਉਹ ਖੁੱਲ ਕੇ ਕਰੇ ਕੈਮਰੇ ਸਾਹਮਣੇ ਬੋਲ ਨਹੀਂ ਪਾ ਰਹੇ, ਲੇਕਿਨ ਉਹ ਬਿਨਾਂ ਕੈਮਰੇ ਦੇ ਬੋਲਣ ਨੂੰ ਜ਼ਰੂਰ ਤਿਆਰ ਨੇ। ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਜਿਹੜਾ ਚਾਹੇ ਇਸ ਮਾਰਕੀਟ ਕਮੇਟੀ ਦੇ ਕੋਈ ਅਧਿਕਾਰੀ ਨੇ ਜਾਂ ਕੋਈ ਖਰੀਦ ਏਜੰਸੀਆਂ ਦਾ ਅਧਿਕਾਰੀ ਹੈ, ਉਹਨਾਂ ਨੂੰ ਡਿਮਾਂਡ ਜ਼ਰੂਰ ਕੀਤੀ ਜਾ ਰਹੀ ਹੈ ਤੁਸੀਂ ਕੁਛ ਪੈਸੇ ਦੇ ਦਿਓ, ਜਿਹੜਾ ਪਰ ਟਰਾਲੀ ਮਗਰ ਤੇ ਤੁਹਾਡੀ ਜਿਹੜੀ ਫਸਲ ਦੀ ਖਰੀਦ ਵੀ ਜਲਦੀ ਕਰਾ ਦਿੱਤੀ ਜਾਏਗੀ ਤੇ ਲਿਫਟਿੰਗ ਇਹ ਸਾਰਾ ਕੁਝ ਤੁਹਾਨੂੰ ਮੰਡੀ ਤੋਂ ਜਲਦੀ ਵਿਹਲਾ ਕਰਕੇ ਘਰੇ ਭੇਜ ਦਿੱਤਾ ਜਾਏਗਾ ਜੀ। ਔਰ ਦੂਸਰੀ ਗੱਲ ਜਿਹੜੀ ਇੱਕ ਸਾਰਾ ਵੱਡੀ ਸਾਹਮਣੇ ਆਈ ਹੈ, ਮਾਰਕੀਟ ਕਮੇਟੀ ਦੇ ਜਿਹੜੇ ਅਧਿਕਾਰੀ ਇੱਥੇ ਲਗਾਏ ਗਏ ਨੇ ਨਵੀਂ ਚੈੱਕ ਕਰਨ, ਜਿਹੜੀ ਨਵੀਂ ਹੈ ਸਰਕਾਰ ਵੱਲੋਂ ਉਹ 12 ਰੱਖੀ ਗਈ ਹੈ। ਲੇਕਿਨ ਇਸ ਇਲਾਕੇ ਦੇ ਵਿੱਚ ਜਿਵੇਂ 2 ਦਿਨ ਪਹਿਲਾਂ ਹੀ ਬਾਰਿਸ਼ ਕਾਫੀ ਪਈ ਸੀ ਔਰ ਗੜੇ ਵੀ ਪਏ ਸੀਗੇ ਜੀ, ਉਸ ਬਾਰਿਸ਼ ਦੇ ਅਸਰ ਕਰਕੇ ਜਿਹੜੀ ਕਿਸਾਨਾਂ ਦੀ ਜਿਹੜੀ ਫਸਲ ਸੀਗੀ ਉਹ ਗਿੱਲੀ ਹੋ ਗਈ ਸੀਗੀ, ਨਵੀਂ ਤਾਂ ਆਣੀ ਸੀਗੀ। ਪਰ ਇਹ ਦੇਖਿਆ ਗਿਆ ਜਦੋਂ ਅਸੀਂ ਥੋੜੀ ਦੇਰ ਪਹਿਲਾਂ ਕੈਮਰੇ ਕੱਢਣ ਤੋਂ ਪਹਿਲਾਂ ਜਿਹੜੇ ਉੱਥੇ ਖੜੋਤੇ ਸੀਗੇ ਦੂਰ, ਔਰ ਟਰਾਲੀਆਂ ਜਿਹੜੀਆਂ ਸ਼ਰੇਆਮ ਟਪਾਈਆਂ ਜਾ ਰਹੀਆਂ ਸੀਗੀਆਂ। ਉਸ ਤੋਂ ਬਾਅਦ ਜਦੋਂ ਅਸੀਂ ਕੈਮਰੇ ਉੱਥੇ ਜਾ ਕੇ ਕਵਰੇਜ ਕਰਨ ਲੱਗੇ ਹਾਂ, ਉਦੋਂ ਦੇਖਿਆ ਗਿਆ ਜਦੋਂ ਹਰ ਟਰਾਲੀ ਚੈਕਿੰਗ ਕੀਤੀ ਗਈ ਉਦੋਂ ਕਿਸੇ ਦਾ 15 ਮੋਇਸਚਰ ਆ ਰਿਹਾ ਸੀਗਾ, ਕਿਸੇ ਦਾ 17 ਆ ਰਿਹਾ ਸੀਗਾ। ਮਤਲਬ ਕਿ ਜੋ ਸਰਕਾਰ ਨੇ 12 ਕਿਹਾ 12 ਕਿਸੇ ਟਰਾਲੀ ਦਾ ਵੀ ਨਹੀਂ ਸੀਗਾ। ਔਰ ਜਿਹੜੇ ਉੱਥੇ ਅਧਿਕਾਰੀ ਨੇ ਚੈੱਕ ਕਰਨ ਵਾਲੇ, ਉਹਨਾਂ ਵੱਲੋਂ ਕੋਈ ਨਾ ਕੋਈ ਉਲਟ ਪੁਲਟ ਕੀਤੀ ਜਾ ਰਹੀ ਸੀ, ਜਿਹਦੇ ਨਾਲ ਜਿਹੜੀਆਂ ਕਿ ਪਹਿਲਾਂ ਟਰਾਲੀਆਂ ਜਿਹੜੀਆਂ ਉਹ ਟਪਾਈਆਂ ਗਈਆਂ ਸੀ। ਗੱਲ ਉਹੀ ਆ ਗਈ ਨਾ, ਉਲਟ ਪੁਲਟ ਦੇ ਵਿੱਚ ਗੱਲ ਤਾਂ ਸਾਹਮਣੇ ਆਏਗੀ ਵੀ ਕਿਤੇ ਨਾ ਕਿਤੇ ਤਾਂ ਗੜਬੜ ਹੈ। ਉਹੀ ਹੈ ਬਿਲਕੁਲ। ਉੱਥੇ ਜਿਹੜੇ ਕੁਝ ਲੋਕ ਖੜੋਤੇ ਸੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਅੱਖਾਂ ਦੇ ਅੱਖਾਂ 'ਚ ਇਸ਼ਾਰੇ ਹੁੰਦੇ ਨੇ, ਆਂਖੋਂ ਹੀ ਆਂਖੋਂ ਮੇਂ ਇਸ਼ਾਰਾ ਹੋ ਗਿਆ। ਹਾਂਜੀ, ਅੱਖਾਂ ਦੇ ਇਸ਼ਾਰਿਆਂ ਦੇ ਨਾਲ ਸੈਟਿੰਗ ਹੋ ਜਾਂਦੀ ਹੈ ਤੇ ਜਿੰਦੀ ਸੈਟਿੰਗ ਹੋ ਜੇ ਉਹਦਾ ਮੋਇਸਚਰ ਸਹੀ ਆ ਜਾਂਦਾ, ਜਿੰਦੀ ਸੈਟਿੰਗ ਨਹੀਂ ਹੁੰਦੀ ਉਹਦਾ ਮੋਇਸਚਰ ਵਾਪਸ ਕਰ ਦਿੰਦੇ ਨੇ ਤੁਹਾਡੀ ਟਰਾਲੀ ਤੁਸੀਂ ਵਾਪਸ ਲਈ। ਮੇਨ ਗੱਲ ਇਹ ਸਰ ਇੱਕ ਇਹ ਸਾਹਮਣੇ ਆ ਰਹੀ ਹੈ ਪ੍ਰਸ਼ਾਸਨ ਦੀ, ਜਿਵੇਂ ਮੰਨ ਲਓ
ਇੱਕ ਦਿਨ ਦੇ ਵਿੱਚ 500 ਪਾਸ ਜਾਰੀ ਕਰ ਦਿੱਤਾ ਤੁਸੀਂ। ਜੀ ਜੀ। ਉਹ ਪਾਸ ਲੈ ਕੇ ਕਿਸਾਨ ਤਾਂ ਆ ਗਿਆ ਇੱਥੇ ਮੰਡੀ ਦੇ ਵਿੱਚ, ਉਹਨੇ ਤੇਲ ਵੀ ਬਾਲ ਲਿਆ, ਕਿਸੇ ਨੇ ਤੇ ਕਿਰਾਏ ਤੇ ਟਰਾਲੀ ਕਰਕੇ ਲੈ ਕੇ ਆਂਦਾ, ਉਹਦੀ ਖੱਜਲ ਖੁਆਰੀ ਤਾਂ ਹੋ ਗਈ ਸਾਰੀ। ਉਹਨੂੰ ਪਾਸ ਵੀ ਜਾਰੀ ਕਰ ਦਿੱਤਾ, ਪਰ ਜਿਹੜਾ ਪਾਸ ਹੈ ਵੈਲਿਡ ਵੀ 24 ਘੰਟਿਆਂ ਦਾ। ਔਰ ਜੇ ਮੰਨ ਲਓ ਮੰਡੀ ਲੈ ਕੇ ਆਇਆ ਤੇ ਉਸ ਦੀ ਮੋਇਸਚਰ ਜ਼ਿਆਦਾ ਨਿਕਲਿਆ ਤੇ ਉਹਦੀ ਖੱਜਲ ਖੁਆਰੀ ਹੋ ਗਈ, ਉਹ ਦੁਬਾਰਾ ਅੱਛਾ, ਮੰਡੀ ਨਹੀਂ ਵੜਨ ਦਿੰਦੇ ਉਹਨੂੰ, ਮੰਡੀ ਨਹੀਂ ਵੜਨ ਦਿੰਦੇ ਕਹਿਣ ਤੋਂ ਭਾਵ? ਜੀ ਬਿਲਕੁਲ। ਮੰਡੀ ਦੇ 4 ਦਰਵਾਜ਼ੇ ਨੇ, ਵਿੱਚ 4 ਗੇਟਾਂ ਦੇ ਵਿੱਚੋਂ 2 ਦੇ ਜਿਹੜੀਆਂ ਪੱਕੀਆਂ ਦੀਵਾਰਾਂ ਖੜੀਆਂ ਕਰ ਦਿੱਤੀਆਂ ਗਈਆਂ, ਉਹ 2 ਹੀ ਗੇਟ ਰੱਖੇ ਗਏ ਨੇ, ਸਿਰਫ ਇੱਕ ਐਂਟਰੀ। ਚਲੋ ਢੇਰੀ ਤਾਂ ਲਵਾ ਲਓ, ਘੱਟੋ ਘੱਟ ਉਹਦੀ ਵੀ 2 ਦਿਨ ਬਾਅਦ ਤੋਲ ਦਿਓ, ਐਡੀ ਵੀ ਕਿੱਡੀ ਗੱਲ। ਬਿਲਕੁਲ, ਜ਼ਿਮੀਂਦਾਰਾਂ ਦਾ ਇਹੀ ਕਹਿਣਾ ਸੀ, 1-2 ਪੁਆਇੰਟ ਜੇ ਮੋਇਸਚਰ ਜ਼ਿਆਦਾ ਵੀ ਹੈ ਤੇ ਉਹ ਬਿਲਕੁਲ। ਸੁਰਿੰਦਰ ਜੀ, ਕੱਲ ਨੂੰ ਇਸੇ ਦੇ ਉੱਤੇ ਇੱਕ ਮੈਂ ਚਾਹਾਂਗਾ ਕਿ ਤੁਸੀਂ ਇੱਕ ਵੀਡੀਓ ਰਿਪੋਰਟ ਵੀ ਬਣਾ ਕੇ ਭੇਜੋ, ਤਾਂ ਜੋ ਸਾਰੇ ਮਾਮਲੇ ਦੀ ਇੱਕ ਦਰਦ ਹੈਗਾ ਕਿਸਾਨਾਂ ਦਾ, ਉਹ ਆਪਾਂ ਜੱਗ ਜ਼ਾਹਰ ਕਰੀਏ। ਧੰਨਵਾਦ ਤੁਹਾਡਾ, ਬਹੁਤ ਬਹੁਤ ਮਿਹਰਬਾਨੀ ਜੀ। ਤੇ ਹੁਣ ਰੁਪਿੰਦਰ ਸੇਖੋਂ ਜੀ, ਤੁਸੀਂ ਦੱਸੋ ਤੁਹਾਡੇ ਕੀ ਹਾਲਾਤ ਨੇ? ਜਿਵੇਂ ਤੁਸੀਂ ਸੁਣਿਆ ਹੀ ਹੈ, ਹਾਲਾਤ ਫਾਜ਼ਿਲਕਾ ਦੇ ਵਿੱਚ ਕਿਸਾਨਾਂ ਦੀ ਕਿਸ ਤਰ੍ਹਾਂ ਜਿਹੜੀ ਲੁੱਟ ਹੋ ਰਹੀ ਹੈ, ਇੱਥੇ ਕੀ ਹਾਲਾਤ ਨੇ? ਸਭ ਤੋਂ ਪਹਿਲਾਂ ਦਾਨੇਵਾਲੇ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਦਾਨੇਵਾਲੇ ਸਾਹਿਬ, ਪਹਿਲਾਂ ਤਾਂ ਗੱਲ ਇਹ ਆ ਵੀ ਮਾੜੀ ਜੀ ਗੱਲ ਮੈਂ ਕਰੋਨਾ ਦੀ ਕਰਦੇ ਆ ਕਿ ਜਿਹੜਾ ਕਰੋਨਾ ਮੁਕਤਸਰ ਸਾਹਿਬ 'ਚ ਇੱਕ ਹੀ ਪੋਜ਼ਿਟਿਵ ਪਾਇਆ ਗਿਆ ਸੀ ਮੂਲ ਰੂਪ ਦੇ ਵਿੱਚ, ਜਿਹੜਾ ਉਹ ਉੱਥੋਂ ਦਾ ਰਹਿਣ ਵਾਲਾ ਸੀ ਜੀ, ਮੇਟ ਦਾ। ਉਹ ਹੁਣ ਬਿਲਕੁਲ ਠੀਕ ਹੋ ਚੁੱਕਿਆ, ਛੁੱਟੀ ਤਾਂ ਹਲੇ ਨਹੀਂ ਮਿਲੀ। ਮਿਹਰ ਕਰੇ। ਹਾਂ, ਮਿਹਰ ਕਰੇ। ਤੇ ਜਿਹੜੇ 6 ਪੋਜ਼ਿਟਿਵ ਜਿਹੜੇ ਰਹਿੰਦੇ ਸੀ, 6 ਹੋਰ ਸੈਂਪਲ ਉਹ ਆ ਗਏ, ਉਹ ਸਾਰੇ ਨੈਗੇਟਿਵ ਪਾਈ ਗਏ ਆ। ਚਲੋ, ਸੋ ਕਿਸਾਨ ਦੀ ਖਬਰ ਆ। ਦੂਜੀ ਰਹਿ ਗਈ ਜੀ ਜਿਹੜੀ ਹੁਣ ਕਿਸਾਨਾਂ ਦੀ ਆ। ਕਿਸਾਨਾਂ ਦੇ ਕੁਦਰਤ ਦੀ ਕਰੋਪੀ ਆ। ਦੇਖੋ, ਇੱਕ ਹੁਣ ਮੌਸਮ ਬੜਾ ਅੱਜ ਇਸ ਟਾਈਮ ਦੂਜੇ ਜ਼ਿਲ੍ਹਿਆਂ ਤੇ ਤਾਂ ਕਈ ਗੜੇਮਾਰੀ ਹੋਣ ਦੀਆਂ ਖਬਰਾਂ ਹੈ। ਮੁਕਤਸਰ ਜ਼ਿਲ੍ਹੇ ਦੇ ਵਿੱਚ ਇਸ ਟਾਈਮ ਜਿਹੜਾ ਬੱਦਲ ਬਿਲਕੁਲ ਹਵਾਵਾਂ ਤੇਜ਼ ਚੱਲ ਰਹੀਆਂ, ਕਿਸਾਨਾਂ ਦੀ ਜਾਨ ਮੁੱਠੀ ਵਿੱਚ ਆਈ ਹੈ ਦਾਨੇਵਾਲਾ ਸਾਹਿਬ। ਕਿਉਂਕਿ ਸਾਰੀ 20% ਹਾਲੇ ਤੱਕ ਜਿਹੜੀ ਕਟਾਈ ਹੋਈ ਹੈ, 80% ਬਾਕੀ ਹੈ। ਮੰਡੀਆਂ ਦੇ ਵਿੱਚ ਜਿਹੜਾ ਸੋਸ਼ਲ ਡਿਸਟੈਂਸ ਦੀ ਜਿਹੜੀ ਆ, ਉਹ ਬਿਲਕੁਲ ਪੇਂਡੂ ਮੰਡੀਆਂ ਦੇ ਵਿੱਚ ਦਿਸ ਨਹੀਂ ਰਹੀ। ਅੱਜ ਮੈਂ ਕਈ ਮੰਡੀਆਂ ਦਾ ਦੌਰਾ ਕੀਤਾ, ਨਹੀਂ ਉਵੇਂ ਕਿਸਾਨ ਜਿਹੜਾ ਉਸੇ ਤਰ੍ਹਾਂ ਚੱਲ ਰਹੇ ਆ। ਭਾਵੇਂ ਪੁਲਿਸ ਪ੍ਰਸ਼ਾਸਨ ਦੇ ਵੀ 2-2, 3-3 ਕਰਮਚਾਰੀ ਲਾਏ ਆ, ਪਰ ਉਹ ਗੱਲ ਜਿਹੜੀ ਕਿਸਾਨਾਂ ਦੇ ਵਿੱਚ ਹੈ ਨਹੀਂ ਹਲੇ, ਕਿ ਪੇਂਡੂ ਮੰਡੀਆਂ ਦੇ ਵਿੱਚ ਉਹਨਾਂ ਰਸ਼ ਵੀ ਨਹੀਂ ਪਿਆਗਾ। ਪਰ ਦੂਜੀ ਗੱਲ ਇਹ ਰਹੇਗੀ ਪਾਸਾਂ ਦੀ ਜੀ। ਉਹ ਕਿਸਾਨਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ ਕਿ ਹੁਣ ਪਹਿਲਾਂ ਪ੍ਰਸ਼ਾਸਨ ਮਾਰਕ ਕਮੇਟੀ ਦਿੰਦੀ ਸੀ, ਹੁਣ ਆੜ੍ਹਤੀਆਂ ਰਾਹੀਂ ਪਾਸ ਦੇਣ ਦੀਆਂ ਪੰਜਾਬ ਸਰਕਾਰ ਨੇ ਸ਼ਾਇਦ ਹਦਾਇਤਾਂ ਕਰਤੀਆਂ, ਉੱਥੇ ਫਿਰ ਚੱਲ ਪਿਆ ਕੰਮ ਹੈ ਜੀ। ਹਾਂ, ਤੇ ਉਹ ਜਿਹੜਾ ਪਾਸ ਆ ਉਹ ਵੀ 24 ਘੰਟੇ ਦੀ ਮਿਆਦ ਹੈ ਕਿ ਕਿਸਾਨ ਦੀ ਕਮੈਂਡ ਖਰਾਬ ਹੋ ਜਾਂਦੀ ਆ, ਹੋਰ ਕੋਈ ਨੁਕਸ ਪੈ ਜਾਂਦਾ ਹੈ, ਉਹਨੂੰ ਫਿਰ ਅੱਗੇ ਸਿਸਟਮ ਹੈ। ਇਸ ਤਰ੍ਹਾਂ ਥੋੜ੍ਹੀਆਂ ਜਿਹੀਆਂ ਪਰੇਸ਼ਾਨੀ ਜਿਹੜੀਆਂ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਜਿਹੜੇ ਚਿਹਰੇ ਉਦਾਸ ਪਏ ਆ। ਬਾਕੀ ਅੱਜ ਤੱਕ ਜਿਹੜਾ ਮੁਕਤਸਰ ਸਾਹਿਬ ਡਿਸਟ੍ਰਿਕਟ ਦੇ ਵਿੱਚ 27,477 ਮੀਟਰ ਟਨ ਜਿਹੜੀ ਖਰੀਦ ਹੋਈ ਆ। ਤੇ ਅੱਛਾ, ਇੱਕ ਰੁਪਿੰਦਰ ਜੀ ਦੱਸੋ ਕਿ ਜਿਵੇਂ ਤੁਸੀਂ ਗੱਲ ਕਹੀ ਕਿ ਜਦੋਂ ਕਿਸਾਨ ਬੜੀ, ਮੈਂ ਨਾ ਇੱਕ ਸਾਡੀ ਬਦਕਿਸਮਤੀ ਆ, ਤੁਸੀਂ ਵੀ ਕਿਸਾਨ ਪਰਿਵਾਰ ਚੋਂ ਆ, ਮੈਂ ਵੀ ਕਿਸਾਨ ਪਰਿਵਾਰ ਚੋਂ ਆ, ਆਪਣੇ ਲਿਸਨਰ ਵੀ ਕਿਸਾਨ ਹੀ ਨੇ ਜ਼ਿਆਦਾ। ਸਾਡੀ ਇੱਕ ਬਦਕਿਸਮਤੀ ਹੈ ਕਿ ਅਸੀਂ ਕਣਕ ਨੂੰ ਜਾਂ ਝੋਨੇ ਨੂੰ ਵੇਚਣਾ ਨਹੀਂ ਕਹਿੰਦੇ, ਅਸੀਂ ਕਹਿੰਦੇ ਨੇ ਕਿ ਝੋਨਾ ਜਾਂ ਕਣਕ ਸਿੱਟਣ ਚੱਲੇ ਆ ਮੰਡੀ। ਸੋ ਸਥਿਤੀਆਂ, ਸਾਡੀ ਮਜਬੂਰੀਆਂ ਲੈ ਲਓ ਜਾਂ ਸਾਡੀ ਆਦਤ ਨੂੰ ਭਾਂਪਦਿਆਂ ਹੋਇਆਂ ਸਾਡੀ ਲੁੱਟ ਖਸੁੱਟ ਸ਼ੁਰੂ ਹੋ ਜਾਂਦੀ ਹੈ। ਤਾਂ ਪਿੰਡਾਂ ਦੇ ਵਿੱਚ ਵੀ ਸ਼ੁਰੂ ਹੋ ਗਏ ਹੋਣੇ ਆ ਕਿ ਭਾਈ ਤੁਹਾਡੀ ਕਣਕ ਜਿਹੜੀ ਇੰਨੇ ਰੁਪਏ ਸਾਨੂੰ ਦੇ ਦਿਓ ਤੇ ਸਿੱਧੀ ਅਸੀਂ ਘਰੋਂ ਹੀ ਤੋਲ ਲਾਂਗੇ, ਤੁਸੀਂ ਮੰਡੀ ਆ ਕੇ ਕੀ ਕਰਨਾ। ਇਹੋ ਜਿਹੀਆਂ ਗੱਲਾਂ ਆ ਰਹੀਆਂ ਨੇ ਬਾਹਰ ਕੋਈ? ਉਹ ਤਾਂ ਬਿਲਕੁਲ ਦਾਨੇਵਾਲੇ ਸਾਹਿਬ ਆ ਵੀ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਵੀ ਕਿਸਾਨ 6 ਮਹੀਨੇ ਮਿਹਨਤ ਕਰਦਾ, ਐਂਡ ਤੇ ਆ ਕੇ ਉਹਦੀਆਂ ਪਰਿਸਥਿਤੀਆਂ ਇਹੋ ਜਿਹੀਆਂ ਬਣ ਜਾਂਦੀਆਂ ਕਿ ਉਹ ਫਸਲ ਨੂੰ ਕਿਸੇ ਵੀ, ਭਾਵੇਂ ਉਹ ਘਰੇ ਆਪਦਾ ਲੁੱਟ ਦਾ ਸ਼ਿਕਾਰ ਹੁੰਦਾ ਪੈਸੇ ਲੈ ਦੇ ਕੇ, ਤੇ ਭਾਵੇਂ ਉਹ ਮੰਡੀ 'ਚ ਜਾ ਕੇ ਹੁੰਦਾ ਜੀ, ਉਹ ਬਿਲਕੁਲ ਉਸੇ ਤਰ੍ਹਾਂ ਹੀ ਹੈ। ਕੁਝ ਜਿਹੜੇ ਸ਼ੈਲਰਾਂ ਵਾਲੇ, ਕੁਝ ਆੜ੍ਹਤੀਏ, ਕੁਝ ਜਿਵੇਂ ਵੀ ਕਿਸਾਨਾਂ ਨੂੰ ਹੈ, ਤੁਸੀਂ ਮੰਡੀ 'ਚ ਕਰਾਉਣਾ ਪਿੰਡ ਦਾ ਹੀ ਬੰਦਾ ਹੈ। ਆਪਣੇ ਪਿੰਡ 'ਚ ਵੀ ਛੋਟੇ-ਛੋਟੇ ਸੇਠ ਬੈਠੇ ਆ, ਛੋਟੇ ਕਿਸਾਨਾਂ ਦੀ ਕਣਕ ਤਾਂ ਘਰੇ ਹੀ ਤੋਲ ਲੈਂਦੇ ਆ, ਘਰੇ ਤੋਲ ਲੈਂਦੇ ਆ। ਔਰ ਕੋਡ ਵਾਰਡਾਂ ਰਾਹੀਂ ਆਪਾਂ ਨੂੰ ਪਤਾ ਜੋ ਭ੍ਰਿਸ਼ਟਾਚਾਰ ਦਾ ਸਿਸਟਮ ਹੁੰਦਾ, ਲੈਣ ਦੇਣ ਦੀਆਂ ਗੱਲਾਂ ਕਰਕੇ ਉਸ ਤਰੀਕੇ ਦੇ ਵਿੱਚ ਜਿਹੜਾ ਕਿਸਾਨਾਂ ਦੀ ਲੁੱਟ ਹੁੰਦੀ, ਇਹਦੇ ਵਿੱਚ ਆਉਂਦਾ ਛੋਟਾ ਕਿਸਾਨ ਹੀ ਮਾਰਿਆ ਜਾਂਦਾ, ਕਿਉਂਕਿ ਉਹਦੀ ਵਿਚਾਰੇ ਦੀ ਮੰਡੀ 'ਚ ਵੀ ਲੁੱਟ ਹੁੰਦੀ ਆ, ਪੁੱਛ ਪੜਤਾਲ ਵੀ ਨਹੀਂ ਹੁੰਦੀ। 5-10 ਕਿੱਲੇ ਵਾਲਾ ਜਿਹੜਾ ਆਮ ਕਿਸਾਨ ਹੈ, ਜੇ ਆਪਣਾ ਆਪਾਂ ਕਹੀਏ ਵੀ ਜਿਹੜਾ ਲੋਕਡਾਊਨ ਆ, ਉਹਦੇ ਵਿੱਚ ਵੀ ਮੱਧ ਵਰਗੀ ਲੋਕਾਂ ਨੂੰ ਜਿਹੜਾ ਪਰੇਸ਼ਾਨੀ ਆਈ ਹੈ, ਪਹੁੰਚ ਵਾਲੇ ਬੰਦਿਆਂ ਨੂੰ ਕਦੇ ਵੀ ਨਹੀਂ ਆਉਂਦੀ ਜੀ। ਨਾ ਵੱਡੇ ਕਿਸਾਨਾਂ ਨੂੰ ਆ ਰਹੀ ਹੈ, ਮੱਧ ਵਰਗੀ ਕਿਸਾਨ ਜਿਹੜਾ 2-4-5 ਕਿੱਲੇ ਵਾਲਾ, ਉਹਦੀ ਹਾਲਤ ਹਲ ਵੇਲੇ ਮੌਸਮ ਦੀ ਕਨੀਓ ਰੱਖ ਲਓ, ਕੁਦਰਤੀ ਮਾਰ ਵੀ ਆ ਜੀ। ਔਰ ਸਰਕਾਰਾਂ ਦੇ ਪ੍ਰਸ਼ਾਸਨ ਦੇ ਜਿਹੜਾ ਇਹ ਪ੍ਰਬੰਧਾਂ ਦੇ ਵਿੱਚੋਂ ਨਪੀੜਿਆ ਜਾਂਦਾ ਦਾਨੇਵਾਲਾ ਸਾਹਿਬ। ਬੜੀ ਬੇਸਿਕੋ ਸਾਹਿਬ, ਬੜੀ ਦਰਦਨਾਕ ਸਥਿਤੀ ਹੈਗੀ ਆ। ਭਾਵੇਂ ਉਹ ਝੋਨਾ ਬੀਜ ਲੇ, ਭਾਵੇਂ ਉਹ ਗੰਨਾ ਬੀਜ ਲੇ, ਕਿਉਂਕਿ ਤੁਹਾਡਾ ਇਲਾਕਾ ਤਾਂ ਮੈਂ ਦੇਖਿਆ ਕਿ ਸੇਮ ਦੀ ਮਾਰ ਹੇਠ ਆ ਗਿਆ ਸੀ, ਗੰਨਾ ਵੀ ਬੀਜਿਆ ਤਾਂ ਗੰਨਾ ਵੀ ਨਹੀਂ ਵਿਕਿਆ।
ਕੋਈ ਗੰਨਿਆਂ ਦਾ ਪ੍ਰਬੰਧ ਨਹੀਂ, ਪਰਚੀਆਂ ਸਾਲ ਕੋਈ ਉਹਨਾਂ ਨੂੰ ਪੇਮੈਂਟ ਨਹੀਂ ਦਿੱਤੀ ਜਾਂਦੀ। ਕਿਸਾਨਾਂ ਨੇ ਵਿਚਾਰਿਆਂ ਨੇ ਸੰਦ ਬਣਾਏ ਵੇਚ ਵੱਟ ਕੇ। ਇਹੀ ਪ੍ਰਸਥਿਤੀ ਦਾਨੇਵਾਲ ਸਾਹਿਬ ਹੋਰ ਆ। ਜੇ ਸਰਕਾਰ ਫਸਲ ਵਿਭਿੰਨਤਾ ਦੀ ਗੱਲ ਕਰਦੀ ਆ ਜੀ, ਉਹਦੇ ਵਿੱਚ ਵੀ ਜੋ ਕਿਸਾਨਾਂ ਨੇ ਅਪਣਾਇਆ, ਨੌਜਵਾਨ ਕਿਸਾਨਾਂ ਨੇ ਪਰਿਵਾਰਾਂ ਤੋਂ ਪਾਸੇ ਹੋ ਕੇ ਹਟ ਕੇ, ਜੋ ਰਵਾਇਤੀ ਫਸਲਾਂ ਤੋਂ ਪਾਸੇ ਹਟ ਕੇ, ਜੇਕਰ ਇਹ ਖੇਤੀ ਵਿਭਿੰਨਤਾ ਸਰਕਾਰ ਦੇ ਜਿਹੜੇ ਦਾਅਵੇ ਸੀ ਉਹਨਾਂ ਦੇ ਉੱਤੇ ਉਹ ਖਰੇ ਉਤਰਨ ਦੀ ਕੋਸ਼ਿਸ਼ ਕੀਤੀ ਆ, ਪਰ ਉਹ ਮੰਡੀਕਰਨ ਦੇ ਵੱਲੋਂ ਕੋਈ ਵੀ ਉਹਨਾਂ ਨੇ ਮਤਲਬ ਪੱਠੇਦਾਰ, ਫਸਲਦਾਰ ਜਾਂ ਕੋਈ ਵੀ ਦਾਲਾਂ ਬਣਾਈਆਂ, ਮੱਕੀ ਬਣਾਈ ਆ, ਉਹਦੇ ਵਿੱਚ ਮੰਡੀਕਰਨ ਦੇ ਸਿਸਟਮ ਦੇ ਵਿੱਚ ਆ ਕੇ ਫੇਲ ਹੋ ਜਾਂਦਾ। ਬਦਕਿਸਮਤੀ ਇਹੀ ਹੈ ਕਿ ਮੰਡੀਕਰਨ ਹੀ ਸਭ ਤੋਂ ਵੱਡੀ ਗੱਲ ਆ। ਉੱਥੇ ਅਸੀਂ ਫੇਲ ਹੋ ਜਾਂਦੇ ਹਾਂ। ਭਾਵੇਂ ਅਸੀਂ ਦੁੱਧ ਪੈਦਾ ਕਰਦੇ ਹਾਂ ਤਾਂ ਵੀ ਫੇਲ ਹੈ। ਗੱਲ ਇਹ ਹੈ ਕਿ ਜਿਹੜੇ ਬੰਦੇ ਖੁਦ ਦੁੱਧ ਪਾਉਂਦੇ, ਜਾਂ ਆਪਾਂ ਇਹ ਕਹਿ ਲਈਏ ਕਿ ਕਿਤੇ ਨਾ ਕਿਤੇ ਸਾਡੇ ਮਾਲਵੇ ਦੇ ਵਿੱਚ ਜਿਹੜਾ ਤਾਂ ਵਪਾਰੀ ਬਣ ਗਿਆ, ਮੈਂ ਹੈਰਾਨ ਹੈ ਕਿ ਸਾਡੇ ਪਿੰਡਾਂ ਦੇ ਮੁੰਡੇ ਹੀ ਟਰੈਕਟਰ ਖਰੀਦਦੇ ਆ, ਤੁਹਾਡੇ ਤੋਂ ਟਰੈਕਟਰੀ ਮੰਡੀਆਂ 'ਚ ਤੁਹਾਨੂੰ ਵੇਚ ਜਾਂਦੇ ਆ, ਤੁਹਾਨੂੰ ਹੀ ਜਿਹੜਾ ਲੁੱਟ ਦਾ ਸ਼ਿਕਾਰ ਬਣਾਉਂਦੇ ਨੇ। ਦਿਮਾਗ ਤੇਜ਼ ਹੋ ਜਾਂਦਾ ਉਹਨਾਂ ਦਾ, ਬੜਾ ਕੁਛ ਕਰਦੇ ਨੇ। ਪਸ਼ੂ, ਤੁਹਾਨੂੰ ਪਤਾ ਵੀ ਪਸ਼ੂਆਂ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਕੁੜਤੇ ਦੇ ਥੱਲੇ ਹੱਥ ਰੱਖ ਕੇ ਉਂਗਲ ਦੱਬ ਕੇ ਭਾਅ ਲਾਉਣ ਦੀਆਂ, ਆ ਉਤਲਾ ਤੇਰਾ, ਥੱਲੜਾ ਮੇਰਾ, ਪਤਾ ਨਹੀਂ, ਮੈਨੂੰ ਹਜੇ ਤੱਕ ਉਹ ਸਮਝ ਨਹੀਂ ਆਇਆ ਵੀ ਆ ਤੇਰੇ, ਆ ਮੇਰੇ, ਹੈ ਜੀ, ਉਂਗਲਾਂ ਦਬਾ ਜੀ। ਜਨਰਲ ਸਾਹਿਬ, ਬਿਲਕੁਲ ਤੁਸੀਂ ਸਵਾਲ ਜਿਹੜਾ ਕੀਤਾ, ਇਹ ਅੱਜ ਸਾਡੇ ਮੱਧ ਵਰਗੀ ਲੋਕਾਂ ਦੀ, ਕਿਸਾਨਾਂ ਦੀ ਟੀਸ ਹੈ। ਇੱਕ ਵੱਡੀ ਦਰਦਨਾਕ ਕਿ ਜਦੋਂ ਕੋਈ ਵੀ ਮੰਡੀ ਹੈ, ਚਾਹੇ ਉਹ ਪਸ਼ੂਆਂ ਦੀ ਹੈ, ਅੱਜ ਜਿਹੜਾ ਕਿਸਾਨਾਂ ਦਾ, ਜਿਹੜਾ ਪਸ਼ੂ ਪਾਲਕ ਹੈ, ਕਿਸਾਨ ਹੈ, ਗਰੀਬ ਹੈ ਕਿਸਾਨ, ਜਿਹਦਾ ਅੱਜ ਉਹਦਾ ਇਹੋ ਜਿਹੀ ਮੰਦੇ ਦੇ ਦੌਰ ਦੇ ਵਿੱਚ ਜੀ, ਉਹਦੇ ਵਿੱਚ ਜਦੋਂ ਵੀ ਉਹ ਮੰਡੀ ਕਰਨ ਜਾਂਦਾ, ਅੱਜ ਫਸਲਾਂ ਦਾ, ਚੀਜ਼ਾਂ ਦਾ, ਉਹਨਾਂ ਦਾ ਰੇਟ ਨਹੀਂ। ਮੰਡੀ ਕਰਨ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਉਂਗਲ ਰੱਖ ਕੇ ਉੱਤੇ ਕੱਪੜਾ ਪਾ ਕੇ ਰੇਟ ਕੀਤੇ ਜਾਂਦੇ ਆ। ਇਹ ਬਿਲਕੁਲ, ਇਹ ਲੋਕ, ਕੋਈ ਸਰਕਾਰ ਆਈ ਜਾਵੇ, ਆਪਾਂ ਦੇਖਦੇ ਆ ਵੀ 22 ਸਾਲਾਂ ਤੋਂ ਮੈਂ ਵੀ ਜਰਨਲਿਜ਼ਮ ਦੇ ਸਿਸਟਮ 'ਚ ਹੈ, ਵੀ ਇਹ ਸਿਸਟਮ ਉਵੇਂ ਹੀ ਚੱਲਦਾ ਤੁਰਿਆ ਆ ਜੀ। ਚੋਰ ਮੋਰੀ ਰਾਹੀਂ ਕੁਛ ਵੀ ਆ, ਚਾਹੇ ਉਹ ਸ਼ਰਾਬ ਦਾ ਕਾਰੋਬਾਰ ਆ, ਚਾਹੇ ਇਹ ਆ, ਇਹ ਕੋਡ ਵਰਡ ਰਾਹੀਂ ਸਿਸਟਮ ਰਾਹੀਂ ਇਹਨਾਂ ਨੂੰ ਕੋਈ ਵੀ ਫੜ ਨਹੀਂ ਪਾ ਰਿਹਾ। ਸਿਸਟਮ ਸਾਰਾ ਕੁਝ ਅੱਖਾਂ ਦੇ ਸਾਹਮਣੇ ਹੋ ਰਿਹਾ। ਬਿਲਕੁਲ, ਆਪਾਂ ਨੂੰ ਪਤਾ ਕਿ ਨਸ਼ਾ ਵੇਚਣ ਵਾਲਾ ਬੰਦਾ ਤੁਰਿਆ ਵੀ ਜਾਂਦਾ ਹੈ, ਮਾਰਿਆ ਤਾਂ ਗਰੀਬ ਹੀ ਜਾਂਦਾ, ਭਾਵੇਂ ਮਜ਼ਦੂਰ ਆ ਤੇ ਭਾਵੇਂ ਕਿਸਾਨ ਆ। ਕਹਿੰਦੇ ਸਾਂਝੀ ਭਾਈਵਾਲਤਾ ਤਾਂ ਸਾਡੀ ਜਿਹੜੀ ਹੈਗੀ ਨਾ ਪਿੰਡਾਂ ਦੇ ਵਿੱਚ, ਦੇਖੀਏ ਜੱਟ ਤੇ ਸੀਰੀ ਦੀ ਹੈ। ਕਹਿੰਦਾ ਜੱਟ ਸੀਰੀ ਦੇ ਗਲ ਲੱਗ ਰੋਇਆ, ਹਾਂਜੀ। ਤੇ ਗੱਲ ਇਹ ਹੈ ਕਿ ਹਰੇਕ ਚੀਜ਼ ਜਿਹੜੀ ਹੈਗੀ ਹੈ, ਜਿਹੜਾ ਸੀਰੀ ਨਾਲ ਵੀ ਭਾਈਵਾਲਤਾ ਸਾਡੀ ਉਨੀ ਹੈ, ਉਨਾ ਪਿਆਰ ਹੈ। ਪਰ ਗੱਲ ਹੈ ਕਿ ਮਾਰਿਆ ਤਾਂ, ਕਹਿੰਦੇ ਨਾ, ਬਿਮਾਰੀ ਵੀ ਮਾੜੇ ਨੂੰ ਪੈਂਦੀ ਹੈ, ਲੁੱਟ ਵੀ ਮਾੜੇ ਦੀ ਹੁੰਦੀ ਹੈ, ਤਕੜੇ ਦਾ ਡਾਢੇ ਦਾ ਸੱਤੀ ਵੀ 100। ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ, ਧੰਨਵਾਦ। ਆਪਣੇ ਆਪ ਦੇ ਵਿੱਚ ਸਾਡੀ ਤਰਾਸਦੀ ਕੀ ਕਹੀਏ ਕਿ ਦੇਖੋ, ਲੁੱਟਣ ਵਾਲਾ ਕਹਿੰਦਾ ਨਾ, ਇੱਲ ਜਿਹੜੀ ਹੁੰਦੀ ਹੈ ਨਾ, ਉਹ ਮੈਨੂੰ ਇੱਕ ਤਸਵੀਰ ਯਾਦ ਆਉਂਦੀ ਹੈ। ਬੇਸ਼ੱਕ ਸਾਡੇ ਜਰਨਲਿਸਟ ਭਰਾ ਨੇ ਆਤਮ ਹੱਤਿਆ ਕਰ ਲਈ ਸੀ। ਉਹ ਤਸਵੀਰ ਕਿ ਇੱਕ ਬੱਚਾ ਮਰ ਰਿਹਾ ਸੀ, ਉਹਦੇ ਉੱਤੇ ਇੱਲ ਮੰਡਰਾ ਰਹੀ ਸੀ। ਉਹ ਕਹਿੰਦਾ ਵੀ ਜਦੋਂ ਇੱਲ ਥੱਲੇ ਉਤਰੂਗੀ ਤੇ ਮੈਂ ਉਦੋਂ ਤਸਵੀਰ ਖਿੱਚੂੰਗਾ। ਸ਼ਾਇਦ ਉਹ ਆਪਦੀ ਪ੍ਰੋਫੈਸ਼ਨਲਿਜ਼ਮ ਨੂੰ ਜ਼ਿਆਦਾ ਪਿਆਰ ਕਰ ਗਿਆ। ਉਹ ਬੱਚੇ ਨੂੰ ਸ਼ਾਇਦ ਉਹ ਬਚਾ ਸਕਦਾ ਸੀ ਜਾਂ ਨਹੀਂ ਸਕਦਾ ਸੀ, ਉਹ ਪਰਿਸਥਿਤੀਆਂ ਹੋਰ ਸੀ। ਪਰ ਜਿਸ ਢੰਗ ਦੇ ਨਾਲ ਉਹਨੂੰ ਸਾਹਮਣਾ ਕਰਨਾ ਪਿਆ, ਅਖੀਰ ਉਹਨੂੰ ਆਤਮ ਹੱਤਿਆ ਕਰਨੀ ਪਈ। ਸਥਿਤੀ ਅਜਿਹੀ ਸਾਡੀ ਵੀ ਹੈ। ਸਾਰਾ ਕੁਝ ਜਾਣਦੇ ਹੋਏ ਅਸੀਂ ਆਵਾਜ਼ ਚੁੱਕ ਸਕਦੇ ਹਾਂ, ਆਵਾਜ਼ ਮਾਰ ਸਕਦੇ ਹਾਂ, ਪਰ ਲੁੱਟ ਹੁੰਦੀ ਨਹੀਂ ਰੋਕ ਪਾਉਂਦੇ। ਇੱਥੇ ਬੇਬਸ ਹੋ ਜਾਂਦੇ ਹਾਂ। ਮੈਂ ਖੁਦ ਬੇਬਸ ਫੀਲ ਕਰਦਾ ਆਪਣੇ ਆਪ ਨੂੰ ਕਿ ਜਿਹੜੀ ਭਾਵੇਂ ਮਜ਼ਦੂਰ ਹੈ, ਭਾਵੇਂ ਕਿਸਾਨ ਹੈ, ਭਾਵੇਂ ਗਰੀਬ ਹੈ, ਉਹਦੀ ਲੁੱਟ ਨੂੰ ਸਭ ਕੁਝ ਜਾਣਦੇ ਹੋਏ ਸਾਡੇ ਵਰਗੇ ਸ਼ਖਸ ਉਹ ਕਿਉਂ ਨਹੀਂ ਰੋਕ ਪਾਉਂਦੇ। ਇਹ ਵੀ ਇੱਕ ਬਹੁਤ ਵੱਡਾ ਚਰਚਾ ਦਾ ਵਿਸ਼ਾ। ਕਿੱਥੇ ਮੈਂ ਬੇਬਸ ਹੋ ਜਾਂਦਾ, ਮੈਂ ਖੁਦ ਆਪਣੇ ਆਪ ਨਾਲ ਗੱਲ ਕਰਦਾ, ਹੋਰਾਂ ਦੀ ਗੱਲ ਛੱਡੋ, ਕਿ ਮੈਂ ਬੇਬਸ ਕਿਉਂ ਹੋ ਜਾਂਦਾ ਕਿ ਮੈਂ ਕਿਸੇ ਨੂੰ ਲੁੱਟਦਾ ਹੋਇਆ ਕਿਉਂ ਨਹੀਂ ਰੋਕ ਪਾਉਂਦਾ। ਆਪਣੇ ਆਪ ਦੇ ਉੱਤੇ ਮੈਨੂੰ ਅਫਸੋਸ ਹੁੰਦਾ ਹੈ। ਆਵਾਜ਼ ਚੱਕੀ ਦੀ ਹੈ, ਆਵਾਜ਼ ਕਰੀ ਦੀ ਹੈ, ਪਰ ਇੱਕ ਨੂੰ ਬਚਾਈਦਾ। ਕਹਿੰਦਾ ਭੰਡਾ ਭੰਡਾਰੀਆ ਕਿੰਨਾ ਕਪਾਰ, ਇੱਕ ਮੁੱਠੀ ਚੁੱਕੀ ਦੂਜੀ ਤਿਆਰ। ਬਹੁਤ ਅਫਸੋਸ ਹੁੰਦਾ ਹੈ, ਬੜਾ ਕੁਛ ਕਰੀਦਾ, ਸੋਚੀਦਾ। ਸੋ ਪ੍ਰਮਾਤਮਾ ਬਲ ਬਖਸ਼ੇ, ਆਮ ਲੋਕਾਂ ਦੀ ਆਵਾਜ਼ ਬਣ ਸਕਾਂ। ਸੋ ਇਸੇ ਹੀ ਉਮੀਦ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲਵਾਂਗਾ। ਮਾਫ ਕਰਿਓ, ਵੱਧ ਘੱਟ ਕੁਛ ਬੋਲਿਆ ਗਿਆ। ਰੇਡੀਓ ਪੰਜਾਬ ਟੂਡੇ ਤੁਹਾਡੀ ਖਿਦਮਤ ਦੇ ਵਿੱਚ ਹਮੇਸ਼ਾ ਹਾਜ਼ਰ ਰਹੇਗਾ। ਤੁਹਾਨੂੰ ਸਾਡੇ ਪ੍ਰੋਗਰਾਮ ਕਿਸ ਤਰ੍ਹਾਂ ਲੱਗਦੇ ਨੇ, ਕਿਰਪਾ ਕਰਕੇ ਸਾਡਾ ਹੌਸਲਾ ਅਫਜ਼ਾਈ ਹੁੰਦੀ ਹੈ। ਭਾਵੇਂ ਅਸੀਂ ਗਲਤ ਹੈ, ਸਾਡੀਆਂ ਗਲਤੀਆਂ ਸਾਡੀ ਝੋਲੀ ਪਾਓ, ਸਾਡੀਆਂ ਕਮੀਆਂ ਸਾਡੀ ਝੋਲੀ ਪਾਓ, ਪਰ ਸਾਨੂੰ ਦੱਸੋ ਜ਼ਰੂਰ। ਇੱਕ ਚੀਜ਼ ਜ਼ਰੂਰ ਹੈ ਕਿ ਕਈ ਵੀਰ ਜਦੋਂ ਕਮੈਂਟ ਕਰਦੇ ਨੇ, ਉਹਨਾਂ ਦਾ ਕਮੈਂਟ ਕਰਨ ਦਾ ਤਰੀਕਾ ਹੋਰ ਹੁੰਦਾ, ਉਹ ਹੱਦ ਤੱਕ ਕਰਨ ਦਾ ਤਰੀਕਾ ਹੁੰਦਾ। ਉਦੋਂ ਪਤਾ ਚੱਲ ਜਾਂਦਾ ਕਿ ਤੁਸੀਂ ਕਿਤੋਂ ਨਾ ਕਿਤੋਂ ਹੋਰ ਸਟੇਸ਼ਨ ਤੋਂ ਬੋਲਦੇ ਹੋ। ਪਰ ਜਦੋਂ ਤੁਸੀਂ ਸਾਡੇ ਬਣ ਕੇ ਸਾਡੀਆਂ ਕਮੀਆਂ ਕੱਢੋਗੇ ਤਾਂ ਅਸੀਂ ਉਹਨੂੰ ਜ਼ਰੂਰ
ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ, ਲੋਕ ਆਵਾਜ਼ ਬਣਨ ਦੀ ਕੋਸ਼ਿਸ਼ ਕਰਾਂਗੇ। ਰੇਡੀਓ ਪੰਜਾਬ ਟੁਡੇ ਬੇਸ਼ੱਕ ਕਿਸੇ ਵੀ ਵਪਾਰਕ ਅਦਾਰੇ ਵੱਲੋਂ ਨਹੀਂ ਚਲਾਇਆ ਜਾ ਰਿਹਾ, ਨਿਰੋਲ ਪੱਤਰਕਾਰਤਾ ਦੇ ਤੌਰ ਦੇ ਉੱਤੇ ਚਲਾਇਆ ਜਾ ਰਿਹਾ, ਤੁਹਾਡੀ ਮਦਦ ਦੇ ਨਾਲ ਚਲਾਇਆ ਜਾ ਰਿਹਾ। ਐਡਸ ਵੀ ਤੁਹਾਨੂੰ ਪਤਾ ਕਿੰਨੀਆਂ ਕੁ ਨੇ। ਸੋ ਇਸੇ ਉਮੀਦ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ। ਸ਼ਮਾਦਾਨ।